ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਯੋਗਤਾ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਹਰ ਬੰਦੇ ਨੂੰ ਨਹਾ ਕੇ ਨਾ ਤੌਲੀਏ ਧੁੱਪੇ ਸੁੱਕਣਾ ਹੋਣਾ ਚਾਹੀਦਾ। ਤੇ ਕੁੜੀ ਵਾਲੀ ਆ ਕੇ ਪੁੱਛਦੇ ਆ ਵੀ ਮਤਲਬ ਮੁੰਡਾ ਤੁਹਾਡਾ ਨਸ਼ਾ ਤਾਂ ਨਹੀਂ ਕਰਦਾ, ਸ਼ਰਾਬ ਤਾਂ ਨਹੀਂ ਪੀਂਦਾ, ਉਹ ਕਹਿਣਗੇ ਵੀ ਇੱਕੋ ਹੀ ਪੈਗ ਲਾਉਂਦਾ ਤੇ ਬਾਅਦ ਚ ਪਤਾ ਲੱਗਦਾ ਵੀ ਇਹ ਤਾਂ ਬੋਤਲ ਵੀ ਪੀ ਜਾਂਦਾ ਹੈ ਨਾ। ਕੁੜੀਆਂ ਨਾਲ ਹੁੰਦੀ, ਸਾਡੀ ਕੁੜੀ ਤਾਂ ਸਾਰਾ ਕੰਮ ਕਰ ਲੈਂਦੀ ਹੈ ਬਿਲਕੁਲ। ਆਏ ਗਏ ਦਾ ਤਾਂ ਇਹਨੂੰ ਬਹੁਤ ਚਾਅ ਚੜਦਾ ਵਾ ਹਨਾ, ਪਰ ਉਹੀ ਕੁੜੀ ਹੁੰਦੀ ਹੈ ਜਿਹਦੇ ਕਰਕੇ ਫਿਰ ਰਿਸ਼ਤੇਦਾਰ ਘਰੇ ਆਉਣ ਹਟ ਜਾਂਦੇ ਆ। ਰਿਸ਼ਤੇਦਾਰ ਵਿਚਾਰਾ ਤੁਹਾਨੂੰ ਨਾ ਮਿਲਣ ਦਾ ਮਾਰਾ ਆਉਂਦਾ ਵੀ ਚੱਲ ਫਲਾਣਿਆਂ ਨੂੰ ਮਿਲੇ ਉਹਨੇ, ਤੇ ਮੂਹਰਲੇ ਬੱਟੇ ਗਾਲਾਂ ਕੱਢਦੇ ਹੁੰਦੇ ਆ, ਕੱਲੀ ਇਹਨਾਂ ਨੂੰ ਦੁਪਹਿਰੇ ਤੁਰੇ ਫਿਰਦੇ ਆ। ਸਹੀ ਗੱਲ ਆ। ਜਿਵੇਂ ਹੁਣ ਤੁਸੀਂ ਇਹ ਨਾ ਦੇਖੋ ਕਿ ਤੁਹਾਡੇ ਮੁੰਡੇ ਨੂੰ ਇੱਕ ਮਤਲਬ ਇਹ ਚੁਆਇਸ ਹੈ ਕਿ ਬਹੁਤ ਮਾਡਰਨ ਕੁੜੀ ਚਾਹੀਦੀ ਆ ਨਾ, ਤੁਸੀਂ ਇਹ ਵੀ ਦੇਖੋ ਵੀ ਪਰਿਵਾਰ ਨਾਲ ਉਹਦਾ ਤਾਲਮੇਲ ਬੈਠ ਸਕਦਾ ਜਾਂ ਨਹੀਂ। ਜ਼ਿੰਮੇਵਾਰੀ ਨੇ ਮਤਲਬ ਬੜੀਆਂ ਛੋਟੀਆਂ ਬੇਸਿਕ ਦੀਆਂ ਚੀਜ਼ਾਂ ਨੇਗੀਆਂ ਵੀ ਸਾਨੂੰ ਆਪਦੇ ਕੰਮ ਦੀ ਆਦਤ ਖੁਦ ਨੂੰ ਹੋਣੀ ਚਾਹੀਦੀ ਆ। ਵੀ ਤੁਸੀਂ ਆਪਣੀ ਰੋਟੀ ਖਾਧੀ ਹੈ ਤਾਂ ਤੁਸੀਂ ਘੱਟੋ ਘੱਟ ਆਪਦੀ ਪਲੇਟ ਚੱਕ ਕੇ ਰੱਖ ਦਿਓ। ਮੁੰਡੇ ਲਈ ਇਹ ਚੀਜ਼ ਜ਼ਰੂਰੀ ਹੋਣੀ ਚਾਹੀਦੀ ਹੈ ਵੀ ਜੇ ਤੂੰ ਸਮੇਂ ਦੇ ਹਿਸਾਬ ਨਾਲ ਬਦਲ ਰਿਹਾ, ਤੈਨੂੰ ਸੱਚੀ ਕੰਮਕਾਜੀ ਕੁੜੀ ਚਾਹੀਦੀ ਹੈ, ਤਾਂ ਤੈਨੂੰ ਇਹ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਦੋਨਾਂ ਦੇ ਤਾਲਮੇਲ ਨਾਲ ਹੀ ਘਰ ਚੱਲੂਗਾ। ਅੱਜ ਕੱਲ੍ਹ ਮੁੰਡੇ ਪਸੰਦ ਕਰਦੇ ਨੇ ਵੀ ਉਹਨਾਂ ਦੀਆਂ ਘਰ ਵਾਲੀਆਂ ਕਮਾਉਣ ਵਾਲੀਆਂ ਹੋਣ, ਪੜ੍ਹੀਆਂ ਲਿਖੀਆਂ ਹੋਣ, ਪਰ ਅਸੀਂ ਆਪਦੇ ਆਪ ਨੂੰ ਉਹਨਾਂ ਮੁਤਾਬਿਕ ਢਾਲਣਾ ਜ਼ਰੂਰੀ ਨਹੀਂ ਸਮਝਦੇ ਹੈਗੇ ਹੈ ਨਾ। ਪਰ ਅਸੀਂ ਕੁੜੀਆਂ ਨੂੰ ਇਹ ਸਮਝਾ ਕੇ ਨਹੀਂ ਤੋਰਦੇ, ਘਰ ਤਾਂ ਅਸੀਂ ਤੇਰੇ ਲਈ ਵੱਡਾ ਲੱਭਤਾ, ਪਰ ਹੁਣ ਇਹਨੂੰ ਸਾਂਭਣ ਦੀ ਜ਼ਿੰਮੇਵਾਰੀ ਤੇਰੀ ਆ। ਗੱਲ ਆ, ਤੈਨੂੰ ਉਸ ਘਰ ਨੂੰ ਸੰਭਾਲਣਾ ਆਉਣਾ ਚਾਹੀਦਾ। ਉਹਨਾਂ ਦੇ ਮਾਪਿਓ ਜਿਹੜੀ ਵਰਿਆਂ ਤੋਂ ਇੱਕ ਲੀਹ ਤੇ ਚੱਲਦੇ ਆਉਂਦੇ ਨੇ, ਮੰਨ ਲਓ ਮੁੰਡਾ ਰਸੋਈ 'ਚ ਜਾ ਰਿਹਾ, ਉਹ ਕਹੂ ਆਪਣੀ ਵਾਈਫ ਨੂੰ ਵੀ ਮੈਂ ਤੇਰੇ ਨਾਲ ਆਹ ਕੰਮ, ਮਾਂ ਕਹੂਗੀ ਨਹੀਂ 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 ਰਹਿਣ ਦੇ, ਮੈਂ ਹੈਗੀ ਆ, ਮੈਂ ਕਰਾ ਦਿੰਦੀ ਹਾਂ ਨਾ। ਉਹ ਘਰੋਂ ਬਾਹਰੋਂ ਕੰਮ ਕਰਕੇ ਆਉਣਗੇ ਤੇ ਆਉਣ ਸਾਰਾ ਤਾਂ ਫੋਨ ਜਾਂ ਟੀਵੀ ਜਾਂ ਇਹਨਾਂ ਚੀਜ਼ਾਂ 'ਚ ਰੁੱਝ ਜਾਂਦੇ ਨੇ। ਉਹਨਾਂ ਨੂੰ ਇਹ ਜ਼ਰੂਰੀ ਨਹੀਂ ਲੱਗਦਾ ਹੈਗਾ ਕਿ ਜਦੋਂ ਮੈਂ ਹੁਣ 7-8 ਘੰਟੇ ਬਾਹਰੋਂ ਰਹਿ ਕੇ ਆਇਆ ਤਾਂ ਮੇਰਾ ਹੁਣ ਫਰਜ਼ ਬਣਦਾ ਆਪਦੇ ਬੱਚੇ ਨੂੰ ਸਮਾਂ ਦੇਣ ਦਾ ਹੈ ਨਾ। ਤਾਂ ਉਹ ਤੁਹਾਡੀ ਘਰਵਾਲੀ ਜਾਂ ਫਿਰ ਤੁਹਾਡੀ ਮਾਂ ਦੀ ਜ਼ਿੰਮੇਵਾਰੀ ਨਹੀਂ ਹੁੰਦਾ ਇਕੱਲੀ, ਉਹ ਤੁਹਾਡੀ ਘਰਵਾਲੀ ਤੇ ਤੁਹਾਡੀ ਦੋਵਾਂ ਦੀ ਜ਼ਿੰਮੇਵਾਰੀ ਹੁੰਦਾ। ਦੁਨੀਆ ਕੀ ਸੋਚਦੀ ਹੈ, ਦੁਨੀਆ ਕੀ ਕਰਦੀ ਹੈ, ਉਹਦੇ ਨਾਲੋਂ ਜੇ ਤੁਸੀਂ ਥੋੜ੍ਹੇ ਜਿਹਾ ਸਮਾਂ ਸੋਚ ਕੇ ਆਪਣੇ ਬੱਚੇ ਦੀ ਖੁਸ਼ੀ ਨੂੰ ਅਹਿਮੀਅਤ ਦੇ ਲਵੋ ਨਾ, ਸ਼ਾਇਦ ਤੁਸੀਂ ਸੌਖੇ ਹੋ ਜਾਂਦੇ ਹੋ। ਜਦੋਂ ਕੁੜੀਆਂ ਨੇ ਘਰ ਦੇ ਨਾਲ ਨਾਲ ਬਾਹਰ ਕੰਮ ਕਰਨ ਦੀ ਆਦਤ ਪਾ ਲਈ ਤਾਂ ਮੁੰਡਿਆਂ ਨੂੰ ਵੀ ਬਾਹਰ ਦੇ ਕੰਮ ਦੇ ਨਾਲ ਨਾਲ ਘਰ ਦੇ ਕੰਮ ਕਰਨ ਦੀ ਆਦਤ ਹੋਣੀ ਚਾਹੀਦੀ ਆ ਹੈ ਨਾ। ਮੈਂ ਮੇਰੇ ਘਰ ਦੇ ਲੱਖ ਗਲਤ ਹੋਣ ਪਰ ਮੈਨੂੰ ਸੁਣਨਾ ਨਹੀਂ ਚੰਗਾ ਲੱਗੂਗਾ ਹੈ ਨਾ। ਉਵੇਂ ਇੱਕ ਮੁੰਡੇ ਦੇ ਲਈ ਸਿਚੁਏਸ਼ਨ ਹੁੰਦੀ ਆ, ਚਾਹੇ ਉਹਨੂੰ ਪਤਾ ਵੀ ਹੋਵੇ ਵੀ ਮੇਰੇ ਮਾਂ-ਬਾਪ ਮੇਰੇ ਭੈਣ ਭਰਾ ਗਲਤ ਨੇਗੇ, ਪਰ ਜਦੋਂ ਬਾਹਰੋਂ ਕੋਈ ਆ ਕੇ, ਆਪਾਂ ਹੁੰਦੇ ਤਾਂ ਬਾਹਰ ਲਈ ਆ ਨਾ, ਜਦੋਂ ਕੋਈ ਤੀਜਾ ਬੰਦਾ ਆ ਕੇ ਕਹਿੰਦਾ ਵੀ ਹਾਂ ਤੇਰੇ ਮਾਂ-ਬਾਪ ਗਲਤ ਹੈ, ਤੇਰੇ ਭੈਣ ਭਰਾ ਗਲਤ ਨੇ ਨਾ, ਨਹੀਂ ਸੱਚੀ ਉਹਨੂੰ ਵੀ ਨਹੀਂ ਚੰਗਾ ਲੱਗਦਾ ਹੈਗਾ ਹੈ ਨਾ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਤੇ ਗੱਲ। ਪਿਛਲੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀ ਕਿ ਜ਼ਿਆਦਾਤਰ ਆਪਣੇ ਪਰਿਵਾਰਾਂ 'ਚ ਜਦੋਂ ਮੁੰਡੇ ਜਾਂ ਕੁੜੀ ਦੀ ਉਮਰ ਹੋ ਜਾਂਦੀ ਆ ਤਾਂ ਅਸੀਂ ਵਿਆਹ ਦੀ ਉਮਰ ਸਮਝ ਕੇ ਉਹਨਾਂ ਦਾ ਵਿਆਹ ਕਰ ਦਿੰਦੇ ਹਾਂ, ਪਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਣਗਹਿਲੀ 'ਚ ਰੱਖ ਕੇ ਅਸੀਂ ਰਿਸ਼ਤਿਆਂ ਦੀ ਸ਼ੁਰੂਆਤ ਕਰਦੇ ਹਾਂ। ਰਿਸ਼ਤਾ ਕਰਨ ਵੇਲੇ ਕੁੜੀ ਜਾਂ ਮੁੰਡੇ ਦਾ ਸੁਹੱਪਣ ਜਾਂ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਆਰਥਿਕ ਤੌਰ 'ਤੇ ਮਜ਼ਬੂਤ ਹੋਣਾ ਉਹਨਾਂ ਦਾ ਸੋਚਦੇ ਨੇ, ਪਰ ਗੁਣਾਂ ਨੂੰ ਨਜ਼ਰਅੰਦਾਜ਼ ਕਰਕੇ ਇਹੋ ਜਿਹੇ ਰਿਸ਼ਤਿਆਂ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਦੇ ਵਿੱਚ ਫਿਰ ਮੁੰਡਾ ਅਤੇ ਕੁੜੀ ਦੋਵਾਂ ਦਾ ਰਿਸ਼ਤਾ ਤਾਂ ਉਲਝਦਾ ਹੀ ਆ, ਪਰਿਵਾਰ ਵੀ ਆਪਸ ਵਿੱਚ ਉਲਝ ਜਾਂਦੇ ਨੇ। ਇਸੇ ਵਿਸ਼ੇ 'ਤੇ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਵਿਆਹ ਤੋਂ ਪਹਿਲਾਂ ਕੁੜੀ ਅਤੇ ਮੁੰਡੇ ਦੇ ਵਿੱਚ ਕੀ ਯੋਗਤਾ ਹੋਣੀ ਚਾਹੀਦੀ ਹੈ ਕਿ ਸਾਨੂੰ ਲੱਗੇ ਕਿ ਹੁਣ ਇਹ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨ ਲਈ ਦੋਵੇਂ ਤਿਆਰ ਨੇ, ਜਾਂ ਇੱਕ ਪਰਿਵਾਰ ਦੀ ਸ਼ੁਰੂਆਤ ਕਰਨ ਲਈ ਦੋਵੇਂ ਤਿਆਰ ਨੇ। ਉਹਦੇ ਲਈ ਆਪਾਂ ਗੁਰਦੀਪ ਗਰੇਵਾਲ ਹੁਣਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਗੁਰਦੀਪ। ਸਤਿ ਸ਼੍ਰੀ ਅਕਾਲ ਭੈਣੇ, ਕੀ ਹਾਲ ਆ? ਵਧੀਆ, ਤੁਸੀਂ ਕਿੱਦਾਂ? ਵਧੀਆ, ਠੀਕ ਠਾਕ, ਤੁਸੀਂ ਸੁਣਾਓ? ਵਧੀਆ ਵਧੀਆ। ਇੱਕ ਤਾਂ ਨਾ ਮੈਨੂੰ ਸਭ ਤੋਂ ਪਹਿਲਾਂ ਇਹ ਲੱਗਦਾ ਹੁੰਦਾ ਵੀ ਹਰ ਬੰਦੇ ਨੂੰ ਆਪਾਂ ਨੂੰ ਪਤਾ ਹੋਵੇ ਵੀ ਯੋਗਤਾ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਹਰ ਬੰਦੇ ਨੂੰ ਨਹਾ ਕੇ ਨਾ ਤੌਲੀਏ ਧੁੱਪੇ ਸੁੱਕਣਾ ਹੋਣਾ ਚਾਹੀਦਾ। ਸਹੀ ਗੱਲ। ਬਹੁਤੇ ਘਰਾਂ 'ਚ ਤੁਹਾਨੂੰ ਪਤਾ ਲੜਾਈ ਦਾ ਕਾਰਨ ਕੀ ਹੁੰਦਾ ਵੀ ਗਿੱਲੇ ਤੌਲੀਏ ਆਪਾਂ ਬੈੱਡ ਤੇ ਸਿੱਟ ਦਿੰਦੇ ਆ। ਮੁੰਡਿਆਂ ਲਈ ਜ਼ਿਆਦਾ ਇਹ ਸ਼ਿਕਾਇਤ ਖਾਸ ਕਰਕੇ, ਹਾਂ। ਜਾਂ ਗਿੱਲੇ ਤੌਲੀਏ ਆਪਾਂ ਉਦਾਂ ਹੀ ਘਰੇ ਅੰਦਰ ਟੰਗੀ ਰੱਖਦੇ ਆ ਨਾ। ਲੱਗਦਾ ਹੁੰਦਾ ਕਿ ਤੌਲੀਆ ਨਹਾ ਕੇ ਧੁੱਪੇ ਸੁੱਕਣਾ ਪਾਉਣਾ ਹੋਣਾ ਵੀ ਬਹੁਤ ਜ਼ਰੂਰੀ ਚਾਹੀਦਾ। ਤੇ ਇਹ ਵਿਆਹ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਵਿਆਹ 'ਚ ਲੜਾਈ ਦਾ, ਆਪਸ 'ਚ ਪਹਿਲਾ ਸੂਲ ਗਿੱਲਾ ਤੌਲੀਆ। ਸਹੀ ਗੱਲ, ਇਹੀ ਹੋਣਾ ਚਾਹੀਦਾ ਵੀ ਤੁਸੀਂ ਆਪਣੇ ਆਪਣੇ ਕੰਮ ਕਰਨ ਲਈ ਜ਼ਿੰਮੇਵਾਰ ਹੋਣੇ ਚਾਹੀਦੇ ਹੋ, ਹੈ ਨਾ।
ਤੇ ਪੁਰਾਣਾ ਸਮਾਂ ਹੋਰ ਹੁੰਦਾ ਸੀਗਾ ਕਿ ਜਦੋਂ ਬੰਦੇ ਨੇ ਘਰੇ ਪੈਰ ਪਾਇਆ ਤੇ ਉਹਨੂੰ ਪਾਣੀ ਦਾ ਗਲਾਸ ਮਿਲੂਗਾ ਹਨਾ। ਹੁਣ ਮੈਨੂੰ ਲੱਗਦਾ ਦੋਨੋਂ ਹੀ ਵਿਚਾਰੇ ਘਰੋਂ ਪੈਰ ਅੰਦਰ ਰੱਖ ਰਹੇ ਹੁੰਦੇ ਨੇ ਕਿਉਂਕਿ ਕੁੜੀਆਂ ਵੀ ਕੰਮ ਕਰਦੀਆਂ ਨੇ ਤੇ ਮੁੰਡੇ ਵੀ। ਤੇ ਇਸ ਲਈ ਮੈਨੂੰ ਲੱਗਦਾ ਬਹੁਤ ਵਧੀਆ ਟਰੀਟਮੈਂਟ ਦੀ ਉਮੀਦ ਨਹੀਂ ਕਰਨੀ ਚਾਹੀਦੀ ਘਰੋਂ ਹਨਾ। ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਸੀ, ਜਿਵੇਂ ਮੈਂ ਤੁਹਾਨੂੰ ਸ਼ੁਰੂ 'ਚ ਕਿਹਾ ਸੀ ਕਿ ਮੈਂ ਤੁਹਾਨੂੰ ਇੱਕ ਸਵਾਲ ਪੁੱਛੂਗੀ। ਮੈਂ ਵੀ ਕਿਹਾ ਸੀ ਵੀ ਔਖਾ ਨਾ ਪੁੱਛਿਓ। ਸਹੀ ਗੱਲ ਨਹੀਂ, ਪਰ ਮੈਂ ਸੌਖਾ ਹੀ ਆ ਸਵਾਲ ਤਾਂ, ਕਿ ਜਦੋਂ ਕੁੜੀਆਂ ਕਈ ਬਹੁਤ ਅੜਬ ਜਿਹੇ ਸੁਭਾਅ ਦੀਆਂ ਹੁੰਦੀਆਂ ਨੇ ਨਾ, ਜਾਂ ਮੁੰਡੇ ਜਿਹੜੇ ਥੋੜਾ ਜਿਹਾ ਆਪਣੇ ਪਰਿਵਾਰ 'ਚ ਕਹਿੰਦੇ ਹੁੰਦੇ ਵੀ ਫਲਾਣਿਆਂ ਦਾ ਮੁੰਡਾ ਵਿਗੜ ਗਿਆ ਨਾ, ਤਾਂ ਉਹਨਾਂ ਨੂੰ ਕੀ ਕਹਿੰਦੇ ਹੁੰਦੇ ਆ ਵੀ ਤੂੰ ਕਦੋਂ ਸੁਧਰੇਗਾ? ਜਦੋਂ ਤੇਰਾ ਵਿਆਹ ਹੋ ਗਿਆ। ਜਦੋਂ ਤੇਰਾ ਵਿਆਹ ਹੋ ਜਾਵੇ ਨਾ। ਤੇ ਮੈਨੂੰ ਇਹੀ ਲੱਗਦਾ ਕਿ ਲੋਕਾਂ ਨੇ ਮਤਲਬ ਵਿਆਹ ਨੂੰ ਇਹ ਨਹੀਂ ਸਮਝਿਆ ਹੋਇਆ ਕਿ ਕੁੜੀ ਇੱਕ ਨਵੇਂ ਪਰਿਵਾਰ 'ਚ ਜਾਊਗੀ, ਉਸ ਪਰਿਵਾਰ ਨੂੰ ਸੰਭਾਲੂਗੀ, ਜਾਂ ਮੁੰਡਾ ਇੱਕ ਨਵੇਂ ਪਰਿਵਾਰ ਦੀ ਸ਼ੁਰੂਆਤ ਕਰੂਗਾ ਨਾ। ਉਹਨਾਂ ਨੇ ਇਹ ਮੈਨੂੰ ਲੱਗਦਾ ਸੁਧਾਰਨ ਵਾਲਾ, ਜਿਵੇਂ ਉਹ ਨਹੀਂ ਕਹਿੰਦੇ ਹੁੰਦੇ ਸੁਧਾਰ ਗ੍ਰਹਿ, ਮਤਲਬ ਵਿਆਹ ਨੂੰ ਉਹ ਚੀਜ਼ ਬਣਾ ਲਿਆ। ਤੇ ਇਹ ਵੀ ਮੰਨ ਲੈਂਦੇ ਨੇਗੇ ਵੀ ਵਿਆਹ ਤੋਂ ਬਾਅਦ ਮੁੰਡਾ ਕੁੜੀ ਤੋਂ ਡਰਨ ਲੱਗ ਜਾਂਦਾ ਹਨਾ। ਮੈਂ ਸਾਡੀ ਇੱਕ ਐਗਜ਼ਾਮਪਲ ਦਿੰਦੇ ਹਾਂ। ਸੁਨਪ੍ਰੀਤ ਨਾ ਸਾਡੇ ਕਿਸੇ ਰਿਸ਼ਤੇਦਾਰ ਦੇ ਨਾਲ ਇਦਾਂ ਹੀ ਗੱਲ ਕਰ ਰਹੇ ਸੀਗੇ, ਤੇ ਇਹ ਨਾ ਮੈਨੂੰ ਤਾਂ ਹੁਣ ਪਤਾ ਨਹੀਂ ਹੈਗਾ ਵੀ ਮੂੰਗੀ ਮਸਰੀ ਦੀ ਦਾਲ ਨਹੀਂ ਖਾਂਦੇ ਹੋਣੇ ਹਨਾ ਪਹਿਲਾਂ। ਤੇ ਉਸ ਤੋਂ ਬਾਅਦ ਇਹ ਕਿਸੇ ਨਾਲ ਗੱਲ ਕਰ ਰਹੇ ਸੀਗੇ, ਤੇ ਉਹ ਕਹਿੰਦੇ ਵੀ ਤੁਸੀਂ ਸਾਡੇ ਕੋਲੇ ਆ ਜਾਓ। ਕਹਿੰਦੇ ਵੀ ਠੀਕ ਹੈ ਅਸੀਂ ਆ ਜਾਂਦੇ ਹਾਂ, ਵੀ ਕੀ ਧਰਿਆ ਹੋਇਆ ਅੱਜ ਤੁਸੀਂ? ਤੇ ਉਹ ਕਹਿੰਦੇ ਵੀ ਅਸੀਂ ਤਾਂ ਦਾਲ ਧਰੀ ਆ, ਵੀ ਉਹ ਤੂੰ ਖਾਣੀ ਨਹੀਂ। ਇਹਨਾਂ ਨੇ ਕਿਤੇ ਉੱਦਾਂ ਹੀ ਸਰਸਰੀ ਕਹਿਤਾ ਵੀ ਨਹੀਂ ਹੁਣ ਤਾਂ ਮੈਂ ਖਾ ਲੈਣਾ ਵਾ, ਹੁਣ ਤਾਂ ਮੈਂ ਸਾਰਾ ਕੁਝ ਖਾ ਲੈਂਦਾ। ਕਹਿੰਦੇ ਆਹੋ ਹੁਣ ਤਾਂ ਬਹੂ ਤੋਂ ਡਰਦਾ ਸਾਰਾ ਕੁਝ ਖਾਣਾ ਹੋਏਗਾ ਨਾ। ਸਹੀ ਸੋ ਆਪਾਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਵਿਆਹ ਤੋਂ ਬਾਅਦ ਮੁੰਡੇ 'ਚ ਜਿਹੜੇ ਚੇਂਜਸ ਹੁੰਦੇ ਨੇ ਵੀ ਉਹਦੀ ਬਹੂ ਤੋਂ ਡਰਦੇ ਆ, ਉਹਦੇ ਤੋਂ ਡਰਦੇ। ਸਹੀ ਗੱਲ, ਹਾਂ ਬਹੂ ਤੋਂ ਡਰਦੇ। ਪਰ ਇਹ ਚੀਜ਼ ਹੈ ਨਾ ਵਾਕਈ ਬਹੁਤ ਮਤਲਬ ਬਹੁਤ ਹੈਰਾਨੀ ਵਾਲੀ ਹੈ। ਇੱਕ ਦਿਨ ਮੈਂ ਕਿਸੇ ਨਾਲ ਗੱਲ ਵੀ ਕਰ ਰਹੀ ਸੀਗੀ ਕਿ ਮੈਂ ਉਹਨਾਂ ਨੂੰ ਕਹਿ ਰਹੀ ਸੀ ਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਵਿਆਹ ਨਾ ਇੱਕ ਇਹੋ ਜਿਹਾ ਰਿਸ਼ਤਾ ਜਿਹੜਾ ਤੁਸੀਂ ਸਾਰੀ ਉਮਰ ਨਿਭਾਉਣਾ ਹੁੰਦਾ ਨਾ। ਇਹ ਤਾਂ ਹੁੰਦਾ ਨਹੀਂ ਵੀ ਚਲੋ ਸਾਲ ਬਾਅਦ ਨਹੀਂ ਸੈੱਟ ਲੱਗਿਆ ਤੁਹਾਨੂੰ ਤਾਂ ਤੁਸੀਂ ਚੀਜ਼ ਨਵੀਂ ਲਿਆਂਦੀ ਹੈ ਨਾ। ਮੈਂ ਕਿਹਾ ਵੀ ਉਹਦੇ 'ਚ ਹੀ ਆਪਾਂ ਸਭ ਤੋਂ ਜ਼ਿਆਦਾ ਓਲੇ ਰੱਖਦੇ ਹਾਂ। ਮੰਨ ਲਓ ਕਿਸੇ ਦਾ ਮੁੰਡਾ ਇੱਕ ਪੈਗ ਲਾਉਂਦਾ ਹੈ ਨਾ, ਤੇ ਕੁੜੀ ਵਾਲੀ ਆ ਕੇ ਪੁੱਛਦੇ ਆ ਵੀ ਮਤਲਬ ਮੁੰਡਾ ਤੁਹਾਡਾ ਨਸ਼ਾ ਤਾਂ ਨਹੀਂ ਕਰਦਾ, ਸ਼ਰਾਬ ਤਾਂ ਨਹੀਂ ਪੀਂਦਾ? ਉਹ ਕਹਿਣਗੇ ਵੀ ਇੱਕੋ ਹੀ ਪੈਗ ਲਾਉਂਦਾ, ਤੇ ਬਾਅਦ 'ਚ ਪਤਾ ਲੱਗਦਾ ਵੀ ਇਹ ਤਾਂ ਬੋਤਲ ਵੀ ਪੀ ਜਾਂਦਾ ਹੈ ਨਾ। ਤੇ ਇਹੀ ਚੀਜ਼ ਕੁੜੀਆਂ ਨਾਲ ਹੁੰਦੀ ਹੈ। ਕੁੜੀਆਂ ਨਾਲ ਹੁੰਦੀ ਹੈ। ਸਾਡੀ ਕੁੜੀ ਤਾਂ ਸਾਰਾ ਕੰਮ ਕਰ ਲੈਂਦੀ ਹੈ ਬਿਲਕੁਲ। ਆਏ ਗਏ ਦਾ ਤਾਂ ਇਹਨੂੰ ਬਹੁਤ ਚਾਅ ਚੜਦਾ ਵਾ ਹਨਾ, ਪਰ ਉਹੀ ਕੁੜੀ ਹੁੰਦੀ ਹੈ ਜਿਹਦੇ ਕਰਕੇ ਫਿਰ ਰਿਸ਼ਤੇਦਾਰ ਕਰੇ ਹੁਣ ਹਟ ਜਾਂਦੇ ਆ। ਜਿਵੇਂ ਮੈਂ ਭਾਈ ਉਹ ਔਖਾ ਮੰਨਦੇ ਨੇ ਗਿਆਨ ਦਾ ਹਨਾ। ਤੇ ਦੂਸਰੀ ਗੱਲ ਵੀ ਜੇ ਉਹਨਾਂ ਨੂੰ ਆਮ ਮਤਲਬ ਵਿੱਚ ਹੀ ਆਪਾਂ ਲਾ ਲਓ ਹਨਾ, ਜਿਵੇਂ ਆਪਾਂ ਨੂੰ ਵੀ ਜਦੋਂ ਇੱਕ ਛੁੱਟੀ ਹੁੰਦੀ ਆ ਜਾਂਦਾ ਵੀ ਕੋਈ ਨਾ ਆਵੇ ਹਨਾ, ਜਾਂ ਉਦੋਂ ਥੋੜ੍ਹਾ ਟਾਈਮ ਆਪਣੇ ਲਈ ਮਿਲਣਾ ਹੋਵੇ। ਪਰ ਜੇ ਮੈਂ ਉੱਦਾਂ ਵੀ ਗੱਲ ਕਰਾਂ, ਪਰ ਇਹ ਵੀ ਸੱਚ ਆ ਵੀ ਕੁੜੀਆਂ ਨੂੰ ਜਦੋਂ ਪੂਰੇ ਮਤਲਬ ਜਿਹੜਾ ਉਹਨਾਂ ਦਾ ਰੋਜ਼ ਦਾ ਰੂਟੀਨ ਹੁੰਦਾ ਉਹਦੇ ਤੋਂ ਇਲਾਵਾ ਜੇ ਉਹਨਾਂ ਨੂੰ ਕੋਈ ਕੰਮ ਕਰਨਾ ਪੈ ਜਾਂਦਾ ਹਨਾ, ਤਾਂ ਉਹ ਔਖਾ ਮੰਨਦੀਆਂ ਨੇ ਉਸ ਚੀਜ਼ ਨੂੰ। ਤਾਂ ਹੀ ਆਪਣੇ ਪਰਿਵਾਰਾਂ 'ਚ ਕਹਿੰਦੇ ਹੁੰਦੇ ਵੀ ਅੱਗੇ ਰਿਸ਼ਤੇਦਾਰ ਆਉਂਦਾ ਹੁੰਦਾ ਸੀਗਾ ਤਾਂ ਪਰਿਵਾਰ ਨੂੰ ਚਾਅ ਚੜ੍ਹ ਜਾਂਦਾ ਹੁੰਦਾ ਸੀਗਾ। ਹੁਣ ਮਤਲਬ ਸੋਗ ਪੈ ਜਾਂਦਾ ਨਾ। ਉਹ ਇਸੇ ਲਈ ਆ ਵੀ ਕੁੜੀਆਂ ਵੀ ਜਿਹੜੀਆਂ ਨੇ ਉਹ ਘਰ ਦਾ ਕੰਮ ਕਰਕੇ ਨਹੀਂ ਰਹਿੰਦੀ। ਰਿਸ਼ਤੇਦਾਰ ਵਿਚਾਰਾ ਤੁਹਾਨੂੰ ਨਾ ਮਿਲਣ ਦਾ ਮਾਰਾ ਆਉਂਦਾ ਵੀ ਚੱਲ ਫਲਾਣਿਆਂ ਨੂੰ ਮਿਲੇ ਹੋਣੇ, ਤੇ ਮੂਹਰਲੇ ਬੈਠੇ ਗਾਣਾ ਕੱਢਦੇ ਹੁੰਦੇ ਆ, ਇਕੱਲੀ ਇਹਨਾਂ ਨੂੰ ਦੁਪਹਿਰੇ ਤੁਰੇ ਫਿਰਦੇ ਆ। ਸਹੀ ਗੱਲ ਆ। ਜੇ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਮੈਨੂੰ ਤਾਂ ਪਹਿਲਾਂ ਸੁਣਾਈ ਆ ਵੀ ਸਾਡੇ ਇੱਕ ਰਿਸ਼ਤੇਦਾਰ ਨੇ, ਉਹਨਾਂ ਦੇ ਜਿਵੇਂ ਆਂਟੀ ਨਾ ਭਾਂਡੇ ਸਾਫ਼ ਕਰ ਰਹੇ ਸੀਗੇ ਬੈਠੇ, ਤਾਂ ਉਹ ਉੱਠਣ ਲੱਗੇ ਉਹਨਾਂ ਦੇ ਸਿਰ 'ਚ ਟੂਟੀ ਵੱਜ ਗਈ ਨਾ, ਬੜੀ ਜ਼ੋਰ ਨਾਲ ਵੱਜੀ। ਤੇ ਵਿਚਾਰੇ ਉਹ ਮਤਲਬ 2-3 ਘੰਟੇ ਬੜੀ ਤਕਲੀਫ 'ਚ ਰਹੇ ਨਾ। ਜਦੋਂ ਆਪਣੇ ਲੋਹੇ ਦੀ ਕੋਈ ਚੀਜ਼ ਵੱਜਦੀ ਹੈ ਬਹੁਤ ਸੱਟ ਲੱਗਦੀ ਹੈ, ਤਾਂ ਉਹ ਉਡੀਕਦੇ ਰਹੇ ਵੀ ਆ ਕੇ ਮੇਰੀ ਨੂੰਹ ਹੈ ਨਾ ਮੈਨੂੰ ਪੁੱਛੂਗੀ ਵੀ ਮੰਮੀ ਤੁਹਾਡੇ ਲਈ ਚਾਹ ਬਣਾਵਾਂ ਜਾਂ ਦਵਾਈ ਦੇਵਾਂ। ਤੇ ਉਹ 2-3 ਘੰਟੇ ਬਾਅਦ ਅੰਦਰੋਂ ਨਿਕਲ ਕੇ ਆਈ। ਉਹ ਕਹਿੰਦੀ ਮੰਮੀ ਜੇ ਤੁਹਾਨੂੰ ਠੀਕ ਲੱਗ ਰਿਹਾ ਤਾਂ ਤੁਸੀਂ ਚਾਹ ਬਣਾ ਲਓ, ਨਾਲੇ ਮੈਂ ਪੀ ਲਾਂ। ਤਾਂ ਉਹ ਕਹਿੰਦੇ ਵੀ ਮੈਂ ਸੋਚਿਆ ਵੀ ਟੂਟੀ ਲੱਗ ਕੇ ਮੈਂ ਮਾਰੀ ਕਿਉਂ ਨਹੀਂ ਗਈ ਹੈ ਨਾ। ਤੇ ਮਤਲਬ ਕਈ ਵਾਰੀ ਗੱਲਾਂ ਆਪਾਂ ਹਾਸੇ 'ਚ ਕਰ ਰਹੇ ਹਾਂ, ਪਰ ਸੱਚੀ ਇਹ ਵੀ ਪਰਿਵਾਰਾਂ ਦੇ ਮਸਲੇ ਨਹੀਂ। ਪਤਾ ਇਹ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਸੱਚੀ ਕਈ ਵਾਰ ਬਹੁਤ ਵੱਡੀ ਲੜਾਈ ਦਾ ਰੂਪ ਲੈ ਲੈਂਦੀਆਂ ਨੇਗੀਆਂ। ਹੁਣ ਜਿਵੇਂ ਮੰਨ ਲਓ ਵੀ ਕਿ ਕੋਈ ਕੁੜੀ ਵਾਲੇ ਮੁੰਡਾ ਦੇਖਣ ਜਾਂਦੇ ਨੇਗੇ ਹਨਾ, ਆਪਾਂ ਇਹੀ ਗੱਲ ਕਰ ਰਹੇ ਹਾਂ ਨਾ, ਵਿਆਹ ਦੇ ਲਈ ਵੀ ਯੋਗਤਾ ਟੈਸਟ ਇੱਕ ਹੋਣਾ ਚਾਹੀਦਾ ਹਨਾ। ਹੁਣ ਵਿਆਹ ਵਾਲੇ ਮਤਲਬ ਰਿਸ਼ਤਾ ਦੇਖਣ ਕੁੜੀ ਵਾਲੇ ਜਾਣਗੇ ਮੁੰਡੇ ਦੇ ਘਰ, ਉੱਥੇ ਕੀ ਲੱਭਣਗੇ ਵੀ ਜ਼ਮੀਨ ਜਾਇਦਾਦ ਖੁੱਲੀ ਹੋਵੇ, ਘਰ ਵੱਡਾ ਹੋਵੇ, ਘਰ ਖੁੱਲਾ ਹੋਣਾ ਚਾਹੀਦਾ, ਸਾਰੀ ਖੇਤੀ ਦੀ ਮਸ਼ੀਨਰੀ ਹੋਣੀ ਚਾਹੀਦੀ ਆ ਹਨਾ। ਤੇ ਕੁੜੀ ਉਹਦੀ ਕਹਿ ਦਿੰਦੀ ਆ ਵੀ ਮੈਂ ਮੱਝਾਂ ਦੇ ਘਰੇ ਨਹੀਂ ਵੜਨਾ ਹੈਗਾ, ਜਾਂ ਅਸੀਂ ਭਈਆਂ ਦੀਆਂ ਰੋਟੀਆਂ ਨਹੀਂ ਲਾਉਣੀਆਂ ਹੈਗੀਆਂ ਹਨਾ। ਮਤਲਬ ਉਹ ਖੇਤੀ ਵਾਲਾ ਘਰ ਉਹ ਸਾਂਭੂਗੀ ਕਿ ਤੁਸੀਂ ਤਾਂ ਵੱਡਾ ਘਰ ਲੱਭਦੇ ਫਿਰਦੇ ਹੋ, ਉਹ ਕਹਿੰਦੀ ਮੈਂ ਉੱਥੇ ਰੋਟੀਆਂ ਨਹੀਂ ਲਾਉਣੀਆਂ ਹੈਗੀਆਂ ਹਨਾ। ਸੋ ਉੱਥੇ ਵੀ ਮਿਸਮੈਚ ਹੋ ਜਾਂਦਾ ਵਾ। ਆਪਾਂ ਨੂੰ ਇਹ ਹੁੰਦਾ ਵਾ ਵੀ ਕੁੜੀ ਦੇ ਲਈ ਘਰ ਅਸੀਂ ਉਹ ਲੱਭਣਾ ਵੀ ਜਿੱਥੇ ਉਹਨੂੰ ਕੋਈ ਫਾਈਨੈਂਸ਼ੀਅਲ ਦਿੱਕਤ ਨਾ ਹੋਵੇ, ਵਧੀਆ ਹੈ ਰੱਜਦਾ
ਪੁੱਜਦਾ ਪਰਿਵਾਰ ਹੋਵੇ ਉਹ ਲੱਭਣਾ, ਅਸੀਂ ਘਰ ਵੱਡਾ ਲੱਭਣਾ ਨਾ। ਕਈ ਵਾਰ ਮੈਂ ਦੇਖਦੀ ਹਾਂ ਵੀ ਘਰ ਵੱਡੇ ਅਸੀਂ ਲੱਭ ਲੈਂਦੇ ਹਾਂ ਪਰ ਕੁੜੀਆਂ ਨੂੰ ਘਰ ਮੇਨਟੇਨ ਕਰਨੇ ਆਉਂਦੇ ਨਹੀਂ ਹੁੰਦੇ ਹਨਾ। ਸਹੀ ਗੱਲ ਹੈ ਵੀ ਜਦੋਂ ਤੁਸੀਂ ਕਈ ਵਾਰ ਕਿਸੇ ਦੇ ਘਰੇ ਜਾਂਦੇ ਹੋ ਨਾ ਤਾਂ ਉਹਨਾਂ ਨੂੰ ਐਂ ਹੁੰਦਾ ਵਾ ਵੀ ਹਾਂ ਜਦੋਂ ਇਹਨਾਂ ਨੇ ਮਤਲਬ ਘਰ ਲੱਭਿਆ ਸੀ ਤਾਂ ਉਹਨਾਂ ਨੂੰ ਆਈ ਸੀਗਾ, ਇਹਨਾਂ ਦੀ ਇੱਕੋ ਮੰਗ ਸੀਗੀ ਵੀ ਭਾਈ ਘਰ ਵਧੀਆ ਹੋਵੇ, ਘਰ ਵੱਡਾ ਹੋਵੇ ਹਨਾ, ਜਾਂ ਜ਼ਮੀਨ ਜਾਇਦਾਦ ਹੋਵੇ ਹਨਾ। ਪਰ ਉਹੀ ਘਰ ਤਾਂ ਉਹਨਾਂ ਨੂੰ ਸਾਂਭਣਾ ਨਹੀਂ ਆ ਰਿਹਾ ਹੁੰਦਾ ਹਨਾ। ਤੇ ਉੱਥੇ ਵੀ ਫਿਰ ਐ ਹੁੰਦਾ ਵਾ ਵੀ ਫਿਰ ਐਡਾ ਵੱਡਾ ਘਰ ਤੁਸੀਂ ਲੱਭਿਆ ਕਰਦੇ ਸੀ, ਤੁਹਾਡੀ ਕੁੜੀ ਨੂੰ ਤਾਂ ਚੱਜ ਹੈ ਨਹੀਂਗਾ। ਸਹੀ ਗੱਲ ਆ ਗੁਰਦੀਪ, ਮੈਨੂੰ ਲੱਗਦਾ ਨਾ ਇਹ ਚੀਜ਼ ਦੋਨਾਂ ਪਾਸੇ ਹੋਣੀ ਚਾਹੀਦੀ ਹੈ। ਜਿਵੇਂ ਮੁੰਡੇ ਵਾਲਿਆਂ ਦੇ ਵੀ ਕਈ ਵਾਰੀ ਹੈ ਨਾ, ਮੁੰਡੇ ਵਾਲਿਆਂ ਨੂੰ ਪਤਾ ਹੁੰਦਾ ਕਿ ਜਦੋਂ ਜਿਸ ਕੁੜੀ ਦਾ ਰਿਸ਼ਤਾ ਸਾਡੇ ਮੁੰਡੇ ਨਾਲ ਹੋਊਗਾ ਉਹਨੇ ਸਾਰੀ ਉਮਰ ਸਾਡੇ ਘਰੇ ਰਹਿਣਾ ਹੈ ਨਾ। ਤੁਸੀਂ ਉਹਦੇ ਤੋਂ 4 ਸਾਲ ਜਾਂ 5 ਸਾਲ ਪਰਦਾ ਰੱਖ ਲਓਗੇ ਪਰ ਉਸ ਤੋਂ ਬਾਅਦ ਤਾਂ ਮਤਲਬ ਬੰਦੇ ਨੂੰ ਤੁਹਾਡੇ ਘਰ ਦੀ ਹਰੇਕ ਗੱਲ ਪਤਾ ਹੁੰਦੀ ਆ। ਤਾਂ ਬਹੁਤ ਸਾਰੇ ਪਰਿਵਾਰ ਜਿਵੇਂ ਆਪਾਂ ਇਹੀ ਕਹਿੰਦੇ ਕਿ ਉਹ ਝੂਠ ਬੋਲਣਗੇ ਕਿ ਮੁੰਡੇ ਨੂੰ ਇੰਨੀ ਜਾਇਦਾਦ ਆਉਂਦੀ ਆ ਨਾ, ਜਦ ਕਿ ਆਉਂਦੀ ਕਈ ਵਾਰੀ ਉਸ ਤੋਂ ਅੱਧੀ ਵੀ ਨਹੀਂ ਹੁੰਦੀ। ਤੇ ਜਿਵੇਂ ਮੈਂ ਪਹਿਲਾਂ ਕਿਹਾ ਵੀ ਉਹਦੇ ਬਹੁਤ ਸਾਰੇ ਐਬ ਲੁਕੋ ਲੈਂਦੇ ਨੇ ਹਨਾ, ਜਿਹਦੇ 'ਚ ਚਾਹੇ ਉਹ ਕੋਈ ਨਸ਼ਾ ਕਰਦਾ ਚਾਹੇ ਜਾਂ ਉਹਨੂੰ ਕੋਈ ਹੋਰ ਮਾੜੀ ਆਦਤ ਆ। ਫਿਰ ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਿ ਮਤਲਬ ਤੁਹਾਡਾ ਮੁੰਡਾ ਜ਼ਿੰਮੇਵਾਰੀ ਚੁੱਕਣ ਦੇ ਕਾਬਿਲ ਨਹੀਂ ਹੁੰਦਾ, ਜੇ ਤੁਸੀਂ ਸਮਝਣ ਲੱਗ ਜਾਂਦੇ ਵੀ ਬਗਾਨੀ ਧੀ ਆ ਕੇ ਉਹਨੂੰ ਸੁਧਾਰ ਲੂਗੀ ਤੇ ਉਹਨੂੰ ਕਾਬਿਲ ਬਣਾ ਲੂਗੀ ਹਨਾ। ਤੇ ਉਹ ਚੀਜ਼ਾਂ ਮੈਨੂੰ ਲੱਗਦਾ ਕਿ ਵਿਆਹ ਵਰਗਾ ਰਿਸ਼ਤਾ ਜਿਹਨੇ ਦੋਵਾਂ ਜੀਆਂ ਨੇ ਹਮੇਸ਼ਾ ਨਾਲ ਚੱਲਣਾ ਹਨਾ, ਇਕੱਠੇ ਰਹਿਣਾ, ਇਕੱਠੇ ਸੌਣਾ, ਉਹਨਾਂ ਨੂੰ ਇੱਕ ਦੂਜੇ ਦੀ ਹਰ ਆਦਤ ਦਾ ਪਤਾ ਲੱਗ ਜਾਂਦਾ ਤੇ ਉਹਦੇ 'ਚ ਮੈਨੂੰ ਲੱਗਦਾ ਝੂਠ ਨਹੀਂ ਬੋਲਿਆ ਜਾਣਾ ਚਾਹੀਦਾ। ਮੈਨੂੰ ਨਾ ਮੇਰਾ ਇੱਕ ਵੀਰਾ ਇਸੇ ਕਰਕੇ ਬਹੁਤ ਚੰਗਾ ਲੱਗਦਾ ਨਾ, ਉਹਦੇ ਜਦੋਂ ਵਿਆਹ ਦੀ ਉਮਰ ਸੀ ਸਾਰੇ ਉਹਨੂੰ ਕਹਿਣ ਲੱਗੇ ਵੀ ਤੂੰ ਵਿਆਹ ਕਰਾ, ਹੁਣ ਕਿਉਂ ਨਹੀਂ ਕਰਾਉਂਦੇ ਹੈਗੇ ਹਨਾ ਤੁਸੀਂ। ਤਾਂ ਵੀਰਾ ਕਹਿੰਦਾ ਵੀ ਮੈਂ ਵਿਆਹ ਕੇ ਲੈ ਕੇ ਆਊਂਗਾ ਕੁੜੀ ਨੂੰ, ਮੈਂ ਖਵਾਊਂਗਾ ਕੀ? ਉਹ ਕਹਿੰਦੇ ਕਿਉਂ, ਆਪਣੇ ਮਤਲਬ ਆਪਾਂ ਖੇਤੀ ਕਰਦੇ ਹਾਂ, ਕਿਤੇ ਬਾਕੀ ਟੱਬਰ ਕਿਤੇ ਭੁੱਖਾ ਮਰਦਾ। ਕਹਿੰਦੇ ਭੁੱਖੇ ਮਰਨ ਦੀ ਗੱਲ ਨਹੀਂ ਹੈਗੀ, ਵੀ ਮੈਂ ਜਿਹਨੂੰ ਵਿਆਹ ਕੇ ਲੈ ਕੇ ਆਊਂਗਾ ਉਹਦੀਆਂ 100 ਲੋੜਾਂ ਹੋਣਗੀਆਂ ਹਨਾ। ਹੁਣ ਮੈਂ ਵੀ ਸਾਂਝੇ ਟੱਬਰ 'ਚ ਥੋੜੀ ਮੈਂ ਉੱਥੋਂ ਤੋਂ 100 200 ਰੁਪਇਆ ਮੰਗਿਆ ਕਰੂੰਗਾ ਵੀ ਅੱਜ ਉਹਦੀ ਇਹ ਲੋੜ, ਅੱਜ ਮੈਨੂੰ 100 ਦੇ ਦਿਓ, ਅੱਜ ਮੈਨੂੰ 200 ਦੇ ਦਿਓ ਹਨਾ। ਕਹਿੰਦੇ ਮੈਂ ਚਾਹੇ ਥੋੜਾ ਕਮਾਵਾਂ, ਘੱਟੋ ਘੱਟ ਮੈਂ ਆਪ ਕਮਾਉਂਦਾ ਹੋਣਾ ਚਾਹੀਦਾ। ਉਹਦੀ ਜਿਹੜੀ 100 200 ਦੀ ਲੋੜ ਆ ਉਹ ਮੈਂ ਲਾਣੇਦਾਰ ਕੋਲੇ ਜਾਣ ਨਾਲੋਂ ਚੰਗਾ ਨਹੀਂ ਹੈਗਾ ਵੀ ਮੈਂ ਉਹ ਆਪਦੀ ਜੇਬ 'ਚ ਪੂਰੀ ਕਰ ਦੇਵਾਂ ਹਨਾ। ਸੋ ਉਨੀ ਦੇਰ ਤੱਕ ਸੱਚੀ ਉਹਨਾਂ ਨੇ ਉਨੀ ਦੇਰ ਤੱਕ ਵਿਆਹ ਨਹੀਂ ਕਰਾਇਆ ਜਿੰਨੀ ਦੇਰ ਤੱਕ ਉਹ ਫਾਈਨੈਂਸ਼ਲੀ ਇੰਡੀਪੈਂਡੈਂਟ ਨਹੀਂ ਹੋਏ। ਇਹ ਨਹੀਂ ਵੀ ਹਾਂ ਉਹ ਸੈਟਲ ਹੀ ਹੋ ਗਏ, ਉਹ ਤਾਂ ਬੰਦਾ ਸਾਰੀ ਉਮਰ ਨਹੀਂ ਹੁੰਦਾ। ਪਰ ਉਹ ਜਦੋਂ ਉਹਨਾਂ ਨੂੰ ਲੱਗਿਆ ਵੀ ਹਾਂ ਉਹ ਇੰਨਾ ਕੁ ਕਮਾ ਲੈਂਦੇ ਨੇ ਤੇ ਉਹਦੇ ਵਿੱਚੋਂ ਉਹ ਆਪਦੀਆਂ ਦੋਨਾਂ ਦੀਆਂ ਲੋੜਾਂ ਨੂੰ ਪੂਰਾ ਕਰ ਸਕਦੇ ਨੇ, ਇਹਦੇ ਲਈ ਉਹਨਾਂ ਨੂੰ ਦੂਜੇ ਟੱਬਰ ਦੇ ਉੱਪਰ ਨਿਰਭਰ ਨਹੀਂ ਹੋਣਾ ਪੈਣਾ ਹਨਾ। ਤੇ ਜਿਵੇਂ ਹੈ ਨਾ ਇੱਕ ਹੋਰ ਮੈਂ ਜਾਣਦੀ ਹਾਂ ਵੀ ਇੱਕ ਹੋਰ ਪਰਿਵਾਰ ਆ, ਉਹਨਾਂ ਨੇ ਕੀ ਕੀਤਾ, ਆਪ ਉਹ ਖੇਤੀਬਾੜੀ ਵਾਲਾ ਪਰਿਵਾਰ ਆ ਹਨਾ, ਪੂਰਾ ਡੰਗਰ ਬੱਛਾ ਘਰੇ ਉਹਨਾਂ ਨੇ ਰੱਖਿਆ ਹੋਇਆ, ਸਾਰੇ ਸੰਦ ਬਣੇ ਹੋਏ ਨੇ ਉਹਨਾਂ ਦੇ ਖੇਤੀ ਦੇ। ਨੋ ਉਹਨਾਂ ਨੇ ਸ਼ਹਿਰ ਦੀ ਲੈ ਆਉਂਦੀ, ਉੱਥੇ ਵੀ ਐਡਜਸਟਮੈਂਟ ਨਹੀਂ ਹੁੰਦੀ। ਫਿਰ ਉਹਨਾਂ ਦੀ ਲੜਾਈ ਰਿਹਾ ਕਰੇ ਵੀ ਇਹ ਭਾਈ ਰੋਟੀ ਨਹੀਂ ਲਾਉਂਦੀ, ਇਹ ਤਾਂ ਚੁੱਲ੍ਹੇ ਤੇ ਨਹੀਂ ਜਾਂਦੀ ਹੈਗੀ, ਤਾਂ ਆਏ ਨਹੀਂ ਕਰਦੀ ਹੈਗੀ। ਮੈਂ ਕਿਹਾ ਵੀ ਹੁਣ ਲੜਨ ਦਾ ਕੀ ਫਾਇਦਾ ਵਾ, ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ। ਹੁਣ ਆਪਾਂ ਵੀ ਸ਼ਹਿਰਾਂ 'ਚ ਰਹਿੰਦੇ, ਕਿੰਨੇ ਕੁ ਕੰਮ ਹੁੰਦੇ ਨੇ ਗਾ, ਸਿਰਫ ਆਪਦੀ 2 ਟਾਈਮ ਦੀ ਰੋਟੀ ਹੁੰਦੀ ਹੈ ਜਾਂ ਜਿਸ ਜਗ੍ਹਾ ਤੇ ਤੁਸੀਂ ਬਹਿਣੇ ਖੜਦੇ ਹੋ ਉਨੀ ਜਗ੍ਹਾ ਤੁਸੀਂ ਸਾਫ਼ ਕਰਨੀ ਆ ਹਨਾ। ਮੈਂ ਕਿਹਾ ਵੀ ਤੁਹਾਨੂੰ ਖੁਦ ਨੂੰ ਪਤਾ ਵਾ ਵੀ ਉਹ ਸ਼ਹਿਰ 'ਚੋਂ ਆਈ ਹੋਈ ਆ, ਵੀ ਉਹ ਰੋਟੀਆਂ ਕਿਵੇਂ ਲਾ ਲੂਗੀ ਤੁਹਾਡੇ ਇੱਥੇ ਆ ਕੇ ਹਨਾ। ਆਪਾਂ ਪਿੰਡਾਂ 'ਚ ਰੋਟੀਆਂ ਲੈਂਦੀਆਂ ਵੀ ਦੇਖੀਆਂ ਨੇ, ਜਦੋਂ ਘਰੇ ਖੇਤ 50 ਬੰਦੇ ਲੱਗੇ ਹੁੰਦੇ ਨੇ ਹਨਾ, ਸਵੇਰ ਦਾ ਪਸੀਨਾ ਨਹੀਂ ਸੁੱਕਦਾ, ਦੁਪਹਿਰੇ ਦਾ ਟਾਈਮ ਆ ਜਾਂਦਾ, ਦੁਪਹਿਰ ਤੋਂ ਬਾਅਦ ਜਦੋਂ ਰਾਤ ਦੀ ਰੋਟੀ ਦਾ ਟਾਈਮ ਆ ਜਾਂਦਾ ਨਾ। ਸੋ ਉੱਥੇ ਬਾਅਦ 'ਚ ਲੜਨ ਦੇ ਨਾਲ ਉਹ ਕੁੜੀ ਆਪਦੇ ਪੇਕੇ ਰਹਿੰਦੀ ਰਹੀ, ਉਹ ਮੁੰਡਾ ਆਪਦੇ ਸਹੁਰੇ ਰਹਿੰਦਾ ਰਿਹਾ, ਮਤਲਬ ਪਰਿਵਾਰ ਕਰੀ ਅਸੀਂ ਅੱਡ ਔਖੇ। ਨਹੀਂ ਇਹੀ ਚੀਜ਼ਾਂ ਆਪਾਂ ਗੱਲ ਕਰ ਰਹੇ ਵੀ ਹਰੇਕ ਚੀਜ਼ ਨਾ ਬੜੀ ਪਾਰਦਰਸ਼ਤਾ ਨਾਲ ਹੋਣੀ ਚਾਹੀਦੀ, ਤੁਸੀਂ ਖੁੱਲ੍ਹ ਕੇ ਗੱਲ ਕਰੋ। ਜਿਵੇਂ ਹੁਣ ਤੁਸੀਂ ਇਹ ਨਾ ਦੇਖੋ ਕਿ ਤੁਹਾਡੇ ਮੁੰਡੇ ਨੂੰ ਇੱਕ ਮਤਲਬ ਇਹ ਚੁਆਇਸ ਹੈ ਕਿ ਬਹੁਤ ਮਾਡਰਨ ਕੁੜੀ ਚਾਹੀਦੀ ਹੈ ਨਾ, ਤੁਸੀਂ ਇਹ ਵੀ ਦੇਖੋ ਵੀ ਪਰਿਵਾਰ ਨਾਲ ਉਹਦਾ ਤਾਲਮੇਲ ਬੈਠ ਸਕਦਾ ਜਾਂ ਨਹੀਂ। ਕਈ ਵਾਰੀ ਕਈ ਲੋਕ ਲਾਲਚ ਕਰ ਲੈਂਦੇ ਆ ਵੀ ਜਿਵੇਂ ਕੁੜੀਆਂ ਦੇ ਭਰਾ ਨਹੀਂ ਹੁੰਦਾ, ਉਹ ਕਹਿਣਗੇ ਵੀ ਜ਼ਮੀਨ ਵਾਲੀ ਕੁੜੀ ਮਿਲ ਗਈ ਚਲੋ ਉੱਥੇ ਵੀ ਅਸੀਂ ਐਡਜਸਟ ਕਰ ਲਾਂਗੇ। ਜਦੋਂ ਐਡਜਸਟਮੈਂਟ ਦਾ ਤਾਂ ਤੁਹਾਨੂੰ ਬਾਅਦ 'ਚੋਂ ਪਤਾ ਲੱਗੂਗਾ ਕਿ ਤੁਹਾਡੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ ਨਾ। ਬਹੁਤ ਸਾਰੇ ਮਤਲਬ ਲੋਕ ਕੁੜੀਆਂ ਨੂੰ ਵੀ ਅੱਜ ਕੱਲ੍ਹ ਪੜ੍ਹਾਉਣ ਲਿਖਾਉਣ ਦਾ ਮਤਲਬ ਇਹੀ ਸਮਝਦੇ ਨੇ ਵੀ ਇਹਨਾਂ ਨੂੰ ਹੋਰ ਕਿਸੇ ਕਾਬਲੀਅਤ ਦੀ ਜ਼ਰੂਰਤ ਨਹੀਂ। ਪਰ ਮੈਨੂੰ ਲੱਗਦਾ ਕਿ ਤੁਹਾਨੂੰ ਜਿੰਨਾ ਚਿਰ ਘਰ ਦਾ ਕੰਮ ਨਹੀਂ ਕਰਨਾ ਆਉਂਦਾ, ਤੁਸੀਂ ਆਪਣੇ ਬੱਚੇ 'ਚ, ਹੁਣ ਮੈਂ ਜੇ ਆਪਣੇ ਬੱਚੇ 'ਚ ਘਰ ਨੂੰ ਸੰਭਾਲਣ ਦਾ ਹੁਨਰ ਨਹੀਂ ਪੈਦਾ ਕरूँ ਤਾਂ ਉਹਦੀ ਪੜ੍ਹਾਈ ਲਿਖਾਈ ਉਹਦੇ ਰਸੋਈ 'ਚ ਤਾਂ ਨਹੀਂ ਕੰਮ ਆਉਣ ਲੱਗੀ ਹੈ ਨਾ। ਹਾਂ ਉਹ ਚੀਜ਼ਾਂ ਨੂੰ ਸਿੱਖਣੀ ਸ਼ਾਇਦ ਉਹ ਛੇਤੀ ਸਿੱਖ ਜੂਗੀ ਹੋਰ ਲੋਕਾਂ ਮੁਕਾਬਲੇ, ਪਰ ਉਹਨੂੰ ਰੋਟੀ ਤਾਂ ਆਪਣੇ ਪਰਿਵਾਰ ਨੂੰ ਬਣਾ ਕੇ ਖਵਾਉਣੀ ਪੈਣੀ ਹੈ। ਕੰਮ ਤਾਂ ਫਿਰ ਵੀ ਮਤਲਬ ਚਲੋ ਬੜੀ ਬਾਤ ਦੀ ਗੱਲ ਆ ਹਨਾ। ਕਈ ਵਾਰੀ ਨਾ ਸਾਨੂੰ ਦੋਨਾਂ ਰਿਸ਼ਤੇਦਾਰੀਆਂ 'ਚ ਬੈਲੈਂਸ ਨਹੀਂ ਬਣਾਉਣਾ ਆਉਂਦਾ ਹੈਗਾ। ਕਈ ਵਾਰੀ ਮੈਂ ਦੇਖਿਆ ਕਈ ਕੁੜੀਆਂ 'ਚ ਤਾਂ ਉਹਨਾਂ ਦਾ ਆਪਦਾ ਪਰਿਵਾਰ ਮਿਲਣ ਆ ਰਿਹਾ ਹਨਾ, ਫਿਰ ਤਾਂ ਉਹ ਬੜੀ ਤਿਆਰੀ ਕਰਨਗੇ, ਰੋਟੀ ਪਾਣੀ ਵੀ ਉਦਣ ਅਚੇਚਾ ਬਣੂਗਾ ਹਨਾ, ਵੀ ਆਹ ਚਾਹੀਦਾ ਕਿਉਂਕਿ ਮੇਰੇ ਪੇਕਿਆਂ ਨੇ ਆਉਣਾ ਜਾਂ ਮੇਰੇ ਪਰਿਵਾਰ 'ਚੋਂ ਕਿਸੇ ਨੇ ਆਉਣਾ ਹਨਾ।
ਤਾਂ ਉਹ ਬੈਲੈਂਸ ਉੱਥੇ ਨਹੀਂ ਆਉਂਦਾ ਜਦੋਂ ਸਹੁਰੇ ਪਰਿਵਾਰ 'ਚੋਂ ਕਿਸੇ ਨੇ ਆਉਣਾ ਹੁੰਦਾ ਹੈ ਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਵਿਆਹ ਚਲੋ ਠੀਕ ਆ, ਕੰਮ ਵੀ ਆਪਾਂ ਕਹਿ ਦਿੰਦੇ ਆ ਵੀ ਬੰਦਾ ਜਿਸ ਮਾਹੌਲ 'ਚ ਜਾਂਦਾ ਹੌਲੀ ਹੌਲੀ ਉਵੇਂ ਦਾ ਢਲ ਜਾਂਦਾ, ਜਾਂ ਆਪਦੇ ਘਰੇ ਜਾ ਕੇ ਹਰ ਬੰਦਾ ਉਹਨਾਂ ਕੰਮ ਕਰਨ ਲੱਗ ਜਾਂਦਾ ਹੈ ਨਾ। ਪਰ ਜਿਹੜੀਆਂ ਚੀਜ਼ਾਂ ਵੱਡੀਆਂ ਬਣਦੀਆਂ ਨੇ ਉਹ ਮੈਨੂੰ ਲੱਗਦਾ ਇਹ ਹੁੰਦਾ ਕਿ ਜਦੋਂ ਤੁਸੀਂ ਰਿਸ਼ਤੇਦਾਰੀਆਂ ਨੂੰ ਬੈਲੈਂਸ ਨਹੀਂ ਕਰਦੇ ਹੈਗੇ ਹੈ ਨਾ। ਸੋ ਜਦੋਂ ਤੁਸੀਂ ਇਹ ਚੀਜ਼ਾਂ ਸ਼ੁਰੂ ਕਰੋਗੇ ਕਿ ਹੁਣ ਮੇਰੇ ਪਰਿਵਾਰ ਨੇ ਆਉਣਾ, ਮੇਰੇ ਮੰਮੀ ਡੈਡੀ ਨੇ ਆਉਣਾ ਤਾਂ ਮੈਂ ਐਵੇਂ ਦੀ ਤਿਆਰੀ ਕਰਾਂ, ਜੇ ਇੱਧਰੋਂ ਸਹੁਰੇ ਪਰਿਵਾਰ 'ਚੋਂ ਕਿਸੇ ਨੇ ਆਉਣਾ ਤਾਂ ਮੈਂ ਐਵੇਂ ਦੀ ਤਿਆਰੀ ਕਰਾਂ ਹੈ ਨਾ। ਜਾਂ ਖਾਣ ਪੀਣ 'ਚ ਵੀ ਛੋਟੀਆਂ ਗੱਲਾਂ ਨੇ, ਖਾਣ ਪੀਣ 'ਚ ਵੀ ਤੁਸੀਂ ਫ਼ਰਕ ਕਰੋ। ਤਾਂ ਓਬਵੀਅਸਲੀ ਜਿਹੜਾ ਤੁਹਾਡਾ ਪਰਿਵਾਰ ਆ ਹੈ ਨਾ, ਸਹੁਰਾ ਪਰਿਵਾਰ ਆ, ਤਾਂ ਉਹ ਤੁਹਾਡੇ ਰਿਸ਼ਤੇਦਾਰਾਂ ਨੂੰ ਕਦੇ ਨਹੀਂ ਚੱਜ ਨਾਲ ਬੁਲਾਊਗਾ ਹੈ ਨਾ। ਜਾਂ ਉਹ ਕਦੇ ਨਹੀਂ ਇਹ ਚਾਹੂਗਾ ਵੀ ਇਹਦੇ ਰਿਸ਼ਤੇਦਾਰ ਸਾਡੇ ਘਰੇ ਆਉਣ, ਜਾਂ ਉਹ ਚੰਗੀ ਤਰ੍ਹਾਂ ਨਾਲ ਸਿੱਧੇ ਮੂੰਹ ਕਦੇ ਉਹਨਾਂ ਦੇ ਨਾਲ ਗੱਲ ਨਹੀਂ ਕਰਨਗੇ। ਸੋ ਮੈਂ ਹਮੇਸ਼ਾ ਆਪਦੇ ਭਾਬੀ ਜੀ ਮਾਸੀ ਦੀ ਨੂੰਹ ਆ ਨਾ, ਅਸੀਂ ਉਹਨਾਂ ਦੀ ਉਦਾਹਰਨ ਦਿੰਦੇ ਹੁੰਦੇ ਹਾਂ ਵੀ ਜਿਵੇਂ ਕਦੇ ਸਾਨੂੰ ਲੱਗਿਆ ਹੀ ਨਹੀਂ ਹੈਗਾ ਵੀ ਉਹਨਾਂ ਦੇ, ਜਿਵੇਂ ਉਹ ਸਾਡੇ ਤੋਂ ਸਾਰਿਆਂ ਤੋਂ ਵੱਡੇ ਵੀ ਨੇ ਭਾਬੀ ਜੀ ਹੈ ਨਾ, ਵੀ ਇਹਨਾਂ ਨੇ ਕਦੇ ਵੀਰੇ ਦੀ ਰਿਸ਼ਤੇਦਾਰੀ 'ਚ ਜਾਂ ਆਪਦੀ ਰਿਸ਼ਤੇਦਾਰੀ 'ਚ ਫ਼ਰਕ ਕੀਤਾ ਹੋਵੇ ਹੈ ਨਾ। ਹਾਂ, ਹੋ ਸਕਦਾ ਥੋੜ੍ਹਾ ਬਹੁਤਾ ਕਿਤੇ ਆਪਾਂ ਨੂੰ ਲੱਗਿਆ ਹੋਵੇ ਵੀ ਹਾਂ ਉਹਨਾਂ ਨੇ ਕਿਤੇ ਵੱਧ ਕਰਤਾ ਕਿਤੇ ਘੱਟ ਕਰਤਾ, ਪਰ ਜਿੱਥੇ ਖੜਨ ਦਾ ਮੌਕਾ ਹੁੰਦਾ ਹੈ ਨਾ, ਚਾਹੇ ਸਾਡਾ ਕੋਈ ਕੰਮ ਸੀਗਾ ਜਾਂ ਨਾਨਕਿਆਂ ਦਾ ਕੋਈ ਵੀ ਕਾਰ ਵਿਹਾਰ ਦਾ ਕੋਈ ਕੰਮ ਹੋਵੇ ਹੈ ਨਾ, ਉਹਨਾਂ ਨੇ ਪੂਰੇ ਟਾਈਮ 'ਤੇ ਸਭ ਤੋਂ ਪਹਿਲਾਂ ਸਭ ਤੋਂ ਮੂਹਰੇ ਜਾ ਕੇ ਖੜੇ ਹੋ ਜਾਣਾ ਵਾ ਹੈ ਨਾ। ਜਾਂ ਕਿਤੇ ਵੀ ਜਦੋਂ ਜਾਣਾ ਆਉਣਾ ਰਿਸ਼ਤੇਦਾਰੀਆਂ 'ਚ ਹੈ ਨਾ, ਜਿਵੇਂ ਆਪਦੇ ਜਾਣਾ ਉਵੇਂ ਹੀ ਉੱਧਰ ਇਹਨਾਂ ਨੇ ਮਤਲਬ ਵੀਰੇ ਵਾਲੇ ਪਾਸੇ ਜਿਵੇਂ ਸਾਡੇ ਵਾਲੇ ਪਾਸੇ ਆਉਂਦੇ ਨੇਗੇ ਉਹ। ਸੋ ਉਹਨਾਂ ਦੇ ਨਾਲ ਸਾਨੂੰ ਕਦੇ ਲੱਗਿਆ ਹੀ ਨਹੀਂ ਵੀ ਸਾਡੀ ਭਾਬੀ ਆਉਣ ਦੇ ਨਾਲ ਸਾਡਾ ਵੀਰਾ ਬਦਲ ਗਿਆ ਜਾਂ ਰਿਸ਼ਤੇਦਾਰੀਆਂ 'ਚ ਫ਼ਰਕ ਪੈ ਗਿਆ ਹੈ ਨਾ, ਜਾਂ ਕੁਛ ਵੀ ਆ। ਸੋ ਜਦੋਂ ਫਿਰ ਉਹ ਆਪਦੇ ਪੇਕੇ ਪਰਿਵਾਰ 'ਚ ਵੀ ਜਾਂਦੇ ਨੇ ਤਾਂ ਉਹ ਵੀ ਮਤਲਬ ਸਾਨੂੰ ਕਦੇ ਐਂ ਲੱਗਿਆ ਹੀ ਨਹੀਂ ਹੈਗਾ ਵੀ ਭਾਬੀ ਉੱਧਰ ਗਏ ਹੋਏ ਨੇ। ਕਿਉਂ? ਕਿਉਂਕਿ ਉਹ ਸਾਨੂੰ ਵੀ ਉਨੀ ਹੀ ਤਵੱਜੋ ਦਿੰਦੇ ਨੇਗੇ ਹੈ ਨਾ। ਆਪਾਂ ਕਰਦੇ ਵੀ ਜਦੋਂ ਕੁੜੀ ਵੇਖਣ ਜਾਂਦੇ ਨੇ ਜ਼ਿਆਦਾ ਪਰਿਵਾਰ ਹੈ ਨਾ, ਇਹੀ ਕਹਿੰਦੇ ਹੁੰਦੇ ਵੀ ਸਾਡੇ ਪਰਿਵਾਰ ਦੀ ਇੱਜ਼ਤ ਕਰੇ, ਸਾਡਾ ਘਰ ਸੰਭਾਲ ਲਵੇ। ਮੈਨੂੰ ਲੱਗਦਾ ਵੀ ਮੁੰਡੇ ਨੂੰ ਵਿਆਹੁਣ ਵੇਲੇ ਮਾਪਿਓ ਇਹ ਚੀਜ਼ਾਂ ਨਹੀਂ ਉਹਨੂੰ ਸਮਝਾਉਂਦੇ ਵੀ ਤੂੰ ਵੀ ਇੱਕ ਨਵੇਂ ਪਰਿਵਾਰ ਨਾਲ ਜੁੜ ਰਿਹਾ। ਮਤਲਬ ਜੇ ਤੂੰ ਉਮੀਦ ਕਰਦਾ ਕਿ ਕੁੜੀ ਤੇਰੇ ਮਾਪਿਓ ਦੀ ਇੱਜ਼ਤ ਕਰੇ ਤਾਂ ਤੈਨੂੰ ਬਰਾਬਰ ਹੀ ਇੱਜ਼ਤ ਕਰਨੀ ਪਊ ਹੈ ਨਾ। ਜਿਵੇਂ ਆਪਾਂ ਤੁਸੀਂ ਹੁਣ ਮੈਂ ਹੈ ਨਾ, ਆਪਾਂ ਕਹਿ ਦਿੰਦੇ ਹਾਂ ਵੀ ਜਦੋਂ ਮੇਰੇ ਕੋਈ ਵੀ ਪੇਕਿਓਂ ਆਵੇ ਤਾਂ ਸਾਰੇ ਘਰ ਦੇ ਉਵੇਂ ਹੀ ਚਾਹ ਕਰਨ ਹੈ ਨਾ। ਉਹੀ ਚੀਜ਼ ਸਾਡੇ ਨਾਲ ਵਾਪਰਨੀ ਚਾਹੀਦੀ। ਜੇ ਸਾਨੂੰ ਉਮੀਦ ਆ ਤਾਂ ਅਸੀਂ ਵੀ ਜਦੋਂ ਮੁੰਡੇ ਨੂੰ ਵੀ ਲੱਗੇ ਵੀ ਜਦੋਂ ਉਹਦੇ ਪਰਿਵਾਰ 'ਚ ਕੋਈ ਆਇਆ ਤਾਂ ਅਸੀਂ ਵੀ ਓਨਾ ਹੀ ਚਾਹ ਕਰ ਰਹੇ ਹੈ ਨਾ। ਸਭ ਤੋਂ ਵੱਡੀ ਚੀਜ਼ ਮੈਨੂੰ ਤਾਂ ਨਾ ਇਹੀ ਦੁਖਦੀ ਹੁੰਦੀ ਹੈ ਵੀ ਜਦੋਂ ਅਸੀਂ ਉਹਨਾਂ ਦੇ ਮਤਲਬ ਕਈ ਵਾਰੀ ਔਗਣਾਂ 'ਤੇ ਪਰਦੇ ਪਾ ਦਿੰਦੇ ਹਾਂ, ਚਾਹੇ ਉਹ ਸਾਡੀ ਕੁੜੀ ਆ, ਅਸੀਂ ਉਹਨੂੰ ਵੀ ਵਧਾ ਚੜ੍ਹਾ ਕੇ ਦੱਸਦੇ ਹਾਂ ਵੀ ਇਹ ਤਾਂ ਆ ਵੀ ਕਰ ਲੂਗੀ, ਇਹ ਤਾਂ ਐਵੇਂ ਵੀ ਕਰ ਲੂ, ਇਹ ਤਾਂ ਹਰੇਕ ਚੀਜ਼ 'ਚ ਐਡਜਸਟ ਕਰ ਲੂ। ਅਸੀਂ ਮੁੰਡੇ ਬਾਰੇ ਵੀ, ਪਰ ਮੈਨੂੰ ਤਾਂ ਲੱਗਦਾ ਕਿ ਸਭ ਤੋਂ ਪਹਿਲਾਂ ਤਾਲਮੇਲ ਮੁੰਡਾ ਅਤੇ ਕੁੜੀ ਦਾ ਹੀ ਵੇਖਣਾ ਚਾਹੀਦਾ ਸਾਨੂੰ। ਕਿ ਉਹ ਕਈ ਲੋਕਾਂ ਨੂੰ ਸੁਹੱਪਣ ਬਹੁਤ ਜ਼ਿਆਦਾ ਪਸੰਦ ਹੁੰਦਾ ਵੀ ਕੁੜੀ ਸੋਹਣੀ ਬਹੁਤ ਹੋਵੇ ਨਾ, ਕਈਆਂ ਨੂੰ ਉਹਦਾ ਪੜ੍ਹਿਆ ਲਿਖਿਆ ਹੋਣਾ ਬਹੁਤ ਪਸੰਦ ਹੁੰਦਾ, ਜਾਂ ਕਈਆਂ ਨੂੰ ਇਹ ਲੱਗਦਾ ਹੁੰਦਾ ਕਿ ਦੋਨੋਂ ਨੌਕਰੀ ਕਰਦੇ ਆ ਤਾਂ ਮਤਲਬ ਉਹ ਚੀਜ਼ ਜ਼ਿਆਦਾ ਸਹੀ ਆ। ਪਰ ਮੈਨੂੰ ਤਾਂ ਲੱਗਦਾ ਕਿ ਪਹਿਲਾਂ ਦੋਵਾਂ ਦਾ ਸੁਭਾਅ ਅਤੇ ਦੋਵਾਂ ਦੇ ਪਰਿਵਾਰ ਵੇਖਣੇ ਚਾਹੀਦੇ ਨੇ ਹੈ ਨਾ। ਬਹੁਤ ਸਾਰੇ ਲੋਕਾਂ ਨੂੰ ਤੁਸੀਂ ਉਦਾਹਰਨ ਦਿੰਦੇ ਦੇਖਿਆ ਵੀ ਇਹ ਲਾਣੇ ਵਾਲੇ ਲੋਕ ਨੇ, ਇਹ ਵੱਡੇ ਪਰਿਵਾਰ 'ਚੋਂ ਆਏ ਹੋਏ ਲੋਕ ਨੇ ਤਾਂ ਸ਼ਾਇਦ ਇਹ ਜ਼ਿਆਦਾ ਐਡਜਸਟ ਕਰ ਲੈਂਦੇ ਨੇ ਹੈ ਨਾ। ਇੱਕ ਜਗ੍ਹਾ 'ਤੇ ਨਾ ਮੈਂ ਇੱਕ ਬੱਚਿਆਂ ਨੂੰ ਕੁਐਸਚਨ ਕੀਤਾ ਸੀਗਾ ਨਾ, ਪੋਸਟ ਗ੍ਰੈਜੂਏਸ਼ਨ ਦੇ ਬੱਚੇ ਸੀ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਤੁਹਾਡੇ 'ਚੋਂ ਕਿੰਨੇ ਚਾਹੁੰਦੇ ਨੇ, ਮੇਲ ਸੀਗੇ ਸਾਰੇ ਉਹ, ਵੀ ਤੁਹਾਨੂੰ ਕੰਮ ਵਾਲੀਆਂ ਘਰ ਵਾਲੀਆਂ ਮਿਲਣ, ਮਤਲਬ ਕੰਮ ਕਾਜੀ ਹੈ ਨਾ। ਤਾਂ ਉਹਨਾਂ 'ਚੋਂ 90 ਮੁੰਡਿਆਂ ਦੇ ਹੱਥ ਖੜੇ ਸੀਗੇ ਵੀ ਸਾਨੂੰ ਨੌਕਰੀ ਵਾਲੀਆਂ ਘਰ ਵਾਲੀਆਂ ਚਾਹੀਦੀਆਂ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਘਰ ਦਾ ਕੰਮ ਕਿੰਨਿਆਂ ਨੂੰ ਕਰਨਾ ਆਉਂਦਾ ਹੈ ਨਾ। ਤਾਂ ਉਹਨਾਂ 'ਚੋਂ ਮੈਨੂੰ ਲੱਗਦਾ 5 ਦਾ ਵੀ ਹੱਥ ਨਹੀਂ ਸੀ ਖੜਾ ਵੀ ਮੈਨੂੰ ਘਰ 'ਚ ਕੋਈ ਕੰਮ ਕਰਨਾ ਆਉਂਦਾ। ਰੋਟੀ ਪਾਣੀ ਤੋਂ ਬਹੁਤ ਦੂਰ ਦੀ ਗੱਲ ਵੀ ਮੈਂ ਜਿਵੇਂ ਤੁਸੀਂ ਕਿਹਾ ਤੌਲੀਆ ਵੀ ਚੁੱਕ ਕੇ ਸੁੱਕੜਾ ਨਹੀਂ ਪਾਉਂਦੇ ਮੁੰਡੇ ਹੈ ਨਾ। ਤਾਂ ਉਹ ਵੀ ਚੀਜ਼ ਤੁਹਾਨੂੰ ਦੇਖਣੀ ਚਾਹੀਦੀ ਹੈ ਵੀ ਜੇ ਤੁਹਾਡਾ ਮੁੰਡਾ ਕੰਮਕਾਜੀ ਨੂੰ ਲੈ ਕੇ ਆਉਣ ਦੀ ਇੱਛਾ ਰੱਖਦਾ ਹੈ ਤਾਂ ਤੁਸੀਂ ਉਹਨੂੰ ਉਨਾ ਕੁ ਤਾਲਮੇਲ ਜਾਂ ਉਨਾ ਕੁ ਕੰਮਕਾਜ ਸਿਖਾ ਰਹੇ ਹੋ ਵੀ ਕੱਲ੍ਹ ਨੂੰ ਉਹ ਬਾਹਰੋਂ ਆਊਗੀ ਤਾਂ ਉਹਦੇ ਨਾਲ ਰਸੋਈ 'ਚ ਵੀ ਮਦਦ ਕਰੂਗਾ ਜਾ ਕੇ। ਇਹ ਮੁੰਡੇ ਨੂੰ ਖੁਦ ਵੀ ਪਤਾ ਹੋਣਾ ਚਾਹੀਦਾ। ਆਪਾਂ ਦੇਖਦੇ ਹਾਂ ਵੀ ਹੁਣ ਛੋਟੇ ਨਿਆਣਿਆਂ ਨੂੰ ਆਪਾਂ ਸਿਖਾਉਂਦੇ ਹਾਂ ਵੀ ਅਸੀਂ ਰੋਟੀ ਆ ਕੇ ਭਾਂਡੇ ਰਸੋਈ 'ਚ ਰੱਖੋ। ਕਈ ਵਾਰ ਤੁਸੀਂ ਹੈ ਨਾ 40 ਸਾਲ ਦੇ ਬੰਦੇ ਮੂਹਰੋਂ ਪਲੇਟ ਚੱਕਦੇ ਹੁੰਦੇ ਹੋ। ਸਹੀ ਗੱਲ ਹੈ ਨਾ। ਕਿਉਂ? ਕਿਉਂਕਿ ਸਾਨੂੰ ਉਹਨਾਂ ਚੀਜ਼ਾਂ ਦੀ ਸਮਝ ਹੀ ਹੈ ਨਹੀਂ ਵੀ ਇੱਕ ਬੰਦਾ ਮੇਰੇ ਵਾਂਗੂ ਉਹ ਵੀ ਕੰਮ ਕਰਕੇ ਬਾਹਰੋਂ ਆਇਆ, ਉਹ ਵੀ ਓਨਾ ਹੀ ਥੱਕਿਆ ਹੋਇਆ, ਪਰ ਬਾਵਜੂਦ ਇਸ ਦੇ ਕਿ ਤੁਸੀਂ ਆਪਦੇ ਕੰਮ ਤੋਂ ਆ ਕੇ ਸਿੱਧਾ ਬੈੱਡ 'ਤੇ ਬੈਠ ਗਏ, ਪਰ ਉਹ ਸਿੱਧਾ ਕਿਚਨ 'ਚ ਗਿਆ, ਖਾਣਾ ਪੀਣਾ ਚਲੋ ਸਾਰਿਆਂ ਲਈ ਤਿਆਰ ਕੀਤਾ ਜਾਂ ਤਿਆਰ ਕੀਤਾ ਹੋਇਆ ਸਾਰਿਆਂ ਨੂੰ ਸਰਵ ਹੀ ਕਰਤਾ ਹੈ ਨਾ। ਜਾਂ ਉਹ ਬੱਚਾ ਵੀ ਦੇਖ ਰਿਹਾ, ਤੁਸੀਂ ਇੰਨੀ ਵੀ ਜ਼ਿੰਮੇਵਾਰੀ ਨੇ ਮਤਲਬ ਬੜੀਆਂ ਛੋਟੀਆਂ ਬੇਸਿਕ ਦੀਆਂ ਚੀਜ਼ਾਂ ਨੇਗੀਆਂ ਵੀ ਸਾਨੂੰ ਆਪਦੇ ਕੰਮ ਦੀ ਆਦਤ ਖੁਦ ਨੂੰ ਹੋਣੀ ਚਾਹੀਦੀ ਆ। ਵੀ ਤੁਸੀਂ ਆਪਣੀ ਰੋਟੀ ਖਾਧੀ ਹੈ ਤਾਂ ਤੁਸੀਂ ਘੱਟੋ ਘੱਟ ਆਪਦੀ ਪਲੇਟ ਚੱਕ ਕੇ ਰੱਖ ਦਿਓ।
ਕੱਪੜੇ ਧੋ ਕੇ ਅਗਲੇ ਨੇ ਤੈਅ ਕਰਕੇ ਰੱਖਤੇ, ਤੁਸੀਂ ਆਪਦੀਆਂ ਅਲਮਾਰੀਆਂ ਦੇ ਵਿੱਚ ਟਿਕਾ ਲਵੋ, ਹੈ ਨਾ। ਜੇ ਕਿਸੇ ਨੇ ਸਫਾਈ ਕੀਤੀ ਤੇ ਘੱਟੋ ਘੱਟ ਤੁਸੀਂ ਉਸ ਸਫਾਈ ਨੂੰ ਹਫਤਾ ਮੇਨਟੇਨ ਰੱਖੋ, ਕਿਉਂਕਿ ਤੁਹਾਨੂੰ ਪਤਾ ਵੀ ਦੂਜੇ ਬੰਦੇ ਕੋਲੇ ਵੀ ਉਨਾ ਸਮਾਂ ਨਹੀਂ ਹੈਗਾ, ਕਿਉਂਕਿ ਉਹਨੂੰ ਵੀ ਆਪਾਂ ਨੂੰ ਸਾਰਿਆਂ ਨੂੰ ਇੱਕੋ ਹੀ ਛੁੱਟੀ ਹੁੰਦੀ ਆ। ਆਪਾਂ ਮੋਸਟਲੀ ਸੈਟਰਡੇ ਨੂੰ ਜਾਂ ਸੰਡੇ ਨੂੰ ਘਰਾਂ ਦੇ ਬਾਥਰੂਮ ਹੋ ਗਏ ਜਾਂ ਚਾਦਰਾਂ ਹੋ ਗਈਆਂ, ਜਿੰਨੀ ਵੀ ਡੀਪ ਕਲੀਨਿੰਗ ਆਪਾਂ ਕਹਿ ਸਕਦੇ ਹਾਂ, ਹੈ ਨਾ, ਵੀ ਜਿੰਨੀ ਵੀ ਕਰਨੀ ਹੁੰਦੀ ਆਪਾਂ ਛੁੱਟੀ 'ਤੇ ਹੀ ਕਰਦੇ ਹਾਂ ਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਘਰਾਂ ਦੇ ਵਿੱਚ ਵੀ ਉਹ ਸਾਰੀਆਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਵਾ ਵੀ ਇਹ ਜਿਹੜੀ ਸਫਾਈ ਸਾਨੂੰ ਅੱਜ ਦਿਸ ਰਹੀ ਆ, ਇਹਨੂੰ ਸਫਾਈ ਨੂੰ ਕਰਨ ਦੇ ਲਈ ਮਤਲਬ ਹਫਤੇ ਬਾਅਦ ਇੱਕ ਦਿਨ ਮਿਲਣਾ ਆ, ਤੇ ਉਹ ਬੰਦੇ ਕੋਲੇ ਉਹ ਦਿਨ ਹੁੰਦਾ ਜਦੋਂ ਨੇ ਆਰਾਮ ਵੀ ਕਰਨਾ, ਜਦੋਂ ਨੇ ਕੰਮ ਵੀ ਕਰਨਾ, ਹੈ ਨਾ। ਛੋਟੇ ਛੋਟੇ ਕੰਮਾਂ ਦੀ ਆਦਤ ਸਾਨੂੰ ਖੁਦ ਨੂੰ ਵੀ ਹੋਣੀ ਚਾਹੀਦੀ ਆ। ਕਦੇ ਕਦੇ ਮੈਨੂੰ ਲੱਗਦਾ ਹੁੰਦਾ ਘਰ ਦੇ ਮੇਲ ਮੈਂਬਰਾਂ ਨੂੰ ਵੀ ਕੁਕਿੰਗ ਕਰਨੀ ਆਉਣੀ ਚਾਹੀਦੀ ਆ, ਹੈ ਨਾ, ਤਾਂ ਕਿ ਜਿਹੜੀਆਂ ਜਿਵੇਂ ਸੁਲਤਾਨਾ ਬੇਗਮ ਕਹਿੰਦੇ ਹੁੰਦੇ ਆ ਵੀ ਜਦੋਂ ਇਹਨਾਂ ਨੂੰ ਛੁੱਟੀ ਹੁੰਦੀ ਆ ਅਸੀਂ ਉਦੋਂ ਕੁਛ ਨਹੀਂ ਬਣਾਉਂਦੇ, ਸਹੀ, ਕਿਉਂਕਿ ਸਾਨੂੰ ਵੀ ਕਿਚਨ ਤੋਂ ਛੁੱਟੀ ਚਾਹੀਦੀ ਆ ਨਾ। ਤਾਂ ਮੈਨੂੰ ਲੱਗਦਾ ਹੁੰਦਾ ਕਿ ਚਲੋ ਛੁੱਟੀ ਨਾ ਸੀ, ਪਰ ਕਦੇ ਕਦੇ ਫॉर ਅ ਚੇਂਜ ਤੁਸੀਂ ਕਹਿ ਲਓ ਵੀ ਘਰ ਦੇ ਮੇਲ ਮੈਂਬਰਾਂ ਨੂੰ ਵੀ ਖਾਣਾ ਬਣਾਉਣਾ ਆਉਣਾ ਚਾਹੀਦਾ। ਆਪਾਂ ਇਹ ਨਾ ਦੇਖੋ ਵੀ ਇਹਦੀ ਉਮਰ ਹੋ ਗਈ ਤੇ ਇਹਨੂੰ ਵਿਆਹ ਦਿਓ, ਹੈ ਨਾ। ਸੋ ਅੱਜ ਕੱਲ੍ਹ ਰਿਲੇਸ਼ਨਸ਼ਿਪ ਨਾ ਟਿਕਣ ਦਾ ਵੀ ਕਾਰਨ ਭੈਣੇ ਇਹੀ ਆ ਵੀ ਕਈ ਹੁਣ ਛੋਟੀ ਛੋਟੀ ਚੀਜ਼ਾਂ 'ਤੇ ਲੜਾਈ ਹੋ ਜਾਂਦੀ। ਜਿਹੜਾ ਤਾਂ ਬੰਦਾ ਸਾਰਾ ਦਿਨ ਕਰਿਆ ਸ਼ਾਇਦ ਉਹਨੂੰ ਸ਼ਾਇਦ ਨਾ ਇੰਨੀ ਵੱਡੀ ਗੱਲ ਲੱਗੇ ਵੀ ਇਹਦੇ 'ਚ ਕੀ ਆ, ਚੱਕ ਕੇ ਤੁਸੀਂ ਰੱਖ ਦਿਓ, ਹੈ ਨਾ। ਪਰ ਜਦੋਂ ਬੰਦਾ ਬਾਹਰੋਂ ਕੰਮ ਕਰਕੇ ਆ ਰਿਹਾ, ਉਹ ਵੀ ਪਤਾ ਨਹੀਂ ਕਿਸ ਗੱਲ ਤੋਂ ਖਿਜਿਆ ਖਜਾਇਆ, ਬਾਹਰ ਉਹਦਾ ਦਿਨ ਪਤਾ ਨਹੀਂ ਕਿਵੇਂ ਰਿਹਾ ਕਿਵੇਂ ਨਹੀਂ ਰਿਹਾ, ਹੈ ਨਾ, ਜਦੋਂ ਘਰੇ ਆ ਕੇ ਉਹ ਦੇਖਦਾ ਵੀ ਆਹ ਵੀ ਚੀਜ਼ ਪਈ, ਆਹ ਵੀ ਚੀਜ਼ ਪਈ, ਫਿਰ ਤੁਹਾਡਾ ਮਨ ਖਿਜਣ ਲੱਗ ਜਾਂਦਾ। ਸੋ ਮੈਨੂੰ ਲੱਗਦਾ ਕਿ ਆਪਾਂ ਅੱਜ ਕੱਲ੍ਹ ਮੁੰਡੇ ਪਸੰਦ ਕਰਦੇ ਨੇ ਵੀ ਉਹਨਾਂ ਦੀਆਂ ਘਰ ਵਾਲੀਆਂ ਕਮਾਉਣ ਵਾਲੀਆਂ ਹੋਣ, ਪੜ੍ਹੀਆਂ ਲਿਖੀਆਂ ਹੋਣ, ਪਰ ਅਸੀਂ ਆਪਦੇ ਆਪ ਨੂੰ ਉਹਨਾਂ ਮੁਤਾਬਿਕ ਢਾਲਣਾ ਜ਼ਰੂਰੀ ਨਹੀਂ ਸਮਝਦੇ ਹੈਗੇ, ਹੈ ਨਾ। ਜਾਂ ਕੁੜੀਆਂ ਦੇ ਲਈ ਅਸੀਂ ਇਹ ਚਾਹੁੰਦੇ ਹਾਂ ਵੀ ਅਸੀਂ ਇਹਨੂੰ ਘਰ ਉੱਦਾਂ ਦਾ ਲੱਭ ਕੇ ਦਈਏ ਵੀ ਇਹਨੂੰ ਵਿੱਤੀ ਤੌਰ 'ਤੇ ਕੋਈ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ, ਆਰਥਿਕ ਤੌਰ 'ਤੇ ਇਹ ਖੁਸ਼ਹਾਲ ਰਹਿਣ, ਘਰ ਵੱਡੇ ਹੋਣ। ਪਰ ਅਸੀਂ ਕੁੜੀਆਂ ਨੂੰ ਇਹ ਸਮਝਾ ਕੇ ਨਹੀਂ ਤੋਰਦੇ ਘਰ ਤਾਂ ਅਸੀਂ ਤੇਰੇ ਲਈ ਵੱਡਾ ਲੱਭਤਾ, ਪਰ ਹੁਣ ਇਹਨੂੰ ਸਾਂਭਣ ਦੀ ਜ਼ਿੰਮੇਵਾਰੀ ਸਹੀ ਗੱਲ ਆ, ਤੈਨੂੰ ਉਸ ਘਰ ਨੂੰ ਸੰਭਾਲਣਾ ਆਉਣਾ ਚਾਹੀਦਾ। ਆਪਾਂ ਗੁਰਦੀਪ ਦੇਖੋ ਜਦੋਂ 22-23 ਸਾਲ ਦਾ ਬੱਚਾ ਹੋ ਜਾਂਦਾ ਨਾ, ਆਪਾਂ ਸਾਲ 2 ਰਿਸ਼ਤੇ ਲੱਭਣ ਤੇ ਵੀ ਲਾਉਂਦੇ ਆ, ਚਲੋ ਕਈਆਂ ਦਾ ਵਿਆਹ ਉਸ ਤੋਂ ਪਹਿਲਾਂ ਵੀ। ਮੈਂ ਕਹਿੰਦੀ ਵੀ 1 ਸਾਲ 2 ਸਾਲ ਤੁਸੀਂ ਹੋਰ ਖਲੋ ਜਾਓ ਬੇਸ਼ੱਕ, ਹੈ ਨਾ, ਪਰ ਸੱਚੀ ਤੁਹਾਨੂੰ ਇਸ ਰਿਸ਼ਤੇ ਨੂੰ ਕਦੀ ਝੂਠ ਬੋਲ ਕੇ ਨਹੀਂ ਸ਼ੁਰੂ ਕਰਨਾ ਚਾਹੀਦਾ। ਤੁਸੀਂ ਚਾਹ ਕੇ ਵੀ ਚੀਜ਼ਾਂ ਨੂੰ ਬਾਅਦ ਚੋਂ ਲੁਕੋ ਨਹੀਂ ਸਕਦੇ। ਤੇ ਮੁੰਡੇ ਲਈ ਇਹ ਚੀਜ਼ ਜ਼ਰੂਰੀ ਹੋਣੀ ਚਾਹੀਦੀ ਹੈ ਵੀ ਜੇ ਤੂੰ ਸਮੇਂ ਦੇ ਹਿਸਾਬ ਨਾਲ ਬਦਲ ਰਿਹਾ, ਤੈਨੂੰ ਸੱਚੀ ਕੰਮਕਾਜੀ ਕੁੜੀ ਚਾਹੀਦੀ ਹੈ, ਤਾਂ ਤੈਨੂੰ ਇਹ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਦੋਨਾਂ ਦੇ ਤਾਲਮੇਲ ਨਾਲ ਹੀ ਘਰ ਚੱਲੂਗਾ। ਜਦੋਂ ਉਹ ਥੱਕ ਕੇ ਆਊਗੀ ਤਾਂ ਕੰਮ ਵੀ ਤੁਹਾਨੂੰ ਦੋਵਾਂ ਨੂੰ ਕਰਨਾ ਪੈਣਾ। ਕੱਲ੍ਹ ਨੂੰ ਬੱਚੇ ਹੋਣਗੇ ਤਾਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਤੁਸੀਂ ਵੰਡ ਕੇ ਹੀ ਨਿਭਾ ਸਕਦੇ ਹੋ, ਕਿਉਂਕਿ ਹੁਣ ਉਹ ਸਮਾਂ ਨਹੀਂ ਹੈਗਾ ਕਿ ਕੋਈ ਵੀ ਕਿਸੇ ਰਿਸ਼ਤੇ 'ਚ ਦੱਬ ਘੁੱਟ ਕੇ ਸਮਾਂ ਕੱਢ ਲੂਗਾ। ਨਾ ਇੰਨੇ ਵੱਡੇ ਪਰਿਵਾਰ ਨੇ ਵੀ ਚਲੋ ਜੇ ਘਰ ਵਾਲਾ ਨਹੀਂ ਕਰ ਰਿਹਾ ਤਾਂ ਤੁਸੀਂ ਆਪਣੀ ਸੱਸ ਨੂੰ ਕਹਿ ਦਿਓ ਜਾਂ ਕਿਸੇ ਤੀਜੇ ਨੂੰ ਕਹਿ ਦੋਗੇ ਵੀ ਤੁਹਾਡੇ ਆਉਂਦਿਆਂ ਨੂੰ ਘਰੇ ਹੋਇਆ ਪਿਆ ਹੋ। ਤੇ ਕੁੜੀਆਂ ਵੀ ਬਹੁਤ ਵੱਡੀਆਂ ਕਈ ਕੁੜੀਆਂ ਗਲਤੀਆਂ ਕਰਦੀਆਂ ਨੇ, ਜਿਵੇਂ ਤੁਸੀਂ ਕਿਹਾ ਕਿ ਕਈ ਵਾਰੀ ਆਪਾਂ ਜੇ ਕੁੜੀ ਦੇ ਪਿਓ ਨੂੰ 5 ਕਿੱਲੇ ਆਉਂਦੀ ਆ ਜ਼ਮੀਨ ਜਾਂ ਉਹਦੇ ਕੋਲ ਇੰਨੀ ਕੁ ਹੈਸੀਅਤ ਆ, ਤਾਂ ਉਹ ਕਹਿੰਦਾ ਵੀ 10 ਕਿੱਲੇ ਵਾਲੇ ਨੂੰ ਮੈਂ ਹੱਥ ਪਾ ਲਾਂ, ਹੈ ਨਾ। ਉੱਥੇ ਇੱਕ ਵਾਰ ਤਾਂ ਤੁਸੀਂ ਚੀਜ਼ਾਂ ਮੈਨੇਜ ਕਰ ਲੈਂਦੇ ਹੋ ਕਿ ਚਲੋ ਤੁਸੀਂ ਕਰਜ਼ਾ ਚੁੱਕ ਕੇ ਵਿਆਹ ਕਰ ਲਓਗੇ, 4 ਚੀਜ਼ਾਂ ਵੱਧ ਦੇ ਦੋਗੇ, ਹੈ ਨਾ, ਪਰ ਉਸ ਤੋਂ ਬਾਅਦ ਤੁਸੀਂ ਸਾਰੀ ਉਮਰ ਉਸ ਪਰਿਵਾਰ ਦਾ ਮੁਕਾਬਲਾ ਨਹੀਂ ਕਰ ਸਕਦੇ। ਮੈਂ ਹਮੇਸ਼ਾ ਇਹੀ ਕਹਿੰਦੀ ਹੁੰਦੀ ਆ ਵੀ ਦੇਣ ਲੈਣ ਸਿਰਫ ਇੱਕ ਵਾਰ ਦਾ ਨਹੀਂ ਹੁੰਦਾ, ਤੁਸੀਂ ਕਿੱਥੇ ਨਹੀਂ ਜਾ ਕੇ ਖੜੋਗੇ। ਮੰਨ ਲਓ ਤੁਸੀਂ ਹੁਣ ਦੀਵਾਲੀ ਵਾਲੇ ਦਿਨ ਹੀ ਅਗਲੇ ਆਪਦੀ ਕੁੜੀ ਦੇ ਘਰ ਜਾ ਰਹੇ ਹੋ ਨਾ, ਤੁਸੀਂ 1000 ਰੁਪਏ ਤੋਂ ਘੱਟ ਤੁਸੀਂ ਜਾ ਹੀ ਨਹੀਂ ਸਕਦੇ, ਹੈ ਨਾ। ਮਤਲਬ ਉੱਥੇ ਹੋ ਗਿਆ, ਫਿਰ ਤੁਹਾਡੇ ਸੌਣ ਦਾ ਸੰਧਾਰਾ ਹੋ ਗਿਆ, ਫਿਰ ਤੁਹਾਡਾ ਦੀਵਾਲੀ ਦੁਸਹਿਰਾ ਵਿੱਚ ਆ ਗਿਆ, ਫਿਰ ਤੁਹਾਡੀ ਲੋਹੜੀ ਆ ਗਈ, ਹੈ ਨਾ। ਫਿਰ ਕਈਆਂ ਦੇ ਹੋਰ ਵੀ ਕਈ ਤਰ੍ਹਾਂ ਦੇ ਰਿਵਾਜ ਹੁੰਦੇ ਨੇਗੇ। ਸੋ ਹਮੇਸ਼ਾ ਆਪਦੇ ਬਰੋਬਰ ਵਾਲਿਆਂ ਦੇ ਨਾਲ ਹੀ ਮੱਥਾ ਲਾਓ, ਰਿਸ਼ਤਾ ਕਰੋ, ਬਿਲਕੁਲ। ਤੇ ਦੂਸਰੀ ਗੱਲ ਹੈ ਵੀ ਜਦੋਂ ਤੁਸੀਂ ਘਰ ਵੱਡਾ ਲੱਭਦੇ ਹੋ ਉਹਨਾਂ ਦੇ ਭੈਣੇ ਤੌਰ ਤਰੀਕੇ ਵੀ ਥੋੜੇ ਅਲੱਗ ਹੁੰਦੇ ਨੇ, ਹੈ ਨਾ। ਫਿਰ ਸਾਨੂੰ ਲੱਗਦਾ ਵਾ ਵੀ ਸਾਡੇ ਤਾਂ ਪਿੱਛੇ ਆਏ ਨਹੀਂ ਸੀਗਾ, ਸਾਡੇ ਤਾਂ ਪਿੱਛੇ ਇੰਨਾ ਕਰਦੇ ਹੀ ਨਹੀਂ ਹੈਗੇ ਨਾ। ਸੋ ਤੁਹਾਡੇ ਨਹੀਂ ਕਰਦੇ ਕਿਉਂਕਿ ਤੁਹਾਡੇ ਉਨਾ ਕੁ ਤੁਹਾਡਾ ਸਰਕਲ ਜਾਂ ਤੁਹਾਡਾ ਲਾਈਫ ਸਟਾਈਲ ਉਵੇਂ ਦਾ ਸੀਗਾ ਜਿਵੇਂ ਦਾ ਤੁਸੀਂ ਅਫੋਰਡ ਕਰਦੇ ਹੋ। ਹੁਣ ਗਾਹਾਂ ਵਾਲੇ ਜਿਹੜੇ 5 ਕਿੱਲੇ ਤੇ 20 ਕਿੱਲੇ ਵਾਲੇ ਦਾ ਫਰਕ ਹੁੰਦਾ। ਮੈਂ ਨਹੀਂ ਕਹਿੰਦੀ ਕੋਈ ਵੱਡਾ ਛੋਟਾ ਹੁੰਦਾ ਵਾ, ਪਰ ਇਹ ਕੁਦਰਤੀ ਹੋਈ ਹੁੰਦਾ ਵਾ, ਹੈ ਨਾ। ਜੇ ਆਪਾਂ ਕਹੀਏ ਤਾਂ ਫਿਰ ਉੱਥੇ ਜਾ ਕੇ ਵੀ ਆਪਣਾ ਬਹੁਤ ਵੱਡਾ ਕਲੈਸ਼ ਹੋਣਾ ਸ਼ੁਰੂ ਹੋ ਜਾਂਦਾ ਵਾ ਵੀ ਕੁੜੀਆਂ ਨੂੰ ਥੋੜਾ ਜਿਹਾ ਹੋਣ ਲੱਗ ਜਾਂਦਾ ਵੀ ਮੇਰੇ ਮੰਮੀ ਡੈਡੀ ਨੇ ਆਉਣਾ, ਜਾਂ ਫਿਰ ਕਈ ਵਾਰ ਸੱਚੀ ਕੁੜੀਆਂ ਹੀ ਪਿੱਛੇ ਤੰਗ ਕਰਦੀਆਂ ਨੇ ਵੀ ਇਹਨਾਂ ਦੇ ਤਾਂ ਆਏ ਦਿੰਦੇ ਲੈਂਦੇ ਨੇ, ਮੈਨੂੰ ਆਹ ਦੋ, ਹੈ ਨਾ, ਮਜਬੂਰੀ ਬਣ ਜਾਂਦੀ ਹੈ, ਆਏ ਦਿੰਦੇ ਲੈਂਦੇ ਨੇਗੇ। ਸੋ ਉੱਥੇ ਫਿਰ ਪੇਰੈਂਟਸ ਨੂੰ ਆਉਂਦਾ ਵਾ ਵੀ ਸਾਡਾ ਤਾਂ ਕੁੜੀ ਨੂੰ ਵਿਆਹ ਕੇ ਲੱਕ ਟੁੱਟ ਗਿਆ ਨਾ। ਉੱਥੇ ਪੇਰੈਂਟਸ ਨੂੰ ਸੋਚਣ ਦੀ ਲੋੜ ਹੁੰਦੀ ਆ।
ਫਾਈਨੈਂਸ਼ੀਅਲੀ ਤੌਰ ਤੇ ਤੁਸੀਂ ਚਾਹੁੰਦੇ ਸੀ ਕਿ ਵੀ ਤੁਹਾਡੀ ਕੁੜੀ ਸੈਟੀਸਫਾਈਡ ਹੋਣੀ ਚਾਹੀਦੀ ਆ, ਪਰ ਤੁਸੀਂ ਇਹ ਵੀ ਤਾਂ ਦੇਖੋ ਵੀ ਵਿਆਹ ਕਰਕੇ ਤਾਂ ਤੁਹਾਡਾ ਖਹਿੜਾ ਛੁੱਟਣ ਨਹੀਂ ਲੱਗਿਆ। ਜਿਹੜੇ ਹੁਣ ਐਡੀਆਂ ਜ਼ਮੀਨਾਂ ਵਾਲੇ ਨੇ ਉਹਨਾਂ ਦੇ ਭਾਈ ਉਹ ਵਰਤ ਵਰਤਾਅ ਵੀ ਉਦਾਂ ਦੇ ਹੀ ਹੁੰਦੇ ਨੇਗੇ ਹਨਾ, ਫਿਰ ਉੱਥੇ ਆਪਾਂ ਨਿਭ ਨਹੀਂ ਸਕਦੇ। ਜਿਵੇਂ ਕੁੜੀਆਂ ਵੀ ਗੁਰਦੀਪ ਕਈ ਵਾਰੀ ਨਾ ਆਪਾਂ ਕਹਿੰਦੇ ਆ ਵੀ ਕੁੜੀਆਂ ਦੂਜੇ ਪਰਿਵਾਰਾਂ ਚੋਂ ਆ ਕੇ ਐਡਜਸਟ ਨਹੀਂ ਕਰਦੀਆਂ ਨਾ, ਬਹੁਤ ਸਾਰੀਆਂ ਕੁੜੀਆਂ ਐਵੇਂ ਦੀਆਂ ਵੀ ਹੁੰਦੀਆਂ ਨੇ ਵੀ ਉਹ ਵੀ ਆਪਣਾ ਪਰਿਵਾਰ ਦੇਖ ਕੇ ਨਹੀਂ ਚੱਲਦੀਆਂ। ਜਿਵੇਂ ਮੰਨ ਲਓ ਹੁਣ ਮੈਨੂੰ ਪਤਾ ਵੀ ਚਾਹੇ ਚਲੋ ਜੇ ਕਈ ਵਾਰੀ ਆਪਾਂ ਉਸ ਤੋਂ ਥੋੜੇ ਨੀਵੇਂ ਪਰਿਵਾਰ 'ਚ ਵੀ ਆ ਜਾਂਦੇ ਹਾਂ ਵਿਆਹ ਕਰਾ ਕੇ, ਜ਼ਰੂਰੀ ਨਹੀਂ ਵੀ ਤੁਸੀਂ ਉਸ ਤੋਂ ਦੂਣੇ 'ਚ ਹੀ ਜਾਓਗੇ ਹੈ ਨਾ। ਜਿਵੇਂ ਮੰਨ ਲਓ ਹੁਣ ਜੇ ਮੈਂ ਆਪਣੇ ਘਰੇ 2000 ਦਾ ਸੂਟ ਪਾ ਸਕਦੀ ਸੀ ਤਾਂ ਜਿਸ ਪਰਿਵਾਰ 'ਚ ਮੈਂ ਆਈ ਹਾਂ ਰੱਬ ਨਾ ਕਰੇ ਉੱਥੇ ਮੈਨੂੰ 1000 ਵਾਲਾ ਹੀ ਮਿਲੇ ਹੈ ਨਾ, ਫਿਰ ਵੀ ਕੁੜੀਆਂ ਉੱਥੇ ਜਿੱਦ ਕਰਦੀਆਂ ਨੇ, ਦਿਨ ਤਿਉਹਾਰਾਂ ਤੇ ਤੋਹਫਿਆਂ ਪਿੱਛੇ ਮਤਲਬ ਹੈ ਨਾ ਕਲੇਸ਼ ਹੋਣੇ ਸ਼ੁਰੂ ਹੋ ਜਾਂਦੇ ਨੇ, ਜਾਂ ਜ਼ਰੂਰੀ ਹੋ ਜਾਂਦਾ ਵੀ ਹਰ ਮੌਕੇ ਤੇ ਮੇਰੀ ਐਨੀਵਰਸਰੀ ਆ ਜਾਂ ਮੇਰਾ ਜਨਮ ਦਿਨ ਆ ਮੈਨੂੰ ਇੱਕ ਸੋਨੇ ਦਾ ਗਹਿਣਾ ਜ਼ਰੂਰ ਮਿਲੇ ਹੈ ਨਾ। ਮੈਨੂੰ ਲੱਗਦਾ ਵੀ ਇਹ ਸਾਰੀਆਂ ਚੀਜ਼ਾਂ ਨਾ ਬਹੁਤ ਥੋੜੇ ਸਮੇਂ ਲਈ ਮਾਇਨੇ ਰੱਖਦੀਆਂ ਨੇ। ਜੇ ਤੁਸੀਂ ਆਪਾਂ ਕਹਿੰਦੇ ਉਹਨਾਂ ਨੂੰ ਵੀ ਚੰਮ ਦਾ ਮੁੱਲ ਇੱਕ ਦਿਨ ਪੈਂਦਾ, ਤੁਹਾਡੀ ਜ਼ੁਬਾਨ ਦਾ, ਤੁਹਾਡੇ ਲਹਿਜੇ ਦਾ, ਤੁਹਾਡੀ ਅਕਲ ਦਾ ਮੁੱਲ ਸਾਰੀ ਉਮਰ ਪੈਣਾ। ਤੇ ਮੈਨੂੰ ਲੱਗਦਾ ਛੇਤੀ ਤੋਂ ਛੇਤੀ ਸਾਨੂੰ ਅਕਲ ਦਿਖਾਉਣੀ ਚਾਹੀਦੀ ਆ। ਕਈ ਪਰਿਵਾਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੁੰਡੇ ਕੰਮ ਨਹੀਂ ਕਰਦੇ ਕਈ ਪਰਿਵਾਰਾਂ 'ਚ ਮੁੰਡੇ ਕੰਮ ਕਰਨਾ ਚਾਹੁੰਦੇ ਹੁੰਦੇ ਨੇ, ਉਹਨਾਂ ਦੇ ਮਾਂ-ਪਿਓ ਜਿਹੜੀ ਵਰਿਆਂ ਤੋਂ ਇੱਕ ਲੀਹ ਤੇ ਚੱਲਦੇ ਆਉਂਦੇ ਨੇ। ਮੰਨ ਲਓ ਮੁੰਡਾ ਰਸੋਈ 'ਚ ਜਾ ਰਿਹਾ, ਉਹ ਕਹੂ ਆਪਣੀ ਵਾਈਫ ਨੂੰ ਵੀ ਮੈਂ ਤੇਰੇ ਨਾਲ ਆਹ ਕੰਮ, ਮਾਂ ਕਹੂਗੀ ਨਹੀਂ 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 ਰਹਿਣ ਦੇ ਮੈਂ ਹੈਗੀ ਆ, ਮੈਂ ਕਰਾ ਦਿੰਦੀ ਹਾਂ ਨਾ। ਮੈਨੂੰ ਲੱਗਦਾ ਉੱਥੇ ਵੀ ਤੁਹਾਨੂੰ ਦੋਨਾਂ ਦੇ ਤਾਲਮੇਲ ਨੂੰ ਨਹੀਂ ਡਿਸਟਰਬ ਕਰਨਾ ਚਾਹੀਦਾ। ਬਹੁਤ ਸਾਰੀਆਂ ਜਨਾਨੀਆਂ ਉਹਨਾਂ 'ਚ ਮੇਰੀ ਮਤਲਬ ਆਪਣੀਆਂ ਵੀ ਮਾਵਾਂ ਹੋ ਸਕਦੀਆਂ ਨੇ, ਜੇ ਤੁਹਾਡਾ ਭਰਾ ਬੱਚੇ ਨੂੰ ਸੰਭਾਲ ਰਿਹਾ ਜਾਂ ਉਹ ਬੱਚਿਆਂ ਦੀ ਦੇਖਭਾਲ ਕਰ ਰਿਹਾ ਤਾਂ ਉਹ ਇਸ ਚੀਜ਼ ਤੇ ਕਿਤੇ ਨਾ ਕਿਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਵੀ ਇਹ ਕਾਹਦੇ ਵਾਸਤੇ ਹੈ, ਇਹ ਕਿਉਂ ਨਹੀਂ ਕਰਦੀ ਹੈ ਨਾ। ਤੇ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਦੋਵਾਂ ਜੀਆਂ 'ਚ ਜੇ ਇੰਨਾ ਤਾਲਮੇਲ ਬਣ ਰਿਹਾ ਤਾਂ ਇਹਨਾਂ ਦੀ ਜ਼ਿੰਦਗੀ ਲਈ ਬਹੁਤ ਵਧੀਆ ਇਹ ਚੀਜ਼। ਮੈਂ ਇਸੇ ਗੱਲ ਤੇ ਆਉਣ ਲੱਗੀ ਸੀ, ਜਿਵੇਂ ਆਪਾਂ ਨੂੰ ਇਹ ਲੱਗਣ ਲੱਗ ਜਾਂਦਾ ਨਾ ਵੀ ਹੁਣ ਇਹਨਾਂ ਦੇ ਵਿਆਹ ਦੀ ਉਮਰ ਆ ਤਾਂ ਇਹਨਾਂ ਨੂੰ ਵਿਆਹ ਦਿਓ, ਵਿਆਹ ਨਿਭਾ ਸਕਦੇ ਨੇ ਨਹੀਂ ਨਿਭਾ ਸਕਦੇ ਹੈ ਨਾ, ਉਸ ਚੀਜ਼ ਬਾਰੇ ਅਸੀਂ ਨਹੀਂ ਸੋਚਦੇ ਹੈਗੇ। ਫਿਰ ਸਾਨੂੰ ਆਈ ਵਿਆਹ ਤੋਂ ਬਾਅਦ ਬੱਚਾ ਲੱਗਣ ਲੱਗ ਜਾਂਦਾ ਕਿ ਹੁਣ ਭਾਈ 2 ਸਾਲ ਹੋ ਗਏ ਵਿਆਹ ਨੂੰ, 3 ਸਾਲ ਹੋ ਗਏ ਵਿਆਹ ਨੂੰ, ਤੁਸੀਂ ਬੱਚਾ ਕਰੋ ਹੈ ਨਾ। ਬੱਚਾ ਕਰ ਲੈਂਦੇ ਨੇ ਪਰ ਕਦੇ ਮਾਂ-ਬਾਪ ਆਪਸ 'ਚ ਬੈਠ ਕੇ ਨਹੀਂ ਸੋਚਦੇ ਵੀ ਕੀ ਅਸੀਂ ਬੱਚੇ ਦੀ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਆ। ਆਪਾਂ ਸਾਰੇ ਉਸ ਸਿਚੁਏਸ਼ਨ ਦੇ ਵਿੱਚੋਂ ਨਿਕਲੇ ਹੋਏ ਆ। ਬਹੁਤ ਸਾਰੀਆਂ ਥਾਵਾਂ 'ਤੇ ਇਹ ਹੁੰਦਾ ਵੀ ਜਦੋਂ ਫਾਦਰ ਦੀ ਸਪੋਰਟ ਨਹੀਂ ਮਿਲਦੀ ਹੈਗੀ ਹੈ ਨਾ, ਜਾਂ ਕਈ ਚੀਜ਼ਾਂ ਦੇ ਵਿੱਚ ਕੁੜੀਆਂ ਨੂੰ ਹੁੰਦਾ ਵਾ ਵੀ ਮੈਂ ਬੱਚਾ ਬਸ ਜੰਮਤਾ ਹੁਣ ਇਹਨੂੰ ਸਾਂਭੋ ਨਾ ਸਾਂਭੋ ਇਹ ਤੁਹਾਡੀ ਜ਼ਿੰਮੇਵਾਰੀ ਹੋ ਗਈ ਹੈ ਨਾ। ਦੋਨੇ ਪਾਸੇ ਇੱਦਾਂ ਹੁੰਦਾ, ਬਹੁਤ ਛੋਟੀਆਂ ਚੀਜ਼ਾਂ ਦੇ ਉੱਪਰ ਹੈ ਨਾ ਇਹ ਹੋ ਜਾਂਦਾ ਵਾ ਵੀ ਮੈਂਟਲ ਜਾਂ ਫਿਜ਼ੀਕਲ ਸਪੋਰਟ ਨਹੀਂ ਹੈਗੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ। ਸੋ ਉੱਥੇ ਵੀ ਜਿਵੇਂ ਜ਼ਰੂਰੀ ਨਹੀਂ ਸਮਝਿਆ ਜਾਂਦਾ ਵੀ ਮੇਲ ਮੈਂਬਰ ਨੂੰ ਵੀ ਭਾਈ ਬੱਚਾ ਆਪਦਾ ਉਦੋਂ ਕਰਿਓ ਜਦੋਂ ਤੁਸੀਂ ਦੋਏ ਜਾਣੇ ਸਾਂਭ ਸਕਦੇ ਹੋ, ਤੂੰ ਵੀ ਸੰਭਾਲਣ ਲਈ ਉਹਨਾਂ ਹੀ ਬਰਾਬਰ। ਆਪਣੇ ਘਰਾਂ ਦੇ ਵਿੱਚ ਕੀ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ ਨੇ ਭਾਈ ਹੁਣ ਨਿਆਣੇ ਬਾਰੇ ਸੋਚੋ, ਹਾਲੇ ਤਾਂ ਮੈਂ ਵੀ ਤੁਰਦੀ ਫਿਰਦੀ ਹਾਂ, ਭਾਵੇਂ ਅਜੇ ਤੁਹਾਡੇ ਮਤਲਬ ਬੰਦੇ ਨੂੰ ਆਪ ਹੀ ਮਹਿਸੂਸ ਹੋਵੇ ਵੀ ਅਜੇ ਤਾਂ ਅਸੀਂ ਉਹ ਨਿਆਣੇ ਆ ਨਾ, ਕਿਉਂਕਿ ਸਾਨੂੰ ਇਹ ਲੱਗਦਾ ਹੁੰਦਾ ਵਾ ਹੁਣ ਜਿਵੇਂ ਅਨੰਤ 3-3.5 ਸਾਲ ਦੀ ਹੋ ਗਈ ਹੈ ਨਾ, ਅਸੀਂ ਕਿਤੇ ਵੀ ਜਾਂਦੇ ਹਾਂ ਨਾ ਤਾਂ ਸਾਨੂੰ ਇਹ ਹੁੰਦਾ ਵੀ ਭਾਈ ਹੁਣ ਤੁਸੀਂ ਦੂਜੇ ਬੱਚੇ ਬਾਰੇ ਸੋਚੋ, ਨਾਲੇ ਹਲੇ ਭਾਈ ਤੁਹਾਡੀ ਸੱਸ ਤੁਰਦੀ ਫਿਰਦੀ ਆ ਨਾ। ਮੈਂ ਕਹਿੰਦੀ ਠੀਕ ਆ ਨਿਆਣਾ ਸਾਡਾ ਸਾਂਭਣਾ ਸੀ, ਮਤਲਬ ਸੱਸ ਦੀ ਵਿਚਾਰੀ ਦੀ ਉਮਰ ਤੁਸੀਂ ਕਾਹਤੇ ਦੇਖੀ ਜਾਂਦੇ ਹੋ ਨਾ ਵੀ ਹਲੇ ਜਿੰਨੀ ਦੇਰ ਤੱਕ ਉਹ ਮੰਜੇ ਤੇ ਨਹੀਂ ਬਹਿੰਦੀ ਹੈਗੀ ਤਾਂ ਉਹ ਮਤਲਬ ਆਪਦੇ ਨਿਆਣੇ ਵੀ ਪਾਲੂਗੀ ਹੈ ਨਾ। ਸੋ ਉੱਥੇ ਇਹਨਾਂ ਚੀਜ਼ਾਂ ਨਾਲੋਂ ਪਹਿਲਾਂ ਇਹ ਦੇਖੋ ਵੀ ਤੁਸੀਂ ਸਾਂਭ ਸਕਦੇ ਹੋ ਆਪਣਾ ਬੱਚਾ। ਕਈ ਵਾਰ ਮੈਂ ਦੇਖਦੀ ਹੁੰਦੀ ਹਾਂ ਵੀ ਫਾਦਰ ਜਿਹੜੇ ਹੁੰਦੇ ਨੇ ਬੱਚੇ ਦੇ ਪਿਓ ਜਿਹੜੇ ਨੇ ਹੈ ਨਾ, ਉਹ ਘਰੋਂ ਬਾਹਰੋਂ ਕੰਮ ਕਰਕੇ ਆਉਣਗੇ ਤੇ ਆਉਣ ਸਾਰ ਆਪਦਾ ਫੋਨ ਜਾਂ ਟੀਵੀ ਜਾਂ ਇਹਨਾਂ ਚੀਜ਼ਾਂ 'ਚ ਰੁੱਝ ਜਾਂਦੇ ਨੇ। ਉਹਨਾਂ ਨੂੰ ਇਹ ਜ਼ਰੂਰੀ ਨਹੀਂ ਲੱਗਦਾ ਹੈਗਾ ਕਿ ਜਦੋਂ ਮੈਂ ਹੁਣ 7-8 ਘੰਟੇ ਬਾਹਰੋਂ ਰਹਿ ਕੇ ਆਇਆ ਤਾਂ ਮੇਰਾ ਹੁਣ ਫਰਜ਼ ਬਣਦਾ ਆਪਦੇ ਬੱਚੇ ਨੂੰ ਸਮਾਂ ਦੇਣ ਦਾ ਹੈ ਨਾ। ਬੱਚਾ ਤੁਸੀਂ ਉਹਨਾਂ ਨਾਲ ਧੱਕਾ ਨਾ ਕਰੋ, ਤੁਸੀਂ ਉਹਨੂੰ ਜਨਮ ਦਿੱਤਾ, ਤੁਸੀਂ ਉਹਨੂੰ ਇਸ ਦੁਨੀਆ 'ਤੇ ਲੈ ਕੇ ਆਏ ਹੋ ਤਾਂ ਉਹਨੂੰ ਤੁਹਾਡਾ ਸਮਾਂ ਵੀ ਚਾਹੀਦਾ, ਉਹਨੂੰ ਤੁਹਾਡਾ ਨਿੱਘ ਵੀ ਚਾਹੀਦਾ ਹੈ ਨਾ, ਉਹਨੂੰ ਤੁਹਾਡਾ ਸਕਿਨ ਟੱਚ ਵੀ ਚਾਹੀਦਾ। ਆਪਣੀ ਤਾਂ ਇਹਨਾਂ ਚੀਜ਼ਾਂ ਨੂੰ ਜ਼ਰੂਰੀ ਨਹੀਂ ਸਮਝਿਆ ਜਾਂਦਾ ਹੈ ਨਾ। ਆਪਣੇ ਤਾਂ ਇਹ ਹੁੰਦਾ ਭਾਈ ਸੱਸ ਸਹੁਰਾ ਹਲੇ ਤੁਹਾਡੇ ਤੁਰਦੇ ਫਿਰਦੇ ਨੇ, ਨਿਆਣਾ ਕਰ ਲਓ, ਛੇਤੀ ਉਹਨਾਂ ਨੂੰ ਫੜਾ ਦਿਓ ਤੁਸੀਂ ਕਹਿੰਦੇ ਕਿ ਉਹ ਤੁਹਾਡਾ ਬੱਚਾ ਤੁਹਾਨੂੰ ਪਾਲ ਕੇ ਦੇ ਦੇਣ। ਨਹੀਂ ਸੱਚੀ ਆਪਾਂ ਜਿਹੜੀਆਂ ਗੱਲਾਂ ਕਰ ਰਹੇ ਮਤਲਬ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਣਾ ਵੀ ਇਹ ਜ਼ਿੰਦਗੀ 'ਚ ਜ਼ਰੂਰੀ ਨਹੀਂ ਹੈਗੀਆਂ, ਪਰ ਇਹ ਹੈਗੀਆਂ ਨੇ ਗੁਰਦੀਪ। ਆਪਾਂ ਮਤਲਬ ਬਹੁਤ ਸਾਰੇ ਕੇਸ ਇਹੋ ਜਿਹੇ ਪੜ੍ਹਦੇ ਹਾਂ ਜਿੱਥੇ 2 ਜਾਂ 3 ਮਹੀਨੇ ਬਾਅਦ ਤਲਾਕ ਹੋਇਆ ਹੁੰਦਾ, ਜਾਂ ਫਿਰ ਬਹੁਤ ਮਤਲਬ ਮੁੰਡਿਆਂ ਦੀ ਗੱਲ ਸ਼ਾਇਦ ਬਹੁਤ ਆਸਾਨੀ ਨਾਲ ਸੁਣੀ ਜਾਂਦੀ ਹੈ ਪਰ ਔਰਤਾਂ ਦੀ ਨਹੀਂ ਸੁਣੀ ਜਾਂਦੀ। ਕੁੜੀਆਂ ਤੁਸੀਂ ਕਿਸੇ ਵੀ ਕੁੜੀ ਨਾਲ ਕੰਮਕਾਜੀ ਨਾਲ ਗੱਲ ਕਰ ਲਓ, ਚਾਹੇ ਘਰੇ ਗੱਲ ਕਰ ਲਓ, ਉਹ ਕਹਿਣਗੀਆਂ ਵੀ ਅਸੀਂ ਬਾਹਰੋਂ ਵੀ ਕੰਮ ਕਰਕੇ ਆਉਂਦੇ ਹਾਂ ਜਾਂ ਅਸੀਂ ਘਰੇ ਸਾਰਾ ਦਿਨ ਕੰਮ ਕਰਦੇ ਹਾਂ, ਸਾਡੀ ਥਕਾਵਟ ਨੂੰ ਦੇਖਿਆ ਹੀ ਨਹੀਂ ਜਾਂਦਾ ਹੈ ਨਾ। ਤੇ ਕਈ ਵਾਰੀ ਤੁਸੀਂ ਸਰੀਰਕ ਤੌਰ ਤੇ ਉਹਨਾਂ ਨਹੀਂ ਥੱਕੇ ਹੁੰਦੇ, ਤੁਸੀਂ ਮਾਨਸਿਕ ਤੌਰ ਤੇ ਥੱਕ ਜਾਂਦੇ ਹੋ।
ਮੰਨ ਲਓ ਇੱਕ ਬੰਦਾ ਘਰ ਤੋਂ ਬਾਹਰ ਗਿਆ ਨਾ, ਬਹੁਤ ਸਾਰੇ ਹਾਲਾਤਾਂ ਦੇ ਵਿੱਚ ਔਰਤਾਂ ਨੇ ਜਿਹੜੀਆਂ ਘਰਾਂ 'ਚ ਕੁੜੀਆਂ ਦਾ ਜਿਉਣਾ ਹਰਾਮ ਕਰ ਦਿੰਦੀਆਂ ਨੇ। ਉਹ ਤੁਹਾਨੂੰ ਇੰਨੇ ਮਤਲਬ ਇਹੋ ਜਿਹੇ ਢੰਗ ਨਾਲ ਤਾਨੇ ਦੇਣਗੇ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਤਾਨਾ ਹੈ ਕਿ ਮੈਨੂੰ ਨਸੀਹਤ ਦਿੱਤੀ ਜਾ ਰਹੀ ਹੈ ਜਾਂ ਮੈਨੂੰ ਸਮਝਾਇਆ ਜਾ ਰਿਹਾ ਹੈ ਨਾ। ਫਿਰ ਉਹ ਇੰਨਾ ਭਰਨਾ ਸ਼ੁਰੂ ਹੋ ਜਾਂਦੀਆਂ ਨੇ। ਕਿੰਨੀਆਂ ਮਤਲਬ ਜਨਾਨੀਆਂ ਨੇ ਨਾ, ਖਾਸ ਕਰਕੇ ਵਿਆਹ ਤੋਂ ਬਾਅਦ ਉਹਨਾਂ ਦੇ ਅੰਦਰ ਇੰਨਾ ਫਰਸਟ੍ਰੇਸ਼ਨ ਭਰ ਜਾਂਦਾ ਵੀ ਉਹ ਤੁਹਾਨੂੰ ਲੱਗਣਗੀਆਂ ਨਹੀਂ ਵੀ ਉਹੀ ਆ ਜਿਹਨੂੰ ਮੈਂ 10 ਸਾਲ ਪਹਿਲਾਂ ਮਿਲਦੀ ਹੁੰਦੀ ਸੀ। ਕਿੰਨੀਆਂ ਕੁੜੀਆਂ ਨੇ ਜਿਹੜੀਆਂ ਬੱਚਿਆਂ ਨੂੰ ਇਸ ਲਈ ਮਾਰ ਦਿੰਦੀਆਂ ਨੇ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੂੰ ਪੋਸਟ ਡਿਲੀਵਰੀ ਡਿਪਰੈਸ਼ਨ ਹੁੰਦਾ ਹੈ ਨਾ। ਜਦੋਂ ਤੁਹਾਡਾ ਬੱਚਾ ਸਾਲ ਛੋਟਾ ਹੁੰਦਾ, ਨਾ ਉਹ ਚੰਗੀ ਤਰ੍ਹਾਂ ਸੌਂਦਾ, ਨਾ ਉਹ ਚੰਗੀ ਤਰ੍ਹਾਂ ਖਾਂਦਾ, ਤੁਸੀਂ 24 ਘੰਟੇ ਉਹਦੀ ਕੇਅਰ 'ਚ ਲੱਗੇ ਰਹਿੰਦੇ ਹੋ। ਉਸ ਟਾਈਮ ਤੁਸੀਂ ਤੁਹਾਡੇ ਆਪਣੇ ਸਰੀਰ 'ਚ ਕਿੰਨੇ ਬਦਲਾਅ ਹੁੰਦੇ ਨੇ। ਬੋਡੀ ਨਾਲ ਵੀ ਤੁਸੀਂ ਉਸ ਟਾਈਮ ਬਹੁਤ ਵੱਡਾ ਸਟਰਗਲ ਕਰ ਰਹੇ ਹੁੰਦੇ ਤੁਸੀਂ। ਤੁਹਾਡੇ 'ਚ ਕਿੰਨੇ ਚੇਂਜਸ ਆਉਂਦੇ ਜਿਨ੍ਹਾਂ ਨੂੰ ਘਰ ਦੇ ਪਰਿਵਾਰ ਵਾਲੇ ਧਿਆਨ ਹੀ ਨਹੀਂ ਦਿੰਦੇ ਹੈਗੇ ਵੀ ਇਹਦੇ 'ਚ ਇਹ ਚੀਜ਼ ਹੋ ਰਹੀ ਆ। ਸਗੋਂ ਪਤਾ ਕੀ ਕਹਿਣਗੇ ਵੀ ਤੇਰਾ ਤਾਂ ਸੁਭਾਅ ਬਦਲ ਗਿਆ। ਪਹਿਲਾਂ ਤਾਂ ਕਹਿੰਦੇ ਇੰਨਾ ਹੱਸਦੀ ਹੁੰਦੀ ਸੀ। ਮਤਲਬ ਕੋਈ ਵੀ ਬੰਦਾ ਕਦੀ ਇੱਕ ਦਿਨ 'ਚ ਤਬਦੀਲ ਨਹੀਂ ਹੁੰਦਾ। ਉਹ ਤੁਸੀਂ ਦੇਖੋ ਵੀ ਉਹਦੇ ਨਾਲ ਕੀ ਚੀਜ਼ਾਂ ਵਾਪਰ ਰਹੀਆਂ ਨੇ। ਜੇ ਉਹੀ ਕੋਈ ਮੁੰਡਾ ਬਾਹਰੋਂ ਆ ਕੇ ਕਹਿ ਦੇਵੇ ਵੀ ਲੈ ਤੂੰ 2 ਘੰਟੇ ਰੈਸਟਲੈਸ ਰਹੀ ਆ, ਹੁਣ ਮੈਂ ਇਹਨੂੰ ਘੰਟਾ ਸੰਭਾਲਦਾ, ਤਾਂ ਮਤਲਬ ਕਿੰਨੀ ਤੁਹਾਡੇ ਮਨ 'ਚ ਉਹਦੇ ਲਈ ਇੱਜ਼ਤ ਵੀ ਵੱਧਦੀ ਆ। ਤੁਸੀਂ ਕਿੰਨੇ ਉਸ ਜ਼ਿੰਮੇਵਾਰੀ ਤੋਂ ਥੋੜ੍ਹਾ ਜਿਹਾ ਹਲਕਾ ਮਹਿਸੂਸ ਕਰਨ ਲੱਗ ਨਹੀਂ। ਹੁਣ ਜਿਵੇਂ ਜੇ ਆਪਾਂ ਨੂੰ ਆਪਣੇ ਮੇਲ ਵੀਅਰ ਵੀ ਦੇਖ ਰਹੇ ਹੋਣਗੇ ਨਾ, ਮੈਂ ਕਹਿਣਾ ਚਾਹੂੰਗੀ ਉਹਨਾਂ ਨੂੰ ਗੱਲ ਵੀ ਜਦੋਂ ਤੁਹਾਡੇ ਘਰ ਬੱਚਾ ਜਨਮ ਲੈਂਦਾ ਹੈ ਨਾ, ਤਾਂ ਉਹ ਤੁਹਾਡੀ ਘਰਵਾਲੀ ਜਾਂ ਫਿਰ ਤੁਹਾਡੀ ਮਾਂ ਦੀ ਜ਼ਿੰਮੇਵਾਰੀ ਨਹੀਂ ਹੁੰਦਾ ਇਕੱਲੀ, ਉਹ ਤੁਹਾਡੀ ਘਰਵਾਲੀ ਤੇ ਤੁਹਾਡੀ ਦੋਵਾਂ ਦੀ ਜ਼ਿੰਮੇਵਾਰੀ ਹੁੰਦਾ। ਹੁਣ ਭੈਣੇ ਆਪਾਂ ਵੀ ਸਮਝਦੇ ਹਾਂ ਨਾ ਵੀ ਜਿਵੇਂ ਹੁਣ ਜੇ ਆਪਾਂ ਥੱਕੇ ਹੋਏ ਹਾਂ, ਆਪਣੇ ਤੋਂ ਉਮਰ 'ਚ ਜਿਹੜਾ 30 ਸਾਲ ਵੱਡਾ ਬੰਦਾ ਹੈ ਨਾ, ਉਹ ਕਿੰਨਾ ਥੱਕ ਜਾਂਦਾ ਹੋਊਗਾ ਨਾ। ਕਈ ਵਾਰ ਘਰ ਦੇ ਵਿੱਚ ਇਹ ਹੁੰਦਾ ਵੀ ਅਨੰਤ ਦਾ ਕੋਈ ਵੀ ਕੰਮ ਮੇਰਾ ਮੰਮੀ ਨੂੰ ਕਹਿਣ ਨੂੰ ਨਹੀਂ ਦਿਲ ਕਰਦਾ। ਮੈਨੂੰ ਆਉਂਦਾ ਵੀ ਜੇ ਮੈਂ ਥੱਕੀ ਹੋਈ ਹਾਂ ਇਹ ਵੀ ਤਾਂ ਥੱਕੇ ਹੋਣਗੇ ਹੈ ਨਾ। ਉੱਥੇ ਕਈ ਵਾਰ ਤੁਸੀਂ ਆਪਣੇ ਹਸਬੈਂਡ ਨੂੰ ਉਹ ਚੀਜ਼ ਕਹਿ ਸਕਦੇ ਹੁੰਦੇ ਹੋ ਹੈ ਨਾ, ਵੀ ਹਾਂ ਤੁਸੀਂ ਬੇਝਿਜਕ ਉਹਨਾਂ ਨੂੰ ਉਹ ਚੀਜ਼ ਕਹਿ ਦਿੰਦੇ ਹੋ ਵੀ ਤੁਸੀਂ ਕਰ ਦਿਓ ਉੱਠ ਕੇ ਹੈ ਨਾ, ਜਾਂ ਤੁਸੀਂ ਐਂ ਕਰ ਲਓ ਹੈ ਨਾ। ਪਰ ਉੱਥੇ ਵੀ ਜੇ ਤੁਹਾਡੇ ਮਦਰ ਇਨ ਲਾਅ, ਜੇ ਤੁਸੀਂ ਮਤਲਬ ਇੱਕ ਉਹਦੇ ਨਾਲ ਵੀ ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਮਤਲਬ ਵੀ ਯਾਰ ਇਹਨਾਂ ਨੂੰ ਚੱਲ ਕਾਹਨੂੰ ਤੰਗ ਕਰਨਾ, ਵੀ ਤੁਸੀਂ ਕਰ ਦਿਓ ਨਾ ਆਹ ਚੀਜ਼। ਉੱਥੇ ਮੇਲ ਮੈਂਬਰ ਨੂੰ ਇਹ ਚੀਜ਼ ਸਮਝਣੀ ਚਾਹੀਦੀ ਵੀ ਜੇ ਮੈਨੂੰ ਇਹ ਚੀਜ਼ ਕਹੀ ਗਈ ਆ, ਕਿਉਂਕਿ ਜਦੋਂ ਤੁਸੀਂ ਕਹਿੰਦੇ ਹੋ ਵੀ ਕੋਈ ਕੰਮ ਤੁਸੀਂ ਕਹਿੰਦੇ ਹੋ ਆਪਣੀਆਂ ਦਾਦੀਆਂ ਨੂੰ ਬੱਚਿਆਂ ਦੀਆਂ ਨੂੰ ਆਦਤ ਹੁੰਦੀ ਵੀ ਨਹੀਂ ਚੱਲ ਕੋਈ ਗੱਲ ਨਹੀਂ ਮੈਂ ਕਰ ਦਿੰਦਾ ਹੈ ਨਾ। ਬਿਲਕੁਲ ਮੈਂ ਵੀ ਕਹਿ ਸਕਦੀ ਸੀ ਉਹਨਾਂ ਨੂੰ, ਮੈਂ ਇਸ ਕਰਕੇ ਨਹੀਂ ਕਿਹਾ ਹੈਗਾ ਕਿਉਂਕਿ ਮੈਨੂੰ ਲੱਗਿਆ ਵੀ ਜੇ ਮੈਂ ਥੱਕੀ ਹੋ ਸਕਦੀ ਹਾਂ ਤਾਂ ਇਹ ਵੀ ਥੱਕੇ ਹੋਣਗੇ ਹੈ ਨਾ। ਜਦੋਂ ਮੈਂ ਘਰ ਤੋਂ ਬਾਹਰ ਆਂ ਤਾਂ ਮੇਰੇ ਬੱਚੇ ਨੂੰ ਇਹ ਦੇਖਦੇ ਨੇਗੇ ਨਾ। ਉੱਥੇ ਘਰ ਦੇ ਮੇਲ ਮੈਂਬਰ ਨੂੰ ਇਹ ਇੰਨੀ ਸੈਂਸ ਹੋਣੀ ਚਾਹੀਦੀ ਆ ਵੀ ਸਵੇਰ ਤੋਂ ਮੇਰੀ ਮਾਂ ਮੇਰੇ ਬੱਚੇ ਨੂੰ ਦੇਖ ਰਹੀ ਆ, ਮੇਰੀ ਘਰ ਵਾਲੀ ਵੀ ਬਾਹਰੋਂ ਕੰਮ ਕਰਕੇ ਆਈ ਹੈ, ਮੈਂ ਵੀ ਬਾਹਰੋਂ ਕੰਮ ਕਰਕੇ ਆਈ ਹਾਂ, ਅਤੇ ਹੁਣ ਉਹ ਇਸ ਟਾਈਮ ਫਿਰ ਕਿਚਨ ਦਾ ਜਾਂ ਕੁਛ ਬੱਚੇ ਦਾ ਕੁਛ ਕਰ ਰਹੀ ਆ। ਤਾਂ ਇਹ ਜਿਹੜੀਆਂ ਛੋਟੀਆਂ ਚੀਜ਼ਾਂ ਨੇ ਬਿਨਾਂ ਕਹੀ ਮੈਨੂੰ ਕਰ ਦੇਣੀਆਂ ਚਾਹੀਦੀਆਂ ਨੇਗੀਆਂ ਨਾ। ਜਾਂ ਕਈ ਵਾਰ ਜਦੋਂ ਮਤਲਬ ਆਪਣੇ ਜਿਵੇਂ ਮਦਰ ਇਨ ਲਾਅ ਕਈ ਵਾਰ ਕਹਿ ਦਿੰਦੇ ਚੱਲ ਕੋਈ ਗੱਲ ਨਹੀਂ ਮੈਂ ਕਰ ਦਿੰਦੀ ਹਾਂ ਨਾ, ਤਾਂ ਉੱਥੇ ਉਹਨਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਵੀ ਹਾਂ ਚੱਲ ਇਹਨਾਂ ਨੇ ਕਰ ਦੇਣਾ ਨਾ। ਘੱਟੋ ਘੱਟ ਉਹਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਉਹ ਬੰਦਾ ਸਵੇਰ ਤੋਂ ਕਿੰਨਾ ਜ਼ਿਆਦਾ ਕੰਮ ਕਰ ਰਿਹਾ ਹੈ ਨਾ, ਜਾਂ ਬੱਚੇ ਨੂੰ ਦੇਖ ਰਿਹਾ ਜਾਂ ਵਿੱਚ ਕਿਚਨ ਦਾ ਵੀ ਦੇਖ ਰਿਹਾ। ਵੀ ਜੇ ਸਪੈਸੀਫਿਕਲੀ ਵਾਈਫ ਨੇ ਤੁਹਾਨੂੰ ਇਹ ਗੱਲ ਕਹੀ ਹੈ ਵੀ ਤੁਸੀਂ ਉੱਠ ਕੇ ਇਹ ਚੀਜ਼ ਕਰ ਦਿਓ, ਤਾਂ ਤੁਹਾਨੂੰ ਉਸ ਚੀਜ਼ ਨੂੰ ਸਮਝਣਾ ਚਾਹੀਦਾ ਵੀ ਉਹ ਇਨਡਾਇਰੈਕਟਲੀ ਤੁਹਾਨੂੰ ਇਹ ਕਹਿਣਾ ਚਾਹੁੰਦੇ ਨੇ ਵੀ ਇਹ ਚੀਜ਼ ਤੁਸੀਂ ਹੀ ਕਰਨੀ ਆ ਹੈ ਨਾ। ਕਰਨ ਨੂੰ ਤਾਂ ਉਹ ਆਪ ਵੀ ਕਰ ਸਕਦੀ ਸੀ, ਜੇ ਕਹਿਣਾ ਹੋਵੇ ਤਾਂ ਉਹਨਾਂ ਨੂੰ ਵੀ ਕਹਿ ਸਕਦੀ ਸੀ, ਪਰ ਉਹ ਚਾਹੁੰਦੀ ਨਹੀਂ ਵੀ ਉਹ ਕਰਨ ਜਾਂ ਮੈਂ ਕਰਾਂ। ਉਹ ਚਾਹੁੰਦੀ ਹੈ ਵੀ ਇਹ ਸਪੈਸੀਫਿਕਲੀ ਕੰਮ ਤੁਸੀਂ ਹੀ ਕਰੋ, ਇਸੇ ਕਰਕੇ ਤੁਹਾਨੂੰ ਕਿਹਾ ਗਿਆ ਵਾ ਹੈ ਨਾ। ਪਰ ਉੱਥੇ ਵੀ ਕਈ ਵਾਰੀ ਆਪਾਂ ਨਹੀਂ ਗੌਲਦੇ ਹੈਗੇ, ਸਾਡੀ ਸੈਂਸ ਹੀ ਨਹੀਂ ਇੰਨੀ ਡਿਵੈਲਪ ਹੋਈ ਹੁੰਦੀ ਵੀ ਜੇ ਸਾਨੂੰ ਕਿਸੇ ਨੇ ਆਪ ਬੋਲ ਕੇ ਕੋਈ ਚੀਜ਼ ਕਹੀ ਹੈ ਤਾਂ ਇਹਦਾ ਮਤਲਬ ਇਹ ਆ ਵੀ ਉਹ ਬੰਦਾ ਚਾਹੁੰਦਾ ਕਿ ਇਹ ਕੰਮ ਤੁਸੀਂ ਹੀ ਕਰੋ ਹੈ ਨਾ। ਸੋ ਬੱਚਿਆਂ 'ਚ ਮੈਨੂੰ ਇਹ ਲੱਗਦਾ ਹੁੰਦਾ ਵਾ ਵੀ ਜਦੋਂ ਬੱਚਾ ਹੁੰਦਾ ਉੱਥੇ ਮੁੰਡੇ ਇਹ ਸਮਝ ਲੈਂਦੇ ਨੇ ਵੀ ਇਹ ਹੁਣ ਮੇਰੀ ਘਰ ਵਾਲੀ ਜਾਂ ਮੇਰੀ ਮਾਂ ਦੀ ਉਹ ਜ਼ਿੰਮੇਵਾਰੀ ਆ ਵੀ ਉਹਨਾਂ ਨੇ ਆਪੇ ਦੇਖ ਲੈਣਾ, ਉਹਨਾਂ ਨੇ ਆਪੇ ਕਰ ਲੈਣਾ ਹੈ ਨਾ। ਨਹੀਂ, ਉੱਥੇ ਤੁਹਾਡਾ ਵੀ ਓਨਾ ਹੀ ਹੱਕ ਬਣਦਾ, ਸਗੋਂ ਤੇ ਤੁਹਾਡਾ ਹੱਕ ਦੇ ਨਾਲੋਂ ਤੁਹਾਡਾ ਫਰਜ਼ ਵੱਡਾ ਹੁੰਦਾ। ਉੱਥੇ ਉਹ ਬੱਚਾ ਜਿੰਨਾ ਤੁਹਾਡੀ ਘਰ ਵਾਲੀ ਦਾ ਓਨਾ ਹੀ ਤੁਹਾਡਾ ਹੁੰਦਾ ਵਾ। ਸੋ ਬੱਚਾ ਮੈਂ ਕਹਿੰਦੀ ਪੈਦਾ ਵੀ ਸਿਰਫ ਉਦੋਂ ਹੀ ਕਰੋ ਜਦੋਂ ਤੁਹਾਨੂੰ ਲੱਗਦਾ ਕਿ ਹਾਂ ਤੁਸੀਂ ਵੀ ਥੋੜ੍ਹਾ ਜਿਹਾ ਆਪਦੇ ਆਪ ਨੂੰ ਬਦਲ ਕੇ ਘਰ ਨੂੰ ਜਾਂ ਬੱਚੇ ਨੂੰ ਜਾਂ ਆਪਦੇ ਪਰਸਨਲ ਇੰਟਰਸਟ ਕੱਟ ਕਰਕੇ ਆਪਦਾ ਉਹ ਟਾਈਮ ਤੁਸੀਂ ਇੱਕ ਬੱਚੇ ਦੀ ਟੇਕ ਕੇਅਰ ਦੇ ਲਈ ਕੱਢ ਸਕਦੇ ਹੋ। ਗੁਰਦੀਪ, ਜਿਵੇਂ ਤੁਸੀਂ ਇਸ ਰਿਸ਼ਤੇ 'ਚ ਪੈਂਦੇ ਹੋ ਨਾ, ਤੁਸੀਂ ਆਪਾਂ ਕਹਿੰਦੇ ਨਾ ਵੀ ਜਦੋਂ ਆਪਾਂ ਨਵਾਂ ਘਰ ਬਣਾ ਕੇ ਉਹ 'ਚ ਰਹਿਣ ਲੱਗ ਜਾਂਦੇ ਹਾਂ ਨਾ, ਫਿਰ ਪਤਾ ਲੱਗਦਾ ਵੀ ਇਹਦੇ 'ਚ ਆਹ ਕਮੀਆਂ ਰਹਿ ਗਈਆਂ ਹੈ ਨਾ। ਅਤੇ ਸੇਮ ਇਹੀ ਚੀਜ਼ਾਂ ਰਿਸ਼ਤਿਆਂ 'ਚ ਹੁੰਦੀਆਂ ਨੇ। ਬਹੁਤ ਸਾਰੇ ਮੁੰਡੇ ਵੀ ਮਤਲਬ ਕਈ ਵਾਰੀ ਉਸ ਰਿਸ਼ਤੇ ਲਈ ਤਿਆਰ ਨਹੀਂ ਹੁੰਦੇ। ਜਿਵੇਂ ਆਪਾਂ ਪਿਛਲੇ ਐਪੀਸੋਡ 'ਚ ਵੀ ਗੱਲ ਕੀਤੀ ਸੀ, ਵੀ ਉਹਨਾਂ ਨੂੰ ਲੱਗਦਾ ਹੁੰਦਾ ਕਿ ਮੇਰੀ ਪਹਿਲੀ ਪ੍ਰੈਫਰੈਂਸ ਮੇਰੇ ਦੋਸਤ ਨੇ, ਮੇਰੀ ਆਪਣੀ ਜ਼ਿੰਦਗੀ ਆ, ਮੇਰਾ ਆਪਣਾ ਘੁੰਮਣਾ ਰਹਿਣਾ ਖਾਣਾ ਹੈ ਨਾ।
ਉਹ ਇੱਕ ਹੋਰ ਕੁੜੀ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹੀ ਨਹੀਂ ਹੁੰਦੇ। ਆਪਣੇ ਆਪਾਂ ਕਹਿੰਦੇ ਨਾ ਵੀ ਜਦੋਂ ਵਿਆਹ ਕੇ ਕੋਈ ਕੁੜੀ ਸਾਡੇ ਘਰ ਆਉਂਦੀ ਹੈ, ਪਹਿਲੀ ਗੱਲ ਤਾਂ ਤੁਹਾਡਾ ਕਮਰਾ ਉਸੇ ਦਿਨ ਅੱਧਾ ਹੋ ਜਾਂਦਾ, ਤੁਹਾਡੀਆਂ ਅਲਮਾਰੀਆਂ ਤੱਕ 'ਚ ਤੁਹਾਡੀ ਜਗ੍ਹਾ ਅੱਧੀ ਰਹਿ ਜਾਂਦੀ ਹੈ ਨਾ। ਤੇ ਇਹੀ ਚੀਜ਼ ਤੁਹਾਡੀ ਜ਼ਿੰਦਗੀ 'ਚ ਹੁੰਦੀ ਹੈ ਕਿ ਹੁਣ ਤੁਹਾਡੀ ਜ਼ਿੰਦਗੀ ਤੇ ਅੱਧਾ ਇਖਤਿਆਰ ਉਹਦਾ ਹੋ ਜਾਊਗਾ। ਤੁਹਾਨੂੰ ਬਹੁਤ ਸਾਰੇ ਫੈਸਲੇ ਨੇ ਜਿਹੜੇ ਕਦੀ ਤੁਸੀਂ ਆਪਣੇ ਮਾਂ ਪਿਓ ਨੂੰ ਵੀ ਪੁੱਛ ਕੇ ਨਹੀਂ ਲਏ ਹੁੰਦੇ, ਪਰ ਉਹਦੇ ਨਾਲ ਤੁਹਾਨੂੰ ਲੈਣੇ ਪੈਂਦੇ ਆ ਉਹ ਫੈਸਲੇ, ਹੈ ਨਾ। ਤੇ ਜੇ ਸੱਚੀ ਤੁਹਾਡਾ ਮੁੰਡਾ ਉਸ ਚੀਜ਼ ਲਈ ਤਿਆਰ ਨਹੀਂ ਤਾਂ ਉਹਦਾ ਵਿਆਹ ਨਾ ਕਰੋ। ਉਹਨੂੰ ਜਦੋਂ ਲੱਗੂਗਾ ਜ਼ਿੰਦਗੀ 'ਚ ਕਿ ਹਾਂ ਮੈਂ ਹੁਣ ਆਪਣੇ 'ਚ ਥੋੜਾ ਬਦਲਾਅ ਲਿਆ ਸਕਦਾ, ਮੈਂ ਉਹ ਨਿਆਣਪਣੇ 'ਚੋਂ ਜਦੋਂ ਮੈਂ ਦੂਜੇ ਦਾ ਦਖਲ ਬਰਦਾਸ਼ਤ ਕਰ ਸਕਦਾ। ਬਿਲਕੁਲ। ਤੇ ਨਹੀਂ ਤਾਂ ਮਤਲਬ ਕੁੜੀ ਆ ਕੇ ਉਹਨੂੰ ਕੋਈ ਅਕਲ ਦੀ ਗੱਲ ਵੀ ਕਹੂਗੀ, ਉਹਨੂੰ ਇਹੀ ਲੱਗੂਗਾ ਕਿ ਇਹ ਮੈਨੂੰ ਹਦਾਇਤਾਂ ਕਰ ਰਹੀ ਆ, ਮੇਰੇ ਤੇ ਰੋਕਾ ਟੋਕੀ ਕਰ ਰਹੀ ਆ, ਤੇ ਉਦੋਂ ਮਤਲਬ ਰਿਸ਼ਤਾ ਹਮੇਸ਼ਾ ਖਰਾਬ ਹੁੰਦਾ। ਕੋਈ ਕੁੜੀ ਚਲੋ ਚੁੱਪ ਕਰਕੇ ਵਕਤ ਤੁਹਾਡੇ ਇਹੋ ਜਿਹੇ ਬੱਚੇ ਨਾਲ ਕੱਢ ਵੀ ਸਕਦੀ ਆ, ਪਰ ਉਹਦਾ ਮਾਨਸਿਕ ਜਿਹੜਾ ਨੁਕਸਾਨ ਹੁੰਦਾ ਨਾ, ਉਹਨੂੰ ਆਪਾਂ ਮਤਲਬ ਆਪਾਂ ਕਹਿੰਦੇ ਨਾ ਸਰੀਰ ਦੀ ਸੱਟ ਦੇਖ ਲਓਗੇ, ਮਾਨਸਿਕਤਾ ਦੀ ਨਹੀਂ ਦੇਖ ਸਕਦੇ। ਤੇ ਇਹੀ ਚੀਜ਼ਾਂ ਕੁੜੀਆਂ ਜਿਹੜੀਆਂ ਐਵੇਂ ਦੇ ਮਿਜ਼ਾਜ ਦੀਆਂ ਕੁੜੀਆਂ ਹੁੰਦੀਆਂ ਨੇ, ਉਹਨਾਂ ਨਾਲ ਵੀ ਜਦੋਂ ਮੁੰਡੇ ਰਹਿੰਦੇ ਨੇ ਉਹ ਵੀ ਫੇਸ ਕਰਦੇ ਨੇ, ਹਾਂ ਬਿਲਕੁਲ। ਕਈ ਕੁੜੀਆਂ ਜਿਵੇਂ ਪਰਿਵਾਰ 'ਚ, ਜਿਵੇਂ ਮੰਨ ਲਓ ਇੱਕ ਕੁੜੀ 20-22 ਸਾਲ ਦੀ ਆ, ਉਹਦੀ ਮਾਂ ਨਾਲ ਵੀ ਲੜਾਈ ਹੋ ਰਹੀ ਹੈ, ਭੈਣ ਨਾਲ ਵੀ ਹੋ ਰਹੀ ਹੈ, ਭਰਾ ਨਾਲ ਵੀ ਨਹੀਂ ਬਣਦੀ, ਆਪਾਂ ਕਹਿੰਦੇ ਕੋਈ ਨਹੀਂ ਬਗਾਨੇ ਤੈਨੂੰ ਸਿੱਧੀ ਕਰ ਲੈਣਗੇ, ਪਰ ਉੱਥੇ ਆ ਕੇ ਵੀ ਉਹਨਾਂ ਦੇ ਹਾਲਾਤ ਉਹੋ ਜਿਹੇ ਰਹਿੰਦੇ ਆ, ਹੈ ਨਾ। ਫਿਰ ਉੱਥੇ ਮੁੰਡੇ ਨੂੰ ਵੀ ਉਹਨਾਂ ਨਾਲ ਕੱਟਣਾ ਔਖਾ ਹੋ ਜਾਂਦਾ। ਬਹੁਤ ਸਾਰੇ ਪਰਿਵਾਰਾਂ 'ਚ ਇਹ ਵੀ ਚੀਜ਼ ਹੁੰਦੀ ਹੈ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਆਪਾਂ ਨਵੇਂ ਘਰ 'ਚ ਆਉਂਦੇ ਹਾਂ, ਬਹੁਤ ਸਾਰੀ ਚੀਜ਼ ਕੋਈ ਸਾਨੂੰ ਥੋੜ੍ਹੇ ਜਿਹੇ ਮਤਲਬ ਰੁੱਖੇ ਢੰਗ ਨਾਲ ਵੀ ਕਹਿੰਦਾ, ਸਾਨੂੰ ਲੱਗਦਾ ਵੀ ਇਹਨੇ ਮੇਰੇ ਠਾਈ ਮਾਰਤੀ, ਹੈ ਨਾ। ਚਾਹੇ ਉਹ ਤੁਹਾਡੀ ਸੱਸ ਆ, ਤੁਹਾਡਾ ਸਹੁਰਾ ਹੈ, ਜਾਂ ਕੋਈ ਵੀ ਪਰਿਵਾਰ 'ਚ ਤੀਜਾ ਮੈਂਬਰ ਵੀ ਹੋ ਸਕਦਾ। ਤੇ ਬੜੀਆਂ ਉਲਝਣਾਂ ਜਿਹੀਆਂ ਹੁੰਦੀਆਂ ਨੇ, ਬੰਦਾ ਸੋਚਦਾ ਕਿ ਚੱਲ ਮੈਂ ਆਪਣੇ ਘਰ ਵਾਲੇ ਨੂੰ ਦੱਸ ਕੇ, ਹੈ ਨਾ, ਥੋੜ੍ਹਾ ਮਨ ਹਲਕਾ ਕਰ ਲੂੰ। ਤੇ ਜਦੋਂ ਤੁਸੀਂ ਉਹਨੂੰ ਦੱਸਣ ਲੱਗਦੇ ਹੋ, ਉਹਨੂੰ ਲੱਗਦਾ ਕਿ ਤੂੰ ਮੇਰੇ ਪਰਿਵਾਰ ਦੀਆਂ ਚੁਗਲੀਆਂ ਕਰ ਰਹੀ ਹੈ ਮੇਰੇ ਕੋਲ, ਹੈ ਨਾ, ਜਦ ਕਿ ਉਹਨੂੰ ਸੁਣ ਲੈਣੀ ਚਾਹੀਦੀ ਹੈ। ਤੇ ਕਈ ਚੀਜ਼ਾਂ ਮੈਨੂੰ ਲੱਗਦਾ ਕਈ ਵਾਰ ਤੁਸੀਂ ਸੁਣ ਕੇ ਉਹਨੂੰ ਇੰਨੇ ਤਰੀਕੇ ਨਾਲ ਹੱਲ ਕਰ ਲੈਂਦੇ ਹੋ ਕਿ ਵਾਈਫ ਨੂੰ ਵੀ ਲੱਗਣ ਲੱਗ ਜਾਂਦਾ ਵੀ ਚਲੋ ਮੇਰੀ ਗੱਲ ਸੁਣੀ ਗਈ, ਹੈ ਨਾ। ਜਦੋਂ ਤੁਸੀਂ ਸੁਣਦੇ ਨਹੀਂ, ਉਹ ਮੰਨ ਲਓ ਫੋਨ ਕਰਕੇ ਕਿਸੇ ਭੈਣ ਨੂੰ ਦੱਸੂਗੀ, ਕਿਸੇ ਸਹੇਲੀ ਨੂੰ ਦੱਸੂਗੀ, ਮਾਂ ਨੂੰ ਦੱਸੂਗੀ, ਤਾਂ ਕਈ ਵਾਰੀ ਤੁਸੀਂ ਮੇਰੇ ਨਾਲ ਗੱਲ ਕਰੋਗੇ, ਮੇਰਾ ਤੁਹਾਡੇ ਨਾਲ ਇੰਨਾ ਇਮੋਸ਼ਨਲ ਅਟੈਚਮੈਂਟ ਆ, ਮੈਂ ਤੁਹਾਨੂੰ ਕਹੂੰਗੀ ਗੁਰਦੀਪ ਨਹੀਂ ਤੂੰ ਸਹੀ ਆ, ਤੂੰ ਠੋਕ ਕੇ ਜਵਾਬ ਦੇ ਅੱਗੋਂ, ਹੈ ਨਾ। ਤੇ ਇਹੀ ਚੀਜ਼ ਜੇ ਸੋਨਪ੍ਰੀਤ ਤੁਹਾਨੂੰ ਸਮਝਾਉਣਗੇ, ਉਹ ਕਹਿਣਗੇ ਨਹੀਂ ਗੁਰਦੀਪ ਤੂੰ ਇੱਕ ਪਰਿਵਾਰ 'ਚ ਰਹਿ ਰਹੀ ਆ, ਤੇ ਆਪਾਂ ਨੂੰ ਇੰਨਾ ਕੁ ਤਾਲਮੇਲ ਰੱਖਣਾ ਚਾਹੀਦਾ, ਹੈ ਨਾ। ਤੇ ਜੇ ਐਵੇਂ ਚੀਜ਼ਾਂ ਅਸੀਂ ਸੁਲਝਾ ਲਈਏ ਤਾਂ ਉੱਥੇ ਵੀ ਚੀਜ਼ਾਂ ਵੱਡੀਆਂ ਨਾ ਹੋਣ, ਪਰ ਅਸੀਂ ਉਦੋਂ ਕੀ ਆਪਣੀ ਆਪਣੀ ਈਗੋ ਲੈ ਕੇ ਬੈਠ ਜਾਂਦੇ ਹਾਂ। ਇਹਦਾ ਇੱਕ ਤਰੀਕਾ ਭੈਣੇ ਹੋਰ ਵੀ ਹੋ ਸਕਦਾ ਵਾ, ਕਈ ਵਾਰੀ ਨਾ ਰੌਲਾ ਆਪਣਾ ਕਿਸੇ ਹੋਰ ਨਾਲ ਹੁੰਦਾ, ਲੜੀ ਆਪਾਂ ਘਰ ਵਾਲੇ ਨਾਲ ਜਾਂਦੇ ਹੁੰਦੇ ਆ ਨਾ। ਸੋ ਬਹੁਤ ਸਾਰੀਆਂ ਜਿਵੇਂ ਆਪਾਂ ਕਹਿ ਸਕਦੇ, ਮੈਂ ਵੀ ਜਿਵੇਂ ਲਿਵਿੰਗ ਰੂਮ ਦੀਆਂ ਜਿਹੜੀਆਂ ਚੀਜ਼ਾਂ ਨੇ ਕਦੇ ਵੀ ਬੈਡਰੂਮ 'ਚ ਨਾ ਲੈ ਕੇ ਜਾਓ, ਹੈ ਨਾ। ਤੁਹਾਨੂੰ ਕੋਈ ਚੀਜ਼ ਨਹੀਂ ਚੰਗੀ ਲੱਗ ਰਹੀ ਹੈਗੀ, ਇਹ ਮਤਲਬ ਆਪਾਂ ਵੀ ਐਕਸਪੀਰੀਅੰਸ ਦੇ ਨਾਲ ਹੀ ਸਿੱਖਦੇ ਹਾਂ। ਬਹੁਤ ਵਾਰੀ ਇੱਦਾਂ ਹੁੰਦਾ ਕਿ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਵੀ ਤੁਸੀਂ ਇਹ ਸਿਚੁਏਸ਼ਨ ਨੂੰ ਹੈਂਡਲ ਕਿਵੇਂ ਕਰੋ, ਹੈ ਨਾ। ਪਰ ਮੈਨੂੰ ਲੱਗਦਾ ਹੁੰਦਾ ਵੀ ਇਹਦਾ ਸਭ ਤੋਂ ਵਧੀਆ ਤਰੀਕਾ ਇਹ ਆ ਵੀ ਜੇ ਤੁਹਾਨੂੰ ਲੱਗਦਾ ਵੀ ਸਾਹਮਣੇ ਵਾਲਾ ਬੰਦਾ ਸੁਣਨ ਵਾਲਾ ਹੈਗਾ, ਜੇ ਤੁਹਾਨੂੰ ਦਿੱਕਤ ਉਸ ਬੰਦੇ ਨਾਲ ਆ ਤਾਂ ਉਸ ਬੰਦੇ ਦੇ ਨਾਲ ਹੀ ਤੁਸੀਂ ਕਲੀਅਰ ਕਰ ਲਓ। ਉਹਦੇ ਨਾਲ ਹੋਈ ਦਿੱਕਤ ਨੂੰ ਤੁਸੀਂ ਆਪਦੇ ਘਰ ਵਾਲੇ ਤੱਕ ਜਾਂ ਬੈਡਰੂਮ ਤੱਕ ਨਾ ਲੈ ਕੇ ਜਾਓ, ਹੈ ਨਾ, ਕਿਉਂਕਿ ਉੱਥੇ ਫੇਰ ਚੀਜ਼ਾਂ ਉਹੀ ਵੱਡੀਆਂ ਬਣ ਜਾਂਦੀਆਂ ਨੇ। ਕਿਸੇ ਨੂੰ ਹੁਣ ਮੈਂ ਆ, ਮੇਰੇ ਘਰ ਦੇ ਲੱਖ ਗਲਤ ਹੋਣ ਪਰ ਮੈਨੂੰ ਸੁਣਨਾ ਨਹੀਂ ਚੰਗਾ ਲੱਗੂਗਾ, ਹੈ ਨਾ। ਉਵੇਂ ਇੱਕ ਮੁੰਡੇ ਦੇ ਲਈ ਸਿਚੁਏਸ਼ਨ ਹੁੰਦੀ ਆ, ਚਾਹੇ ਉਹਨੂੰ ਪਤਾ ਵੀ ਹੋਵੇ ਵੀ ਮੇਰੇ ਮਾਂ-ਬਾਪ ਮੇਰੇ ਭੈਣ ਭਰਾ ਗਲਤ ਨੇਗੇ, ਪਰ ਜਦੋਂ ਬਾਹਰੋਂ ਕੋਈ ਆ ਕੇ, ਆਪਾਂ ਹੁੰਦੇ ਤਾਂ ਬਾਹਰ ਲਈ ਆ ਨਾ, ਜਦੋਂ ਕੋਈ ਤੀਜਾ ਬੰਦਾ ਆ ਕੇ ਕਹਿੰਦਾ ਵੀ ਹਾਂ ਤੇਰੇ ਮਾਂ-ਬਾਪ ਗਲਤ ਹੈ, ਤੇਰੇ ਭੈਣ ਭਰਾ ਗਲਤ ਨੇ, ਹੈ ਨਾ, ਨਹੀਂ ਸੱਚੀ ਉਹਨੂੰ ਵੀ ਨਹੀਂ ਚੰਗਾ ਲੱਗਦਾ ਹੈਗਾ, ਹੈ ਨਾ। ਆਪਾਂ ਨੂੰ ਕਿਤੇ ਚੰਗਾ ਲੱਗਦਾ ਵਾ, ਹੁਣ ਮੇਰੀ ਭਾਬੀ ਕੱਲ੍ਹ ਨੂੰ ਆ ਕੇ ਕਹੇ ਵੀ ਤੇਰਾ ਮੈਨੂੰ ਭਰਾ ਨਹੀਂ ਵਧੀਆ ਲੱਗਦਾ, ਮੈਂ ਉਹਦੇ ਨਾਲ ਲੱਖ ਲੜੀ ਜਾਵਾਂ, ਪਰ ਮੈਂ ਉਹ ਨਹੀਂ ਬਰਦਾਸ਼ਤ ਕਰ ਸਕਦੀ ਵੀ ਜਿਹੜਾ ਮੇਰੀ ਭਾਬੀ ਮੈਨੂੰ ਆ ਕੇ ਕਹੂਗੀ, ਹੈ ਨਾ, ਵੀ ਹਾਂ ਤੇਰਾ ਭਰਾ ਨਹੀਂ ਵਧੀਆ ਹੈਗਾ, ਉੱਥੇ ਮੈਨੂੰ ਉਹਦੇ ਭਰਾ ਨਾਲੋਂ ਮੇਰੀ ਭਾਬੀ ਭੈੜੀ ਲੱਗਣ ਲੱਗ ਜੂਗੀ, ਹੈ ਨਾ। ਇਹ ਹਿਊਮਨ ਨੇਚਰ ਆ, ਕਿਸੇ ਨੂੰ ਵੀ ਨਹੀਂ ਵਧੀਆ ਲੱਗਦਾ ਹੁੰਦਾ। ਸੋ ਇਹਨਾਂ ਚੀਜ਼ਾਂ ਨੂੰ ਸੌਰਟ ਕਰਨ ਦਾ ਇੱਕ ਤਰੀਕਾ ਇਹ ਵੀ ਆ ਵੀ ਜਿਹਦੇ ਨਾਲ ਤੁਹਾਡਾ ਕੋਈ ਵੀ ਕਲੈਸ਼ ਆ, ਜੇ ਤੁਹਾਨੂੰ ਲੱਗਦਾ ਵੀ ਇਹ ਬੰਦਾ ਸੁਣ ਕੇ ਬਦਲ ਸਕਦਾ ਵਾ ਤਾਂ ਉਹਦੇ ਨਾਲ ਹੀ ਗੱਲ ਕਰਕੇ ਉਸ ਚੀਜ਼ ਨੂੰ ਸੌਰਟ ਆਊਟ ਕੀਤਾ ਜਾ ਸਕਦਾ। ਜੇ ਤੇ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਗੱਲ ਕੀਤੇ ਦਾ ਕੋਈ ਫਾਇਦਾ ਨਹੀਂ ਹੈਗਾ, ਹੈ ਨਾ, ਜਾਂ ਜੇ ਮੈਂ ਆਪਣੇ ਹਸਬੈਂਡ ਨਾਲ ਵੀ ਗੱਲ ਕਰੂੰਗੀ ਤਾਂ ਉੱਥੋਂ ਵੀ ਚੀਜ਼ਾਂ ਕਦੇ ਨਹੀਂ ਸਹੀ ਹੁੰਦੀਆਂ ਕਿ ਮੁੰਡੇ ਜਦੋਂ ਆ ਕੇ ਘਰੇ ਕੋਈ ਗੱਲ ਕਹਿ ਦਿੰਦੇ ਨੇ ਤਾਂ ਉਹ ਉਲਟਾ ਤੁਹਾਡੇ ਤੇ ਹੀ, ਹੈ ਨਾ, ਬਾਊਂਸ ਬੈਕ ਹੁੰਦੀਆਂ ਨੇਗੀਆਂ। ਸੋ ਉਹਨਾਂ ਚੀਜ਼ਾਂ ਦੇ ਉੱਪਰ ਡਿਸਕਸ਼ਨ ਕਰਨੀ ਹੀ ਬੰਦ ਕਰ ਦਿਓ। ਇਹ ਤਾਂ ਸਿਰਫ ਇੱਕੋ ਹੀ ਇਲਾਜ ਆ, ਕਿਉਂਕਿ ਬਾਰ-ਬਾਰ ਤੁਸੀਂ ਉਹਨਾਂ ਚੀਜ਼ਾਂ 'ਤੇ ਜਦੋਂ ਗੱਲ ਕਰਦੇ ਆ ਤਾਂ ਸਾਹਮਣੇ ਵਾਲਾ ਵੀ ਆਪਾਂ ਨੂੰ, ਹੁਣ ਮੰਨ ਲਓ ਜਿਵੇਂ ਆਪਾਂ ਇੱਕ ਦਿਨ ਗੱਲ ਕਰਦੇ ਸੀ ਵੀ ਕੋਈ ਬੰਦਾ ਆਪਾਂ ਨੂੰ ਫੋਨ ਕਰਕੇ ਹਰ ਵਾਰ ਇਹੀ ਗੱਲ ਕਵੇ ਵੀ ਮੈਂ ਤਾਂ ਠੀਕ ਨਹੀਂ, ਮੈਂ ਤਾਂ ਮੇਰਾ ਮਨ ਨਹੀਂ ਲੱਗਦਾ, ਆਪਾਂ ਵੀ ਇੱਕ ਵਾਰ, ਦੋ ਵਾਰ, ਤਿੰਨ ਵਾਰ ਸੁਣਾਂਗੇ, ਚੌਥੀ ਵਾਰ ਆਪਾਂ ਕਹਾਂਗੇ ਵੀ ਤੂੰ ਕੋਈ ਹੋਰ ਗੱਲ ਕਰ ਲੈ, ਹੈ ਨਾ। ਸੋ ਘਰਾਂ ਦੇ ਵਿੱਚ ਵੀ ਐਵੇਂ ਹੀ ਹੁੰਦਾ ਵੀ ਜਦੋਂ ਤੁਸੀਂ ਇੱਕੋ ਹੀ ਗੱਲ ਨੂੰ ਵਾਰ-ਵਾਰ ਘਰ ਵਾਲੇ ਤੱਕ ਅਪਰੋਚ ਕਰ ਰਹੇ ਹੋ, ਉਹ ਵੀ ਕਿਸੇ ਨਾ ਕਿਸੇ ਦਿਨ ਖਿੱਚ ਕੇ ਤੁਹਾਨੂੰ ਇਹ ਕਹਿ ਦੂਗਾ ਵੀ ਤੂੰ ਇਗਨੋਰ ਕਰ ਦੇ, ਕਿਉਂਕਿ ਸੱਚੀ ਹੱਲ ਹੀ ਇਹ ਆ ਵੀ ਇਗਨੋਰ ਕਰ ਦਿਓ ਤੁਸੀਂ ਉਹਨਾਂ ਚੀਜ਼ਾਂ ਨੂੰ, ਹੈ ਨਾ।
ਸੋ ਕਈ ਵਾਰੀ ਇਹ ਵੀ ਹੁੰਦਾ ਵੀ ਲੜਾਈ ਤੁਹਾਡੀ ਕਿਸੇ ਨਾਲ ਹੁੰਦੀ ਆ, ਤੁਸੀਂ ਉਹਦਾ ਗੁੱਸਾ ਕਿਤੇ ਜਾ ਕੇ ਕੱਢੀ ਜਾਂਦੇ ਹੋ, ਆਪਾਂ ਕੱਢ ਦਿੰਦੇ ਵੀ ਇਹ ਤੇਰੇ ਐਂ ਕਰਦੇ ਆ, ਤੇਰੇ ਐਂ ਕਰਦੇ, ਤੇ ਉਹ ਗੱਲ ਉੱਥੇ ਦੀ ਉੱਥੇ ਖੜੀ ਰਹਿੰਦੀ ਆ, ਮਸਲਾ ਸੌਟ ਹੀ ਨਹੀਂ ਹੁੰਦਾ। ਕਈ ਵਾਰ ਸਾਹਮਣੇ ਵਾਲੇ ਬੰਦੇ ਨੂੰ ਵੀ ਨਹੀਂ ਪਤਾ ਹੁੰਦਾ ਵੀ ਇਹਨੂੰ ਇਹ ਚੀਜ਼ ਬੁਰੀ ਲੱਗੀ ਆ, ਤੁਸੀਂ ਉੱਥੇ ਥੋੜਾ ਢੰਗ ਇੱਦਾਂ ਦਾ ਹੋਣਾ ਚਾਹੀਦਾ ਵੀ ਸਾਹਮਣੇ ਵਾਲੇ ਨੂੰ ਵੀ ਨਾ ਬੁਰਾ ਲੱਗੇ ਵੀ ਇਹਨੇ ਮੈਨੂੰ ਕਿਹਾ। ਕਿਉਂਕਿ ਕਈ ਵਾਰ ਜਦੋਂ ਆਪਾਂ ਉਮਰ 'ਚ ਵੱਡੇ ਬੰਦੇ ਨੂੰ ਕੋਈ ਗੱਲ ਕਹਿੰਦੇ ਆ, ਉਹਨਾਂ ਨੂੰ ਵੈਸੇ ਹੀ ਐਂ ਹੁੰਦਾ ਵੀ ਪਤਾ ਨਹੀਂ ਨਿਆਣੇ ਸਾਨੂੰ ਹੁਣ ਅਕਲ ਸਿਖਾ ਰਹੇ ਨੇ, ਹਨਾ। ਸੋ ਤੁਹਾਡਾ ਢੰਗ ਵੀ ਇੱਦਾਂ ਦਾ ਹੋਣਾ ਚਾਹੀਦਾ ਵਾ, ਅਗਲੇ ਨੂੰ ਬੁਰਾ ਵੀ ਨਾ ਲੱਗੇ ਤੇ ਤੁਹਾਡੀ ਜਿਹੜੀ ਪ੍ਰੋਬਲਮ ਬਣੀ ਹੋਈ ਆ ਉਹਦਾ ਹੱਲ ਵੀ ਨਿਕਲ ਜਾਵੇ। ਤੇ ਇੱਕ ਚੀਜ਼ ਮੈਨੂੰ ਲੱਗਦਾ ਗੁਰਦੀਪ ਹੋਰ ਇਹਦੇ 'ਚ ਬਹੁਤ ਅਹਿਮ ਆ, ਜਿਹੜੀ ਹੁਣ ਮਤਲਬ ਬਹੁਤ ਵੱਡੇ ਮਸਲਿਆਂ ਦਾ ਕਾਰਨ ਬਣਦੀ ਆ। ਕਈ ਵਾਰੀ ਹੁਣ ਜਿਵੇਂ ਬੱਚੇ ਨੇ, ਪਹਿਲਾਂ ਸਮਾਂ ਹੋਰ ਹੁੰਦਾ ਸੀਗਾ ਕਿ ਤੁਹਾਡੇ ਲਈ ਘਰ ਦੇ ਰਿਸ਼ਤਾ ਦੇਖਿਆ, ਤੁਸੀਂ ਉਸ 'ਤੇ ਸਹਿਮਤੀ ਜਤਾਤੀ, ਖਾਸ ਕਰਕੇ ਕੁੜੀਆਂ, ਹੈ ਨਾ। ਆਪਣੇ ਹੁਣ ਤੱਕ ਬਜ਼ੁਰਗ ਆਪਾਂ ਨੂੰ ਦੱਸ ਦਿੰਦੇ ਵੀ ਮੈਂ ਤਾਂ ਇਹਨੂੰ ਵਿਆਹ ਵਾਲੇ ਦਿਨ ਹੀ ਦੇਖਿਆ ਸੀਗਾ, ਉਸ ਤੋਂ ਪਹਿਲਾਂ ਮੈਂ ਤਾਂ ਇਹਦੀ ਫੋਟੋ ਵੀ ਨਹੀਂ ਸੀ ਦੇਖੀ। ਫਿਰ ਚਲੋ ਫੋਟੋ ਦਿਖਾਉਣ ਦਾ ਰਿਵਾਜ ਆ ਗਿਆ, ਹੈ ਨਾ। ਉਸ ਤੋਂ ਬਾਅਦ ਕੁੜੀ ਤੇ ਮੁੰਡੇ ਨੂੰ ਸਾਹਮਣੇ ਬਿਠਾ ਕੇ ਮਤਲਬ ਹੈ ਨਾ ਪੁੱਛਣ ਲੱਗ ਗਏ ਵੀ ਤੈਨੂੰ ਪਸੰਦ ਆ ਜਾਂ ਨਹੀਂ। ਵੈਸੇ ਜਿੰਨਾ ਰਿਸ਼ਤੇ ਦਾ ਨਾਸ ਮਾਰ ਦਿੰਦੇ ਨੇ, ਕੂੜਾ ਹੀ ਬਣ ਜਾਂਦਾ। ਸਹੀ ਗੱਲ ਹੈ। ਤੇ ਹੁਣ ਸਮਾਂ ਬਹੁਤ ਵੱਖਰਾ ਹੋ ਗਿਆ, ਬੱਚੇ ਬਾਹਰ ਜਾਂਦੇ ਨੇ ਪੜ੍ਹਨ ਲਈ, ਹੈ ਨਾ। ਤੇ ਉਹਨਾਂ ਦੀ ਕੋਈ ਆਪਣੀ ਪਸੰਦ ਵੀ ਹੋ ਸਕਦੀ ਹੈ ਕਿ ਮੈਂ ਇਹਦੇ ਨਾਲ ਵਿਆਹ ਕਰਾਉਣਾ। ਉਹ ਇੰਟਰਕਾਸਟ ਵੀ ਹੋ ਸਕਦੀ ਹੈ, ਇੰਟਰ ਰਿਲੀਜਨ ਵੀ ਹੋ ਸਕਦੀ ਹੈ, ਤੁਹਾਡੇ ਸਟੇਟਸ ਦੀ ਵੀ ਨਹੀਂ ਹੋ ਸਕਦੀ, ਹੈ ਨਾ। ਤਾਂ ਉੱਥੇ ਮਾਂ ਪਿਓ ਫਿਰ ਉਹਨਾਂ ਨੂੰ, ਜਾਂ ਤਾਂ ਤੁਸੀਂ ਆਪਣੇ ਬੱਚੇ ਨੂੰ ਸ਼ੁਰੂਆਤ 'ਚ ਹੀ ਜਦੋਂ ਉਹ ਵੱਡਾ ਹੋ ਰਿਹਾ ਉਹਨੂੰ ਸਮਝਾਉਣਾ ਸ਼ੁਰੂ ਕਰੋ ਵੀ ਇਸ ਤਰੀਕੇ ਦਾ ਰਿਸ਼ਤਾ ਜਿਹੜਾ ਮਤਲਬ ਸ਼ਾਇਦ ਮੇਰੀ ਭਾਸ਼ਾ ਜਿਵੇਂ ਵੀ ਅਸੀਂ ਹਜਮ ਕਰ ਸਕਦੇ ਹਾਂ ਜਾਂ ਅਸੀਂ ਨਹੀਂ ਕਰ ਸਕਦੇ, ਹੈ ਨਾ। ਤੇ ਜੇ ਤੁਸੀਂ ਇਹ ਚੀਜ਼ਾਂ 'ਚ ਨਹੀਂ ਸਕਸੈਸਫੁਲ ਹੋਏ, ਤੁਹਾਡਾ ਬੱਚਾ ਇੱਕ ਆਪਣੀ ਚੁਆਇਸ ਲੈ ਕੇ ਤੁਹਾਡੇ ਸਾਹਮਣੇ ਆ ਗਿਆ ਕਿ ਮੈਂ ਇਹਦੇ ਨਾਲ ਰਹੂੰਗਾ, ਬਹੁਤ ਸਾਰੇ ਹਾਲਾਤਾਂ 'ਚ ਮਾਂ ਪਿਓ ਸਭ ਤੋਂ ਪਹਿਲਾਂ ਉਹ 'ਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੰਦੇ ਆ ਵੀ ਨਹੀਂ ਤੂੰ ਇਹ ਨਹੀਂ, ਮਤਲਬ ਜਿਹੜਾ ਅਸੀਂ ਤੇਰੇ ਲਈ ਦੇਖਿਆ ਤੂੰ ਉਹ ਪਸੰਦ ਕਰ ਲਾ ਨਾ। ਇਹ ਬਦਲਾਅ ਆਉਣ ਨੂੰ ਬਹੁਤ ਵਕਤ ਲੱਗੂਗਾ ਜੇ ਆਪਣੇ ਮੁਲਕ 'ਚ, ਪਰ ਤੁਸੀਂ ਧੱਕੇ ਨਾਲ ਉਹਦਾ ਵਿਆਹ ਕਿਸੇ ਦੂਜੇ ਬੰਦੇ ਨਾਲ ਕਰ ਦਿੰਦੇ ਹੋ। ਕੁੜੀਆਂ ਨਾਲ ਖਾਸ ਕਰਕੇ ਮਤਲਬ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਮੁੜ ਕੇ ਉਹ ਜਾ ਕੇ ਉੱਥੇ ਐਡਜਸਟ ਨਹੀਂ ਕਰਦੀਆਂ ਜਾਂ ਉਹਨਾਂ ਦੀ ਆਪਸ ਵਿੱਚ ਅਟੈਚਮੈਂਟ ਨਹੀਂ ਹੁੰਦੀ। ਫਿਰ ਕਿਹੋ ਜਿਹੇ ਨਤੀਜੇ ਨਿਕਲਦੇ ਆ, ਸਾਲ 2 ਸਾਲ ਬਾਅਦ ਤਲਾਕ ਹੋਣੇ ਸ਼ੁਰੂ ਹੋ ਜਾਂਦੇ ਆ। ਮੁੰਡਿਆਂ ਨਾਲ ਜਦੋਂ ਤੁਸੀਂ ਇਹੋ ਜਿਹੀਆਂ ਚੀਜ਼ਾਂ ਕਰਦੇ ਹੋ, ਸੇਮ ਨਤੀਜਾ ਉਸ ਚੀਜ਼ ਦਾ ਵੀ ਨਿਕਲੂਗਾ, ਹੈ ਨਾ। ਮੈਨੂੰ ਲੱਗਦਾ ਕਿ ਜਾਂ ਤਾਂ ਤੁਸੀਂ ਆਪਣੇ ਬੱਚੇ ਨੂੰ ਸ਼ੁਰੂਆਤ ਤੋਂ ਇਹਨਾਂ ਚੀਜ਼ਾਂ ਲਈ ਕਨਵਿੰਸ ਕਰਨਾ ਸ਼ੁਰੂ ਕਰੋ, ਜਾਂ ਫਿਰ ਜੇ ਕੋਈ ਰਿਸ਼ਤਾ ਉਹਦਾ ਬਾਹਰ ਇਹੋ ਜਿਹਾ ਬਣ ਗਿਆ, ਉਹਦੀ ਮਰਜ਼ੀ ਤੋਂ ਬਿਨਾਂ ਐਵੇਂ ਕਿਸੇ ਦੂਜੇ ਬੰਦੇ ਨੂੰ ਉਹਦੇ ਨਾਲ ਬੰਨ੍ਹ ਕੇ ਨਾ ਧਰ ਦਿਓ, ਹੈ ਨਾ। ਵੀ ਚਲੋ ਵਿਆਹ ਤੋਂ ਬਾਅਦ ਸਭ ਕੁਝ ਸਹੀ ਹੋ ਜਾਂਦਾ, ਨਹੀਂ ਸਹੀ ਹੁੰਦਾ। ਮਤਲਬ ਉਹ ਬਹੁਤ ਘੱਟ ਹਾਲਾਤ ਨੇ ਜਿੱਥੇ ਬੰਦਾ ਐਡਜਸਟ ਕਰਨਾ ਸ਼ੁਰੂ ਕਰ ਦੂਗਾ, ਨਹੀਂ ਤਾਂ ਨਤੀਜਾ ਡਿਵੋਰਸ ਹੁੰਦਾ, ਜਾਂ ਫਿਰ ਬਹੁਤ ਸਾਰੇ ਲੋਕ ਤਾਂ ਇੱਥੋਂ ਤੱਕ ਵੀ ਆਪਾਂ ਸੁਣਦੇ ਵੀ ਕਤਲ ਤੱਕ ਵੀ ਹੋ ਜਾਂਦੇ ਆ ਨਾ ਉਹਨਾਂ ਚੀਜ਼ਾਂ 'ਚ। ਆਪਣੇ ਨਿਆਣੇ ਨੂੰ ਇਹ ਸਮਝਾਓ ਕਿ ਤੇਰਾ ਵਿਆਹ ਹੋ ਰਿਹਾ, ਤੇਰੀ 100% ਲੋਇਲਟੀ ਉਸ ਬੰਦੇ ਨਾਲ ਹੋਣੀ ਚਾਹੀਦੀ ਹੈ ਨਾ। ਮੁੰਡੇ ਕੁੜੀਆਂ ਵਿਆਹ ਤੋਂ ਬਾਅਦ ਐਕਸਟਰਾ ਮੈਰਿਟਲ ਅਫੇਅਰ ਹੋਈ ਜਾਂਦੇ ਆ, ਉੱਥੇ ਕੁੜੀਆਂ ਦੀਆਂ ਮਾਂ ਪਿਓ ਕੁੜੀਆਂ 'ਤੇ ਪਰਦਾ ਪਾਉਣਾ ਸ਼ੁਰੂ ਕਰ ਦਿੰਦੇ ਨੇ, ਮੁੰਡਿਆਂ ਦੇ ਮਾਂ ਪਿਓ ਮੁੰਡਿਆਂ 'ਤੇ ਪਰਦਾ ਪਾਉਂਦੇ ਆ ਨਾ। ਮੈਨੂੰ ਲੱਗਦਾ ਕਿ ਜੇ ਉਹ ਚੀਜ਼ ਵੀ ਤੁਹਾਡੇ ਬੱਚਿਆਂ 'ਚ ਹੈਗੀ ਆ ਤਾਂ ਉੱਥੇ ਵੀ ਤੁਹਾਨੂੰ 100 ਵਾਰ ਕਿਸੇ ਨਾਲ ਉਹਨਾਂ ਦਾ ਰਿਸ਼ਤਾ ਜੋੜਨ ਤੋਂ ਪਹਿਲਾਂ ਸੋਚਣਾ ਚਾਹੀਦਾ। ਤੁਸੀਂ ਕੋਸ਼ਿਸ਼ ਕਰੋ ਕਿ ਹਾਂ ਮਤਲਬ ਦੁਨੀਆ ਕੀ ਸੋਚਦੀ ਹੈ, ਦੁਨੀਆ ਕੀ ਕਰਦੀ ਹੈ, ਉਹਦੇ ਨਾਲੋਂ ਜੇ ਤੁਸੀਂ ਥੋੜ੍ਹੇ ਜਿਹਾ ਸਮਾਂ ਸੋਚ ਕੇ ਆਪਣੇ ਬੱਚੇ ਦੀ ਖੁਸ਼ੀ ਨੂੰ ਐਵੇਂ ਤਾਂ ਦੇ ਲਵੋ ਨਾ, ਸ਼ਾਇਦ ਤੁਸੀਂ ਸੌਖੇ ਹੋ ਜਾਂਦੇ ਹੋ। ਪਰ ਜਿੱਥੇ ਪਤਾ ਵੀ ਧੱਕੇ ਨਾਲ ਇਹਨੂੰ ਵਿਆਹ ਕੇ ਕਿਸੇ ਦੇ ਘਰ ਭੇਜ ਰਹੇ ਹਾਂ ਜਾਂ ਧੱਕੇ ਨਾਲ ਇਹਦੇ ਨਾਲ ਬੰਨ੍ਹ ਕੇ ਕਿਸੇ ਨੂੰ ਲਿਆ ਰਹੇ ਹਾਂ, ਤਾਂ ਉੱਥੇ ਸਾਰੀ ਉਮਰ ਤੁਹਾਡੇ 'ਤੇ ਹੀ ਤਲਵਾਰ ਲਟਕਦੀ ਰਹਿੰਦੀ। ਹਾਂ ਬਿਲਕੁਲ। ਤੇ ਜਾਂਦੇ ਹੋ ਛੋਟੀ ਜਿਹੀ ਗੱਲ ਇਹ ਆ ਵੀ ਜਿਵੇਂ ਹੁਣ ਆਪਾਂ ਗੱਲ ਕਰਦੇ ਵੀ ਦੋਨੋਂ ਵਰਕਿੰਗ ਹੁੰਦੇ ਨੇ, ਵੀ ਜੇ ਤੁਹਾਡੀ ਤੌਲੀਆ ਸੁੱਕਣਾ ਜ਼ਰੂਰ ਪਾਉਣਾ ਹੋਣਾ ਚਾਹੀਦਾ। ਨਹੀਂ ਇਹਦੇ ਤੋਂ ਅਲੱਗ ਗੱਲ ਆ, ਤੌਲੀਆ ਸੁੱਕਣੇ ਵਾਲਾ ਅਲੱਗ ਗੱਲ ਆ ਵੀ ਜੇ ਤੁਹਾਡੀ ਘਰ ਵਾਲੀ ਰੋਟੀ ਪਾ ਰਹੀ ਹੈ ਤਾਂ ਘੱਟੋ ਘੱਟ ਚੱਕ ਕੇ ਤੁਸੀਂ ਸਾਰਿਆਂ ਨੂੰ ਫੜਾ ਦਿਓ। ਸਹੀ ਗੱਲ। ਰੋਟੀ ਖਾ ਕੇ ਆਪਦੇ ਭਾਂਡੇ ਤੁਸੀਂ ਆਪ ਗੱਲ ਇੱਕ ਛੋਟੀ ਜਿਹੀ ਹਾਸੇ ਵਾਲੀ ਨਾਲ ਮੈਂ ਨਿਬੇੜਦੀ ਹਾਂ ਕਿ ਸਾਡੇ ਨਾ ਘਰ ਦੇ ਸਾਹਮਣੇ ਘਰ ਆ ਇੱਕ, ਤੇ ਉਹ ਭਾਜੀ ਸਵੇਰੇ ਸਵੇਰੇ ਮਤਲਬ ਭੈਣ ਜੀ ਕੱਪੜੇ ਧੋ ਦਿੰਦੇ ਹੋਣਗੇ ਥੱਲੇ, ਤਾਂ ਉਹ ਨਾ ਸੁੱਕਣੇ ਪਾਉਂਦੇ ਹੁੰਦੇ ਆ ਕੱਪੜੇ, ਤੇ ਬੜੀ ਤਰਤੀਬ ਨਾਲ ਕੱਪੜੇ ਸੁੱਕਣੇ ਪਾਉਂਦੇ, ਮਤਲਬ ਐਂ ਟਕਾ ਟਕਾ ਕੇ ਚੁੰਡੀਆਂ ਲਾਉਂਦੇ। ਤਾਂ ਮੈਂ ਬੈਠੀ ਸੋਚਦੀ ਹੁੰਦੀ ਵੀ ਇਹੋ ਜਿਹੇ ਬੰਦੇ ਕਿੱਥੋਂ ਮਿਲਦੇ ਆ। ਹਾਂ ਨਹੀਂ ਪਰ ਇਹ ਹੋਣਾ ਚਾਹੀਦਾ ਸਾਨੂੰ। ਜਦੋਂ ਕੁੜੀਆਂ ਨੇ ਘਰ ਦੇ ਨਾਲ ਨਾਲ ਬਾਹਰ ਕੰਮ ਕਰਨ ਦੀ ਆਦਤ ਪਾ ਲਈ, ਤਾਂ ਮੁੰਡਿਆਂ ਨੂੰ ਵੀ ਬਾਹਰ ਦੇ ਕੰਮ ਦੇ ਨਾਲ ਨਾਲ ਘਰ ਦੇ ਕੰਮ ਕਰਨ ਦੀ ਆਦਤ ਹੋਣੀ ਚਾਹੀਦੀ ਆ, ਹੈ ਨਾ। ਤੇ ਦੂਸਰੀ ਗੱਲ ਮੁੱਕਦੀ ਮਤਲਬ ਜੇ ਆਪਾਂ ਮੁਕਾਉਣੀ ਹੋਵੇ ਗੱਲ, ਤਾਂ ਇਹ ਆ ਵੀ ਜਿਵੇਂ ਹਰ ਇੱਕ ਚੀਜ਼ ਦੇ ਲਈ ਆਪਣਾ ਇੱਕ ਯੋਗਤਾ ਟੈਸਟ ਹੁੰਦਾ ਹੈ ਨਾ। ਕੋਈ ਵੀ ਸਰਕਾਰੀ ਨੌਕਰੀ ਤੁਸੀਂ ਲੈਣੀ ਆ ਜਾਂ ਵੈਸੇ ਵੀ ਤੁਸੀਂ ਕਿਤੇ ਕੋਈ ਕੰਮ ਜੌਬ ਦੇ ਲਈ ਜਾਂਦੇ ਹੋ, ਤੁਹਾਨੂੰ ਪਰਖਣ ਦੇ ਲਈ ਇੱਕ ਛੋਟਾ ਜਿਹਾ ਇੰਟਰਵਿਊ ਜਾਂ ਕੁਛ ਵੀ ਹੁੰਦਾ ਆ, ਸਿਲੈਕਸ਼ਨ ਉਹ ਬਣਿਆ ਹੁੰਦਾ ਹੈ ਨਾ। ਤਾਂ ਉੱਥੇ ਵੀ ਤੁਸੀਂ ਮਤਲਬ ਉਹ ਟੈਸਟ ਪਾਸ ਕਰਦੇ ਹੋ, ਫਿਰ ਤੁਹਾਨੂੰ ਉਹ ਨੌਕਰੀ ਮਿਲਦੀ ਆ ਨਾ। ਤਾਂ ਮੈਨੂੰ ਲੱਗਦਾ ਹੁੰਦਾ ਕਿ ਵਿਆਹ
ਵਿਆਹ ਤੋਂ ਬਾਅਦ ਬੱਚਾ ਉਦੋਂ ਹੀ ਹੋਣਾ ਚਾਹੀਦਾ ਜਦੋਂ ਤੁਸੀਂ ਸੱਚੀ ਯੋਗਤਾ ਟੈਸਟ ਪਾਸ ਕਰ ਲਓ ਨਾ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਹੁਣ ਮੈਂ ਵਿਆਹ ਦੇ ਲਈ, ਵਿਆਹ ਤੋਂ ਬਾਅਦ ਹੁਣ ਅਸੀਂ ਦੋਵੇਂ ਜਾਣੇ ਬੱਚੇ ਦੇ ਲਈ ਰੈਡੀ ਹਾਂ। ਜਾਂ ਇਹ ਚੀਜ਼ ਹੋਵੇ ਵੀ ਮਤਲਬ ਤੁਹਾਡਾ ਪੜ੍ਹੇ ਲਿਖੇ ਹੋਣਾ, ਤੁਹਾਡਾ ਆਰਥਿਕ ਤੌਰ ਤੇ ਮਤਲਬ ਵਧੀਆ ਕਮਾਉਂਦੇ ਹੋਣਾ ਵਿਆਹ ਨਾਲ ਜੁੜਿਆ ਹੋਣਾ ਨਹੀਂ ਹੁੰਦਾ। ਇਹ ਇੱਕ ਵੱਖਰਾ ਜਿਹੜਾ ਇੱਕ ਰਿਸ਼ਤਾ ਜਿਹਦੇ 'ਚ ਤੁਹਾਡੀ ਮਤਲਬ ਦਿਮਾਗੀ ਕਾਬਲੀਅਤ, ਜੇ ਤੁਹਾਡਾ ਸਲੀਕਾ ਹੈ ਜਿਹੜਾ, ਜਾਂ ਤੁਹਾਡੀ ਅਕਲ ਆ, ਸਿਰਫ ਉਹ ਕੰਮ ਆ ਸਕਦੀ ਹੈ ਨਾ। ਪੜ੍ਹੀ ਲਿਖਿਆ ਤਾਂ ਸਾਰੀ ਦੁਨੀਆ ਫਿਰਦੀ ਹੈ, ਮੈਨੂੰ ਲੱਗਦਾ ਫਿਰ ਲੋਕ ਕਹਿ ਦਿੰਦੇ ਪੜ੍ਹੇ ਲਿਖਿਆਂ ਦੇ ਤਾਂ ਜ਼ਿਆਦਾ ਤਲਾਕ ਹੁੰਦੇ ਨੇ। ਅਤੇ ਦੂਜੀ ਚੀਜ਼ ਜਿਵੇਂ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਡਾਕਟਰ ਅਮਰ ਵੀ ਤੁਸੀਂ ਆਪਣੀ ਈਗੋ ਨੂੰ ਛੱਡ ਕੇ ਇਸ ਰਿਸ਼ਤੇ ਨੂੰ ਨਿਭਾ ਸਕਦੇ ਆ ਨਾ। ਅਤੇ ਉਹ ਮੈਨੂੰ ਲੱਗਦਾ ਕੁੜੀਆਂ ਸ਼ਾਇਦ ਕਈ ਵਾਰ ਛੱਡ ਵੀ ਲੈਂਦੀਆਂ ਨੇ, ਮੁੰਡਿਆਂ ਲਈ ਬਹੁਤ ਔਖਾ ਕਿ ਆਪਣੀ ਈਗੋ ਛੱਡ ਦੇਣੀ। ਨਹੀਂ ਵੀ ਛੱਡਦੀਆਂ ਭੈਣੇ, ਆਪਾਂ ਐਵੇਂ ਆਪਦੇ ਆਪ ਨੂੰ ਬਰੀ ਕਰੀ ਜਾਈਏ, ਨਹੀਂ ਛੱਡਦੀਆਂ। ਮਤਲਬ ਬਹੁਤ ਸਾਰੇ ਹਾਲਾਤ 'ਚ ਹੁੰਦਾ ਹੈ ਕਿ ਮੁੰਡੇ ਨੂੰ ਲੱਗਦਾ ਕਿ ਜੇ ਮੈਂ ਇਹਦੀ ਕੋਈ ਗੱਲ ਮੰਨ ਲਵਾਂ ਤਾਂ ਲੋਕ ਉਹਨੂੰ ਕਹਿਣਾ ਸ਼ੁਰੂ ਕਰ ਦਿੰਦੇ ਵੀ ਤੂੰ ਜਨਾਨੀ ਦੇ ਥੱਲੇ ਲੱਗਿਆ, ਹੈ ਨਾ। ਤਾਂ ਉਹ ਕਈ ਵਾਰੀ ਮੰਨਣਾ ਵੀ ਚਾਹੁੰਦਾ ਹੁੰਦਾ, ਇਸ ਸਿਰਫ ਇੱਕ ਪ੍ਰੈਸ਼ਰ ਕਰਕੇ ਉਹ ਪਿੱਛੇ ਰਹਿੰਦਾ ਹੈ ਨਾ। ਹਾਂ, ਇਹ ਕਈ ਵਾਰ ਚੀਜ਼ਾਂ ਹੁੰਦੀਆਂ ਨੇ ਵੀ ਜਿਵੇਂ ਮੈਂ ਆਪਦੇ ਮਾਂ-ਬਾਪ ਦੇ ਸਾਹਮਣੇ ਰਸੋਈ 'ਚ ਤੇਰੀ ਹੈਲਪ ਨਹੀਂ ਕਰਾਉਣੀ ਕਿਉਂ ਕਰਾਂ। ਮਤਲਬ ਇਹ ਜ਼ਰੂਰੀ ਹੈ ਕਿ ਤੁਸੀਂ ਸਮਝੋ ਅਸੀਂ ਦੋਵਾਂ ਨੇ ਇਕੱਠੇ ਚੱਲਣਾ, ਤਾਂ ਮਤਲਬ ਹਰ ਚੀਜ਼ 'ਚ ਅਸੀਂ ਇਕੱਠੇ ਚੱਲ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਕਿਸੇ ਦਾ ਮੁੰਡਾ ਥੋੜ੍ਹਾ ਜਿਹਾ, ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਕਿਵੇਂ ਕਹਿ ਸਕਦੇ ਹਾਂ ਆਪਾਂ ਭੈਣੇ, ਵੀ ਜਿਵੇਂ ਕਹੀ ਨਾ ਵੀ ਥੋੜਾ ਵਿਗੜਿਆ ਹੋਇਆ ਜਾਂ ਨਹੀਂ, ਜਿਵੇਂ ਆਪਾਂ ਕਹਿੰਦੇ ਪੈਰਾਂ ਤੋਂ ਨਿਕਲਿਆ, ਹਾਂ ਹੱਥੋਂ ਨਿਕਲਿਆ ਹੋਇਆ, ਤਾਂ ਉਹਦਾ ਇਸ ਕਰਕੇ ਵਿਆਹ ਨਾ ਕਰੋ ਵੀ ਵਿਆਹ ਤੋਂ ਬਾਅਦ ਹੀ ਸੁਧਰ ਜਾਊਗਾ। ਨਹੀਂ, ਜੇ ਉਹ ਤੁਹਾਡਾ ਜੰਮਿਆ ਹੋਇਆ ਉਹਨੂੰ ਤੁਸੀਂ ਨਹੀਂ ਸੁਧਾਰ ਸਕੇ ਤਾਂ ਬਾਹਰੋਂ ਆਈ ਕੋਈ ਵੀ ਉਹਨੂੰ ਨਹੀਂ ਸੁਧਾਰ ਸਕੂਗੀ। ਤੇ ਆਪਣੀਆਂ ਕੁੜੀਆਂ ਦੇ ਲਈ ਜਦੋਂ ਤੁਸੀਂ ਕੋਈ ਵੀ ਰਿਸ਼ਤਾ ਵੇਖਣ ਜਾਂਦੇ ਹੋ, ਤੁਸੀਂ ਹਮੇਸ਼ਾ ਦੇਖਦੇ ਹੋ ਜ਼ਮੀਨ ਜਾਇਦਾਦ ਹੋਵੇ, ਘਰ ਵੱਡੇ ਹੋਣ, ਪਰ ਤੁਸੀਂ ਉੱਥੇ ਪਹਿਲਾਂ ਆਪਦੀ ਕੁੜੀ ਨੂੰ ਵੀ ਪੁੱਛੇ ਵੀ ਭਾਈ ਉਹਨਾਂ ਦਾ ਅੱਧੇ ਬਿੱਗੇ 'ਚ ਜਾਂ ਅੱਧੇ ਕਿੱਲੇ 'ਚ ਘਰ ਆ, ਬਿੱਗਾ ਤਾਂ ਬਹੁਤ ਛੋਟਾ ਹੋ ਗਿਆ ਚੱਲ, ਵੀ ਅੱਧੇ ਕਿੱਲੇ 'ਚ ਉਹਨਾਂ ਦਾ ਘਰ ਆ, ਕੀ ਤੂੰ ਉਹਨਾਂ ਦਾ ਘਰ ਸਾਂਭ ਸਕਦੀ ਹੈ ਜਾ ਕੇ, ਸਾਫ਼ ਸਫਾਈ ਦਾ ਜਾਂ ਕੁਛ ਵੀ, ਜਾਂ ਫਿਰ ਉਹਨਾਂ ਦੇ ਭਾਈ ਡੰਗਰ ਬੱਛਾ ਵੀ ਹੈਗਾ, ਤੂੰ ਮੱਝਾਂ ਦਾ ਕੰਮ ਕਰ ਸਕਦੀ ਆ ਜਾਂ ਖੇਤੀਬਾੜੀ ਨੂੰ ਤੂੰ ਸਾਂਭ ਸਕਦੀ ਆ। ਖੇਤੀਬਾੜੀ ਵੀ ਤਾਂ ਹੀ ਹੁੰਦੀ ਹੈ ਵੀ ਜੇ ਤੁਹਾਡੇ ਘਰੇ ਪਿੱਛੇ ਕੋਈ ਰੋਟੀ ਪਕਾ ਕੇ ਚੁੱਲ੍ਹੇ ਚੌਂਕੇ 'ਚ ਤੁਹਾਡੀ ਕੋਈ ਰੋਟੀ ਲਾਉਣ ਵਾਲਾ ਹੈਗਾ। ਸੋ ਖੇਤੀਬਾੜੀ ਵੀ ਤਾਂ ਹੀ ਹੁੰਦੀ ਆ। ਸੋ ਇਹਨਾਂ ਚੀਜ਼ਾਂ ਬਹੁਤ ਛੋਟੀਆਂ ਚੀਜ਼ਾਂ ਨਹੀਂ ਗੀਆਂ। ਉਮਰ ਦੇਖ ਕੇ ਵਿਆਹ ਜਾਂ ਬੱਚੇ ਦੇ ਲਈ ਨਾ ਉਹਨਾਂ ਨੂੰ ਕਦੇ ਵੀ ਕਹੋ ਵੀ ਹਾਂ ਹੁਣ ਇਹ ਹੋ ਹੀ ਜਾਣਾ ਚਾਹੀਦਾ, ਪਰ ਇਹ ਵੀ ਜ਼ਰੂਰ ਦੇਖੋ ਕਿ ਤੁਹਾਡਾ ਬੱਚਾ ਵਿਆਹ ਕਰਾਉਣ ਦੇ, ਵਿਆਹ ਤੋਂ ਬਾਅਦ ਕੀ ਉਹ ਮਾਂ-ਬਾਪ ਬਣਨ ਦੇ ਕਾਬਿਲ ਹੈਗੇ ਨੇ ਜਾਂ ਨਹੀਂ ਹੈਗੇ। ਬਹੁਤ ਛੋਟੀਆਂ ਚੀਜ਼ਾਂ ਨੇ, ਜੇ ਅਸੀਂ ਉਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਤਾਂ ਮੈਨੂੰ ਲੱਗਦਾ ਕਿ ਜਿਹੜਾ ਹੁਣ ਅਸੀਂ ਇਹ ਕਹਿਣ ਲੱਗ ਗਏ ਕਿ ਵਿਆਹ ਨਹੀਂ ਹੋਣਾ ਚਾਹੀਦਾ, ਵਿਆਹ ਨਹੀਂ ਸੀ ਕਰਾਉਣਾ, ਵਿਆਹ ਤੋਂ ਪਹਿਲਾਂ ਮੇਰੀ ਜ਼ਿੰਦਗੀ ਵਧੀਆ ਸੀ, ਸ਼ਾਇਦ ਉਹ ਚੀਜ਼ਾਂ ਅਸੀਂ ਸੋਚਣੀਆਂ ਜਾਂ ਸੁਣਨੀਆਂ ਤੇ ਕਹਿਣੀਆਂ ਬੰਦ ਕਰ ਦਈਏ। ਇਹਨਾਂ ਗੱਲਾਂ ਬਾਤਾਂ ਦੇ ਨਾਲ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਇਜਾਜ਼ਤ ਚਾਹੁੰਦੇ ਹਾਂ। ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।